ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਇਹ ਬੇਨਤੀ ਹੈ ਕਿ ਤੁਸੀਂ ਇਹਨੂੰ ਜ਼ਰਾ ਸ਼ੇਅਰ ਕਰ ਦਿਓ ਤੇ ਬਾਕੀ ਜਿਹੜੇ ਦੋਸਤ ਨੇ ਉਹ ਵੀ ਆ ਜਾਣ ਤੇ ਅੱਜ ਦਾ ਜਿਹੜੀ ਅੱਜ ਦੀ ਗੱਲਬਾਤ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਜਿੰਨੀ ਦੇਰ ਤੱਕ ਬਾਕੀ ਸਾਰੇ ਦੋਸਤ ਇਕੱਠੇ ਹੋ ਰਹੇ ਨੇ ਔਰ ਆ ਰਹੇ ਨੇ ਔਰ ਸ਼ੇਅਰ ਕਰ ਰਹੇ ਨੇ, ਉਨੀ ਦੇਰ ਦੇ ਵਿੱਚ ਅਸੀਂ ਕੁਝ ਗੱਲ ਕਰਨੇ ਆਪਣੇ ਕਲੱਬ ਦੇ ਹਵਾਲੇ ਦੇ ਨਾਲ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਟੀਮ ਨੂੰ ਤਕਰੀਬਨ ਸਾਲ ਤੋਂ ਉੱਤੇ ਟਾਈਮ ਹੋ ਚੱਲਾ ਆਨਲਾਈਨ ਹੋਇਆ। ਇਸ ਤੋਂ ਪਹਿਲਾਂ ਅਸੀਂ ਇੱਥੇ ਹੀ ਲੈਲਪੁਰ ਦੇ ਵਿੱਚ ਕਰਵਾਉਂਦੇ ਸਾਂ ਇਵੈਂਟ, ਔਰ ਇਹਦੇ ਆਨਲਾਈਨ ਹੋਣ ਦੇ ਨਾਲ ਸਾਡੇ ਬਹੁਤ ਸਾਰੇ ਸੰਗੀ ਸਾਥੀ, ਪੰਜਾਬੀ ਪਿਆਰੇ, ਪੰਜਾਬ ਦੇ ਰਿਸਰਚਰ, ਸਕਾਲਰਸ ਪੂਰੀ ਦੁਨੀਆ ਤੋਂ ਇਕੱਠੇ ਹੋ ਕੇ ਜੁੜ ਕੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਉੱਪਰ ਇੱਕ ਬਹੁਤ ਖੂਬਸੂਰਤ ਔਰ ਸਾਇੰਟੀਫਿਕ ਆਰਕਾਈਵ ਬਣਾਉਣ ਦੇ ਵਿੱਚ ਸਾਰੇ ਸਾਡੇ ਨਾਲ ਰੁੱਝ ਗਏ। ਔਰ ਉਹਨਾਂ ਦਾ ਭਲਾ ਹੋਵੇ, ਉਹਨਾਂ ਦੀ ਬੜੀ ਮਿਹਰਬਾਨੀ ਕਿ ਉਹਨਾਂ ਸਾਰਿਆਂ ਦੋਸਤਾਂ ਨੇ ਨਾਲ ਲੱਗ ਕੇ ਤੇ ਅੱਜ ਦੇ ਦਿਨ ਤੱਕ ਇਸ ਪ੍ਰੋਗਰਾਮ ਨੂੰ ਬੜੀ ਕਾਮਯਾਬੀ ਦੇ ਨਾਲ ਚਲਾਉਣ ਦੇ ਵਿੱਚ ਸਾਡਾ ਉਹ ਸਾਥ ਦੇ ਰਹੇ ਨੇ। ਬੇਸ਼ੱਕ ਇਹ ਗੱਲ ਬਿਲਕੁਲ ਪੱਕੀ ਤੇ ਸੱਚੀ ਤੇ ਸਾਫ਼ ਹੈ ਕਿ ਉਹਨਾਂ ਦੇ ਦੋਸਤਾਂ ਦੇ ਤਾਵਨ ਔਰ ਸਾਰੇ ਦੋਸਤਾਂ ਦੇ ਜੁੜਤ ਤੋਂ ਬਿਨਾ ਮੇਰਾ ਖਿਆਲ ਹੈ ਕਿ ਇਹ ਕੰਮ ਕਰਨਾ ਜਿਹੜਾ ਹੈ ਨਾ ਉਹ ਬਿਲਕੁਲ ਹੀ ਨਾਮੁਮਕਿਨ ਹੈ, ਇੰਪੋਸੀਬਲ ਹੈ। ਜਿੱਦਾਂ ਕਿ ਅਸੀਂ ਗੱਲ ਕਰਦੇ ਰਹਿੰਦੇ ਕਿ ਅਸੀਂ ਪੰਜਾਬ ਦੇ ਉਹਨਾਂ ਟੌਪਿਕਸ ਤੇ ਗੱਲ ਕਰਨੇ ਆ, ਉਹਨਾਂ ਮੁੱਦਿਆਂ ਤੇ ਗੱਲ ਕਰਨੇ ਜਿਨ੍ਹਾਂ ਤੇ ਅਜੇ ਤੱਕ ਗੱਲ ਨਹੀਂ ਹੋਈ, ਉਹ ਗ੍ਰੇ ਏਰੀਆਜ਼ ਨੇ। ਤੇ ਸ਼ਾਇਦ ਕਿਤੇ ਲੱਗਦਾ ਕਿ ਉਹ ਗ੍ਰੇ ਏਰੀਆਜ਼ ਹੀ ਸਾਡੀ ਜੁੜਤ ਦਾ, ਸਾਡੀ ਤਾਰੀਖ ਦਾ ਜਿਹੜੀਆਂ ਗੰਢਾਂ ਨੇ ਸ਼ਾਇਦ ਉਹਨਾਂ ਗ੍ਰੇ ਏਰੀਆਜ਼ ਦੇ ਵਿੱਚ ਜਾਏ ਸ਼ਾਇਦ ਖੁੱਲ ਸਕਦੀਆਂ ਨੇ ਔਰ ਵਾਪਸ ਮੁੜ ਅਸੀਂ ਆਪਣੇ ਪੰਜਾਬ ਦੇ ਉਸ ਤਾਰੀਖ ਨੂੰ ਇਕੱਠਾ ਕਰ ਸਕਨੇ ਆ ਜਿਹਨੂੰ ਅਸੀਂ ਸਮਝਨੇ ਕਿ ਅਸੀਂ ਲੁਕਾਈ ਦੀ, ਲੋਕਾਂ ਦੀ ਲੋਕ ਹਿਸਟਰੀ, ਲੋਕ ਤਾਰੀਖ, ਪੀਪਲਸ ਹਿਸਟਰੀ ਇਕੱਠੀ ਕਰ ਸਕੀਏ। ਅੱਜ ਦਾ ਜਿਹੜਾ ਟੌਪਿਕ ਹੈ, ਮੈਂ ਅੱਜ ਬਹੁਤ ਮਸ਼ਕੂਰ ਹਾਂ ਔਰ ਬੜੀ ਮਿਹਰਬਾਨੀ ਹੈ ਜਤਿੰਦਰ ਮੋਹਰ ਜੀ ਦੀ ਕਿ ਉਹ ਅੱਜ ਸਾਡੇ ਨਾਲ ਨੇ। ਇਸ ਤੋਂ ਪਹਿਲੇ ਉਹਨਾਂ ਨੇ ਸਾਡੇ ਨਾਲ ਲੈਕਚਰ ਕੀਤਾ ਸੀ ਜਿਹੜਾ ਸਾਡੇ ਸੀਰੀਜ਼ ਦੇ ਵਿੱਚ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਚੱਲਿਆ ਸੀ। ਉਹਦੇ ਵਿੱਚ ਜਨਾਬ ਨੇ ਸਾਡੇ ਨਾਲ ਨਾਭਰ ਪਿੰਡ ਦੇ ਨਾਂ ਤੋਂ ਲੈਕਚਰ ਕੀਤਾ ਸੀ ਔਰ ਉਹ ਲੈਕਚਰ ਸਾਡਾ ਬਹੁਤ ਜ਼ਿਆਦਾ ਜਿਹੜਾ ਸੁਣਿਆ ਗਿਆ, ਖਾਸ ਕਰਕੇ ਜਿਹੜੇ ਹਿਸਟਰੀ ਦੇ ਨਵੇਂ ਸਟੂਡੈਂਟ ਜਿਹੜੇ ਪਰਿਹਾੜ ਨੇ ਸਾਡੇ ਨਾਲ, ਉਹਨਾਂ ਨੇ ਬਹੁਤ ਸੁਣਿਆ ਔਰ ਬੜਾ ਉਹ ਸ਼ੇਅਰ ਕੀਤਾ ਗਿਆ। ਅੱਜ ਉਹਨਾਂ ਦਾ ਜਿਹੜਾ ਟੌਪਿਕ ਹੈ ਸਾਡੇ ਦਿਲ ਦੇ ਬਹੁਤ ਕਰੀਬ ਹੈ, ਜਿਹੜਾ ਉੱਤੇ ਵਸਦੇ ਪੰਜਾਬ ਦਾ, ਚੜ੍ਹਦੇ ਪੰਜਾਬ ਦਾ ਤਾਂ ਨਹੀਂ ਪਤਾ, ਪਰ ਜਿਹੜਾ ਲਹਿੰਦੇ ਵੱਲ ਸਤਲੁਜ ਦੇ ਜਿਹੜੇ ਵਹਿਣ ਸਨ ਬਿਲਕੁਲ ਖਤਮ ਹੋ ਗਏ, ਮੁੱਕ ਗਏ। ਉਹਨਾਂ ਦੇ ਆਲੇ ਦੁਆਲੇ ਕਿਤੇ ਗਾਗਰਾ, ਕਿਤੇ ਹਾਕੜਾ, ਕਿਤੇ ਥਾਂ ਥਾਈ ਵੱਖੋ ਵੱਖ ਵਸੋਂ ਸਾਨੂੰ ਨਜ਼ਰ ਆਉਂਦੀ, ਬਸਤੀਆਂ ਲਾਗੇ ਲਾਗੇ ਬਣੀਆਂ, ਉਜੜੀਆਂ, ਪਤਨ ਮਨਾਰੇ। ਤੇ ਪਰ ਉਹਨੂੰ ਵੇਖ ਕੇ ਇੰਝ ਹੀ ਲੱਗਦਾ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਦਾਸਤਾਨਾਂ, ਕਹਾਣੀਆਂ, ਇਸ ਚੀਜ਼ ਨੂੰ ਲੱਭਣ ਦੀ ਬਹੁਤ ਸਾਰੀ ਲੋੜ ਹੈ। ਤੇ ਅੱਜ ਸਾਡੇ ਨਾਲ ਸਾਡੇ ਬਹੁਤ ਸੀਨੀਅਰ ਦੋਸਤ ਜਤਿੰਦਰ ਮੋਹਰ ਜੀ ਡਾਇਰੈਕਟਰ ਨੇ, ਫਿਲਮ ਬਣਾਉਂਦੇ ਨੇ, ਫਿਲਮ ਦੇ ਨਾਲ ਬਹੁਤ ਇੰਟਰਸਟ ਹੈ, ਸਾਰੀ ਲੋਕ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਤੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਅੱਜ ਉਹ ਸਾਡੇ ਨਾਲ ਆਏ ਨੇ ਤੇ ਸਾਡੇ ਨਾਲ ਅੱਜ ਉਹ ਸਤਲੁਜ ਦੇ ਵਹਿਣਾਂ ਦੀਆਂ ਗੱਲਾਂ ਸਾਂਝੀਆਂ ਕਰਨਗੇ। ਮੈਂ ਉਹਨਾਂ ਨੂੰ ਹੁਣ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਆਉਣ ਤੇ ਆਪਣੀ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਸਰ। ਤੇ ਜਨਾਬ ਦੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਆਪਣੀ ਇੰਨੀ ਮਸਰੂਫੀਅਤ ਚੋਂ ਟਾਈਮ ਕੱਢਿਆ ਸਾਡੇ ਲਈ ਔਰ ਐਡੇ ਖੂਬਸੂਰਤ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਆਏ। ਤੇ ਸਰ ਸਕਰੀਨ ਹੁਣ ਤੁਹਾਡੇ ਕੋਲ, ਅਸੀਂ ਤੁਹਾਡੀ ਗੱਲਬਾਤ ਸੁਣਾਂਗੇ। ਹਾਂਜੀ, ਤੁਹਾਡੀ ਦੋਨਾਂ ਦੇ ਨਾਲ ਮੈਂ ਸਾਰੇ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਨੇ, ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵਾਰਤਾ ਦੇ ਵਿੱਚ ਜੁੜੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਦਾ ਜਿਹੜਾ ਮਜ਼ਮੂਨ ਹੈ ਉਹ ਸਤਲੁਜ ਦੇ ਵਹਿਣਾਂ ਬਾਰੇ ਆ। ਸਤਲੁਜ ਬਾਰੇ ਮਤਲਬ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਾਡੇ 5 ਦਰਿਆਵਾਂ 'ਚੋਂ ਸਭ ਤੋਂ ਵੱਡਾ ਦਰਿਆ ਹੈ ਤੇ ਹਿਮਾਲਿਆ ਦੇ ਦਰਿਆਵਾਂ 'ਚੋਂ ਤੀਜਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ। ਤੇ ਸਤਲੁਜ ਨਾਲ ਜਿਹੜਾ ਮਤਲਬ ਪਹਿਲਾਂ ਮੈਂ ਕਿਉਂਕਿ ਜਿਹੜਾ ਬੰਦਾ ਜਦੋਂ, ਕਿਉਂਕਿ ਮੈਂ ਇੱਕ ਗੱਲ ਕਹਿਣਾ ਕਿ ਮੈਂ ਕੋਈ ਟ੍ਰੇਨਡ ਹਿਸਟੋਰੀਅਨ ਤਾਂ ਹੈ ਨਹੀਂ, ਸਿਖਲਾਈ ਜਾਬਤਾ ਕੋਈ ਇਤਿਹਾਸਕਾਰ ਨਹੀਂ ਹੈਗਾ ਜਾਂ ਖੋਜੀ ਨਹੀਂ ਹੈਗਾ। ਮੇਰਾ ਤਾਂ ਜਿਹੜੀ ਮੇਰੀ ਜਿਗਿਆਸਾ ਹੈ ਉਹ ਪੰਜਾਬ ਦਾ ਜਿਹੜਾ ਇਹ ਖਿੱਤਾ ਹੈ,
ਜਾਂ ਫਿਰ ਸਾਡਾ ਜਿਹੜਾ ਉਪ ਮਹਾਂਦੀਪ ਹੈ, ਸਬ ਕੰਟੀਨੈਂਟ ਹੈ, ਉਹਨੂੰ ਬਿਹਤਰ ਸਮਝਣ ਦੇ ਜਿਹੜਾ ਤੁਹਾਡੇ ਅੰਦਰ ਜਿਗਿਆਸਾ ਹੈ, ਉਹਦੇ ਵਿੱਚੋਂ ਹੀ ਤੁਸੀਂ ਸਾਰਾ ਮਤਲਬ ਲਿਖਦੇ ਹੋ, ਪੜ੍ਹਦੇ ਹੋ, ਜਾਂ ਤੁਸੀਂ ਆਪਣਾ ਵਿਚਾਰ ਸਾਂਝਾ ਕਰਦੇ ਹੋ। ਸੋ ਮੇਰੇ ਜਦੋਂ ਸਤਲੁਜ, ਕਿਉਂਕਿ ਮੇਰੇ ਪਿੰਡ ਤੋਂ 25 ਕਿਲੋਮੀਟਰ ਦੂਰ ਵਗਦਾ, ਤਾਂ ਮੈਂ ਉਹ ਯਾਦ ਤੁਹਾਡੇ ਨਾਲ ਥੋੜ੍ਹੀ ਸਾਂਝੀ ਕਰਨੀ ਚਾਹੁੰਦਾ ਕਿ ਪਹਿਲੀ ਵਾਰ ਜਦੋਂ ਤੁਹਾਨੂੰ ਵਹਿਣਾਂ ਬਾਰੇ ਤੁਹਾਡੀ ਇੱਕ ਦਿਲਚਸਪੀ ਹੁੰਦੀ ਹੈ, ਜਾਂ ਕਿਉਂਕਿ ਹੁਣ ਤਾਂ ਉਹ ਸਾਡੇ ਨੇੜੇ ਨਹੀਂ ਹੈਗਾ, ਸਾਡੇ ਤੋਂ 25 ਕਿਲੋਮੀਟਰ ਦੂਰ ਹੈ, ਪਰ 88 ਦੇ ਹੜ੍ਹਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੀ ਜਿਹੜੀ ਫਿਰਨੀ ਸੀ ਚੜ੍ਹਦੇ ਵਾਲੇ ਪਾਸੇ, ਉੱਥੇ ਉਹ ਟਿੱਬੀ ਹੈਗੀ ਆ, ਉੱਥੇ ਟਿੱਬੀ ਵਾਲੇ ਹੁਣ ਖੇਤ ਬਣ ਗਏ ਨੇ, ਹੁਣ ਤਾਂ ਟਿੱਬੀਆਂ ਸਾਫ਼ ਹੋ ਗਈਆਂ ਨੇ, ਪਰ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਸੀ ਜਾਂ ਬਹੁਤ ਘੱਟ ਸੀ। ਪਰ ਜਿਹੜਾ ਉਹ ਟਿੱਬੀ ਵਾਲਾ ਸਾਰਾ ਰਸਤਾ ਸੀ, ਟਿੱਬੀ ਵਾਲੇ ਖੇਤ ਸੀ, ਉਹਦੇ ਵਿੱਚੋਂ ਮਤਲਬ ਸਮੁੰਦਰ ਦਿਖ ਰਿਹਾ ਸੀ, ਉਹ ਇੰਨਾ ਪਾਣੀ ਉਸ ਵਿੱਚੋਂ ਵਗ ਰਿਹਾ ਸੀ। ਤਾਂ ਉਦੋਂ ਸਾਡੇ ਮਤਲਬ ਮੇਰੇ ਘਰਦਿਆਂ ਨੇ ਦੱਸਿਆ ਕਿ ਸਤਲੁਜ ਕਦੇ ਇਸ ਖਿੱਤੇ ਦੇ ਵਿੱਚ ਹੀ ਜਾਂ ਇਹਨਾਂ ਖੇਤਾਂ ਦੇ ਵਿੱਚ ਹੀ ਵਹਿੰਦਾ ਹੁੰਦਾ ਸੀ। ਹੁਣ ਉਹ ਇੱਕ ਅਲੱਗ ਗੱਲ ਹੈ ਕਿ ਉਹ ਸਤਲੁਜ ਵਹਿੰਦਾ ਸੀ ਜਾਂ ਕੋਈ ਸਤਲੁਜ ਦੀ ਧਾਰਾ ਵਹਿੰਦੀ ਸੀ, ਇਹਦਾ ਉਹਨਾਂ ਨੇ ਵੀ ਨਹੀਂ ਮੈਨੂੰ ਲੱਗਦਾ ਪਤਾ ਕੀਤਾ ਹੋਣਾ, ਪਰ ਕਿਉਂਕਿ ਲੋਕ ਰਵਾਇਤਾਂ ਦੇ ਵਿੱਚ ਸਾਡੇ ਖਿੱਤੇ ਦੇ ਵਿੱਚੋਂ, ਸਾਡੇ ਇਲਾਕੇ ਦੇ ਵਿੱਚੋਂ ਸਤਲੁਜ ਵਹਿੰਦਾ ਰਿਹਾ, ਤਾਂ ਉਹ ਇੱਕ ਮਤਲਬ ਗੱਲ ਆ ਜਿਹੜੀ ਉਹ ਪੁੱਛ ਦਰ ਪੁੱਛ ਅੱਗੇ ਦੀ ਅੱਗੇ ਉਹ ਸੁਣਾਉਂਦੇ ਗਏ ਨੇ। ਜਦੋਂ ਅਸੀਂ ਸਤਲੁਜ ਦੀ ਮਤਲਬ ਵਹਿਣਾਂ ਦੀ ਗੱਲ ਕਰਦੇ ਹਾਂ, ਤਾਂ ਮੈਂ ਇਹ ਜਿਹੜਾ ਇੱਕ ਗੱਲ ਮੈਂ ਪਹਿਲਾਂ ਸਾਫ਼ ਕਰਨੀ ਚਾਹੁੰਦਾ ਕਿ ਜਿਹੜਾ ਮੇਰਾ ਇਸ ਚਰਚਾ ਦਾ ਜਿਹੜਾ ਵਿਸ਼ਾ ਹੈ, ਉਹ ਮਾਲਵੇ ਦਾ ਖਿੱਤਾ ਰਹੂਗਾ। ਉਹ ਵੀ ਜਿਹੜਾ ਮਤਲਬ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਮਾਲਵਾ ਖਿੱਤਾ ਮੰਨਿਆ ਜਾਂਦਾ, ਉਂਝ ਤਾਂ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ 9 ਮਾਲਵਿਆਂ ਦਾ ਜ਼ਿਕਰ ਆਉਂਦਾ, ਪਰ ਜਿਹੜਾ ਚੜ੍ਹਦੇ ਪੰਜਾਬ ਦੇ ਵਿੱਚ ਹੈਗਾ, ਮਾਲਵਾ ਹੈਗਾ। ਉਂਝ ਮਾਲਵੇ ਦਾ ਇਹ ਹੁਣ ਤਾਂ ਮਤਲਬ ਜਿੰਨੇ ਕੁ ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਮਾਲਵਾ ਕਿਹਾ ਜਾਂਦਾ, ਪਰ ਜੇ ਸੰਤ ਵਿਸਾਖਾ ਸਿੰਘ ਉਹਨਾਂ ਦੀ ਮੰਨੀਏ ਤਾਂ ਉਹ ਮਾਲਵੇ ਨੂੰ ਬਹਾਵਲਪੁਰ ਤੋਂ ਲੈ ਕੇ ਹਰਿਆਣੇ ਤੱਕ ਲੈ ਕੇ ਆਉਂਦੇ ਨੇ, ਉੱਤਰੀ ਰਾਜਸਥਾਨ ਨੂੰ ਵਿੱਚ ਲੈਂਦੇ ਨੇ। ਸੋ ਉਹਨਾਂ ਦਾ ਜਿਹੜਾ ਮਾਲਵਾ ਉਹ ਬਹੁਤ ਵੱਡਾ ਹੈ। ਪਰ ਮਤਲਬ ਉਂਝ ਸਾਡੇ ਅੱਜ ਕੱਲ੍ਹ ਮਾਨਸੇ ਬਠਿੰਡੇ ਵਾਲੇ ਕਹਿੰਦੇ ਨੇ ਕਿ ਮਾਲਵਾ ਜਿਹੜਾ ਹੈਗਾ ਉਹ ਸਿਰਫ ਸਾਡਾ ਹੀ 2 ਜ਼ਿਲ੍ਹਿਆਂ ਦਾ, ਬਾਕੀ ਅਸਲੀ ਮਾਲਵਾ, ਬਾਕੀ ਮਾਲਵਾ ਉਹ ਮੰਨਦੇ ਨਹੀਂ ਹੈਗੇ। ਤੇ ਪਰ ਇਹ ਚੜ੍ਹਦੇ ਪੰਜਾਬ ਦੇ ਮਾਲਵੇ ਦੇ ਜਿਹੜੇ, ਕਿਉਂਕਿ ਜਿਹੜੀ ਚੜ੍ਹਦੇ ਪੰਜਾਬ ਦਾ ਜਿਹੜਾ ਮਾਲਵਾ ਹੈ, ਇਹ ਜਿਹੜੀ ਧਰਤੀ ਹੈ, ਜੋ ਇਹਦਾ ਜ਼ਮੀਨਦੋਜ਼ ਪਾਣੀ ਹੈ, ਜਾਂ ਇਹਦੀ ਜੋ ਵੀ ਇਹਦਾ ਉਪਜਾਊਪਣ ਹੈ, ਇਹਦਾ ਜ਼ਰਖੇਜ਼ ਜੋ ਇਹ ਜ਼ਮੀਨ ਹੈ, ਜਾਂ ਜਿਹੜੀਆਂ ਇੱਥੋਂ ਦੀਆਂ ਵਗਣ ਵਾਲੀਆਂ ਧਰਾਵਾਂ ਨੇ, ਚਾਹੇ ਉਹ ਬਰਸਾਤੀ ਦਰਿਆ ਨੇ, ਕਿਉਂਕਿ ਸਤਲੁਜ ਸਿਰਫ ਇੱਕ ਦਰਿਆ, ਮਤਲਬ ਇੱਕ ਮੇਨ ਕੋਰਸ ਦੇ ਤੌਰ ਦੇ ਉੱਤੇ ਉਹ ਇੱਕ ਜਗ੍ਹਾ ਵਗਦਾ ਹੈ, ਜਿਵੇਂ ਰੋਪੜ ਤੋਂ ਅਸੀਂ ਕਹਿੰਦੇ ਹਾਂ ਫਲੌਰ, ਅੱਗੇ ਹਰੀਕੇ, ਤੇ ਅੱਗੇ ਉਹ ਫਿਰੋਜ਼ਪੁਰ ਹੁੰਦਾ ਹੋਇਆ ਫਿਰ ਉਹ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਜਾਂਦਾ ਹੈ। ਪਰ ਉਹ ਤੋਂ ਬਿਨਾਂ ਉਹਦੀਆਂ ਬਹੁਤ ਸਾਰੀਆਂ ਧਰਾਵਾਂ ਸੀ। ਜਦੋਂ ਮੈਂ ਮਾਲਵੇ ਦਾ ਇਹ ਜ਼ਿਕਰ ਕਰ ਰਿਹਾ ਕਿ ਮਾਲਵੇ ਦਾ ਉਹ ਖਿੱਤਾ ਜੋ ਸਾਨੂੰ ਅੱਜ ਮਾਲਵਾ ਦਿਖਦਾ, ਉਹ ਸਤਲੁਜ ਦਾ ਬਣਾਉਣ ਦੇ ਵਿੱਚ ਸਤਲੁਜ ਦਾ ਬਹੁਤ ਵੱਡਾ ਹਿੱਸਾ ਹੈ। ਤੇ ਉਹਨਾਂ ਨੂੰ ਮਾਲਵੇ ਨੂੰ ਕਿਹਾ ਜਾਂਦਾ ਕਿ 100 ਧਰਾਵਾਂ ਦੀ ਧਰਤੀ ਸੀ। ਹੁਣ ਜਦੋਂ ਤੁਸੀਂ 100 ਧਰਾਵਾਂ ਦੀ ਗੱਲ ਕਰਦੇ ਹੋ ਤਾਂ ਉਹ ਸਤਲੁਜ ਦੀ ਦੇਣ ਹੈ, ਕਿਉਂਕਿ ਸਤਲੁਜ ਨੂੰ ਰਿਗਵੇਦਿਕ ਕਾਲ ਦੇ ਵਿੱਚ ਜਿਹੜਾ ਕਿਹਾ ਗਿਆ ਉਹਨੂੰ ਸ਼ਬਦੁਰੀ ਕਿਹਾ ਗਿਆ, ਤੇ ਮਹਾਭਾਰਤ ਦੇ ਵਿੱਚ ਉਹਨੂੰ ਸ਼ਬਦੁਰੂ ਕਿਹਾ ਗਿਆ। ਤੇ ਸ਼ਬਦੁਰੂ ਦਾ ਮਤਲਬ ਹੁੰਦਾ ਹੈ 100 ਧਰਾਵਾਂ ਵਿੱਚ ਵਗਣ ਵਾਲਾ। ਤੇ ਇਹਦੇ ਨਾਲ ਇੱਕ ਮਿੱਥ ਜੁੜੀ ਹੋਈ ਹੈ ਕਿ ਜਦੋਂ ਵਸ਼ਿਸ਼ਟ ਰਿਸ਼ੀ ਨੇ ਆਤਮਘਾਤ ਕਰਨਾ ਸੀ ਜਾਂ ਖੁਦਕੁਸ਼ੀ ਕਰਨੀ ਸੀ, ਤਾਂ ਉਹਨੇ ਛਾਲ ਮਾਰੀ ਸਤਲੁਜ 'ਚ, ਤੇ ਸਤਲੁਜ ਨੇ ਆਪਣੇ 100 ਧਰਾਵਾਂ 'ਚ ਵਗਣਾ ਸ਼ੁਰੂ ਕਰਤਾ। ਸੋ ਇਹ ਇੱਕ ਮਿੱਥ ਹੈ, ਪਰ ਇਹ ਜਿਹੜੀ ਗੱਲ ਸਾਨੂੰ ਇਹ ਚੇਤਾ ਕਰਾਉਂਦੀ ਹੈ ਕਿ ਜੋ ਮਾਲਵੇ ਦੀ ਧਰਤੀ ਹੈ, ਉਹ ਸਤਲੁਜ ਜਾਂ ਉਹਦੀਆਂ ਸਹਾਇਕ ਧਰਾਵਾਂ ਜਾਂ ਉਹਦੀਆਂ, ਅਸੀਂ ਇਹਦੇ ਬਾਰੇ ਮਤਲਬ ਡਿਟੇਲ 'ਚ ਗੱਲ ਕਰਾਂਗੇ ਕਿ ਉਹ ਕਿਹੜੀਆਂ ਧਰਾਵਾਂ ਨੇ। ਤਾਂ ਉਹਨਾਂ ਨੇ ਮਤਲਬ ਇੱਕ ਮਾਲਵਾ ਇੱਕ ਤਰ੍ਹਾਂ ਦਾ ਇੱਕ ਜਾਲ ਸੀ ਉਹਨਾਂ ਧਰਾਵਾਂ ਦਾ, ਜਿਹੜੀਆਂ ਸਤਲੁਜ 'ਚੋਂ ਕੁਛ ਨਿਕਲਦੀਆਂ ਸੀ, ਕਿਉਂਕਿ ਸਤਲੁਜ ਲਗਾਤਾਰ ਵਹਿਣ ਬਦਲਦਾ ਗਿਆ, ਤੇ ਉਹ ਵਹਿਣ ਬਦਲਦਾ ਹੋਇਆ ਜਦੋਂ ਪਿੱਛੇ ਟਿੱਬੇ ਛੱਡਦਾ ਗਿਆ ਜਾਂ ਨੀਵੀਂ ਧਰਤੀ ਛੱਡਦਾ ਗਿਆ, ਜੋ ਲੀਹਾਂ ਛੱਡਦਾ ਗਿਆ, ਉੱਥੇ ਨਵੀਂ ਬਰਸਾਤੀ ਦਰਿਆ ਵਗਣ ਲੱਗੇ, ਜਾਂ ਸਤਲੁਜ ਦੀਆਂ ਜਿਹੜੀਆਂ ਧਰਾਵਾਂ ਸੀ ਉਹ ਵਗਣ ਲੱਗੀਆਂ। ਇਸ ਕਰਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਸਤਲੁਜ ਇੱਕ ਦਾ ਕੋਈ ਹੱਦ ਬੰਨਾ ਨਹੀਂ ਸੀ।
ਮਤਲਬ ਉਹ ਸਿਰਫ ਫਲੋਰ ਜਾਂ ਉੱਥੇ ਹੀ ਰੋਪੜ ਕੋਲੋਂ ਹੀ ਨਹੀਂ ਸੀ ਵਗਦਾ, ਉਹ ਪੂਰੇ ਮਾਲਵੇ 'ਚ ਵਗਦਾ ਸੀ, ਕਿਉਂਕਿ ਕਿੰਨੀਆਂ ਜਿਹੜੀਆਂ ਧਾਰਾਵਾਂ ਨੇ ਉਹ ਰੋਪੜ ਕੋਲੋਂ ਨਿਕਲਦੀਆਂ ਸੀ ਤੇ ਉਹ ਅੱਗੇ ਚਮਕੌਰ ਸਾਹਿਬ, ਜਾਂ ਉਹ ਮੈਂ ਮਤਲਬ ਇੱਕ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ, ਉਹ ਪੂਰੇ ਮਾਲਵੇ 'ਚ ਫੈਲ ਜਾਂਦੀਆਂ ਸੀ। ਸੋ ਇਸ ਕਰਕੇ ਮਾਲਵੇ ਨੂੰ ਵੀ 100 ਧਾਰਾਵਾਂ ਦੀ ਧਰਤੀ ਕਿਹਾ ਜਾਂਦਾ ਹੈ, ਤੇ ਨਾਲ ਦੀ ਨਾਲ ਸਤਲੁਜ ਨੂੰ ਵੀ 100 ਧਾਰਾਂ ਦੇ ਵਿੱਚ ਵਗਣ ਵਾਲਾ ਦਰਿਆ ਦੇ ਤੌਰ ਤੇ ਪੇਸ਼ ਕੀਤਾ। ਤੇ ਇੱਕ ਦੋ ਗੱਲਾਂ ਮੈਂ ਥੋੜ੍ਹੀਆਂ ਜਿਹੀਆਂ ਪਹਿਲਾਂ, ਕਿਉਂਕਿ ਇਹਦਾ ਵੇਰਵਾ ਆਏਗਾ ਤਾਂ ਮੈਂ ਉਹ ਕਲੀਅਰ ਕਰ ਦਿੰਦਾ ਕਿ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ ਮਤਲਬ ਜਿਹੜੀ ਨਵੀਂ ਖੋਜ ਹੈ ਹੁਣ IIT ਕਾਨਪੁਰ ਦੇ ਵਿਗਿਆਨੀਆਂ ਨੇ ਰਲ ਕੇ ਟੈਕਨੀਕਲ ਯੂਨੀਵਰਸਿਟੀ ਆਫ ਡੈਨਮਾਰਕ ਤੇ ਇੰਪੀਰੀਅਲ ਕਾਲਜ ਆਫ ਲੰਡਨ, ਇਹਨਾਂ ਦੇ ਜਿਹੜੇ ਵਿਗਿਆਨੀ ਨੇ, ਖੋਜੀ ਨੇ, ਉਹਨਾਂ ਨੇ ਮਿਲ ਕੇ ਜਿਹੜੀ ਲੰਬੀ ਇੱਕ ਖੋਜ ਤੋਂ ਬਾਅਦ ਇਹ ਦੱਸਿਆ ਕਿ ਜਿਹੜਾ ਸਤਲੁਜ ਸੀ ਉਹ ਲਗਭਗ 8000 ਸਾਲ ਪਹਿਲਾਂ ਆਪਣਾ ਵਹਿਣ ਸੀ ਜਿਹੜਾ ਉਹ ਬਦਲ ਗਿਆ ਸੀ। ਇਸ ਤੋਂ ਪਹਿਲਾਂ ਜਿਹੜਾ ਉਹਦਾ ਵਹਿਣ ਸੀ, ਜਿੱਥੋਂ ਵਗਦਾ ਸੀ, ਉਹ ਬੇਸਿਕਲੀ ਘੱਗਰ ਹਾਕੜਾ ਜਿਹੜੀ ਧਾਰਾ ਜਿਹਨੂੰ ਅਸੀਂ ਕਹਿੰਦੇ ਆ, ਇਹਦੇ ਤੇ ਬਹੁਤ ਮਤਲਬ ਲੰਬੀ ਡਿਬੇਟ ਹੈ ਜਿਹੜੀ 150 ਸਾਲ ਪਹਿਲਾਂ ਹੀ ਸਟਾਰਟ ਹੋਈ ਹੈ। ਪਰ ਮਤਲਬ ਮੈਂ ਇੱਕ ਰੈਫਰੈਂਸ ਲਈ ਤੁਹਾਨੂੰ ਦੱਸ ਦਿੰਦਾ ਕਿ ਉਹ ਜਿਹੜੀ ਪਹਿਲਾਂ ਜਿਹੜਾ ਰੋਪੜ ਤੋਂ ਉਹ ਪੱਛਮ ਵੱਲ ਨਹੀਂ ਸੀ ਵਗਦਾ, ਉਹ ਦੱਖਣ ਵੱਲ ਵਗਦਾ ਸੀ, ਤੇ ਉੱਥੋਂ ਉਹ ਅੱਗੇ ਪਟਿਆਲੇ ਤੋਂ ਹੇਠਾਂ 25 ਕਿਲੋਮੀਟਰ ਮੰਨਿਆ ਜਾਂਦਾ ਕਿ ਸ਼ਤਰਾਣਾ ਸਾਗਰਾ ਇਸ ਏਰੀਏ ਦੇ ਵਿੱਚ ਉਹ ਘੱਗਰ ਹਾਕੜਾ ਵਹਿਣ ਦੇ ਰਾਹੀਂ ਵਹਿੰਦਾ ਹੋਇਆ ਉਹ ਅੱਗੇ ਜਾਂਦਾ ਸੀ। ਤੇ ਜਦੋਂ ਮਤਲਬ ਅਸੀਂ ਇਹ ਵਹਿਣਾਂ ਦੀ ਗੱਲ ਕਰਦੇ ਹਾਂ ਸਤਲੁਜ ਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਦੋਂ ਇਹ ਰੋਪੜ ਤੋਂ ਮਤਲਬ ਇੱਕ ਧਾਰਾ ਸੀ ਜਿਹੜੀ ਰੋਪੜ, ਲਠੇੜੀ ਤੇ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਬਾਅਦ ਲਠੇੜੀ ਤੋਂ ਬਾਅਦ ਸੰਘੋਲ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਹੈਗਾ, ਸੈਂਟਰ ਜਿਹੇ 'ਚ ਪੈਂਦਾ। ਤੇ ਸੰਘੋਲ ਸ਼ਹਿਰ ਬਾਰੇ ਮੈਨੂੰ ਲੱਗਦਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿੰਧੂ ਘਾਟੀ ਸੱਭਿਅਤਾ ਦਾ, ਸਿੰਧੂ ਤਹਿਜ਼ੀਬ ਦਾ, ਹੜੱਪਾ ਤਹਿਜ਼ੀਬ ਦਾ ਇੱਕ ਬਹੁਤ ਵੱਡਾ ਸ਼ਹਿਰ ਰਿਹਾ। ਤੇ ਮਤਲਬ ਉਸ ਤੋਂ ਬਾਅਦ ਕਨਿਸ਼ਕ ਦੇ ਸਮੇਂ ਉਹ ਸਿਲਕ ਰੂਟ ਦਾ ਹਿੱਸਾ ਸੀ, ਜਿਹੜਾ ਚਾਈਨਾ ਤੋਂ ਯੂਰਪ ਨੂੰ ਵਪਾਰ ਹੁੰਦਾ ਸੀ, ਉਹਦਾ ਇੱਕ ਅਹਿਮ ਪੜਾਅ ਸੀ ਜਿਹੜਾ ਉਹ ਸੰਘੋਲ ਸੀ। ਮੈਂ ਸੰਘੋਲ ਦੀ ਗੱਲ ਕਿਉਂ ਕਰ ਰਿਹਾ ਦਰਿਆ ਦੇ ਨਾਲ ਜੋੜ ਕੇ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਸੰਘੋਲ ਸੀ ਜਿਹੜਾ ਉਹ ਸਤਲੁਜ ਦੇ ਕੰਢੇ ਵਸਦਾ ਰਿਹਾ, ਪਰ ਉਹ ਕੋਈ ਧਾਰਾ ਸੀ ਸਤਲੁਜ ਦੀ ਜਿਹੜੀ ਜਿਹਦੇ ਕਿਨਾਰੇ ਤੇ ਸੰਘੋਲ ਸੀ। ਸੋ ਸੰਘੋਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੰਧਾਰ ਤੋਂ ਜਾਂ ਤਕਸ਼ਲਾ ਤੋਂ ਲੈ ਕੇ ਮਥੁਰਾ ਦੇ ਵਿੱਚ ਸਭ ਤੋਂ ਵੱਡਾ ਮੈਟਰੋ ਸ਼ਹਿਰ ਸੀ। ਤੇ ਹੁਣ ਸੰਘੋਲ, ਜਦੋਂ ਅਸੀਂ ਸੰਘੋਲ ਦੀ ਗੱਲ ਕਰਦੇ ਹਾਂ ਤਾਂ ਹਿਊਨ ਸਾਂਗ ਜਿਹੜਾ ਇਹ ਕਹਿ ਕੇ ਗਿਆ ਕਿ ਇਹ ਸਤਲੁਜ ਮੁਲਕ ਕਿਹਾ ਉਹਨੇ, ਤੇ ਸਤਲੁਜ ਮੁਲਕ ਦੀ ਜਿਹੜੀ ਰਾਜਧਾਨੀ ਆ ਉਹ ਸੰਘੋਲ ਕਹਿੰਦਾ। ਤੇ ਡਾਕਟਰ ਫੌਜਾ ਸਿੰਘ ਨੇ, ਇਤਿਹਾਸਕਾਰ ਨੇ ਪੰਜਾਬ ਦੇ, ਉਹ ਉਹਨੂੰ ਸਰਹੰਦ ਨਾਲ ਜੋੜਦੇ ਨੇ। ਪਰ ਜੋ ਤਫਸੀਲ ਹਿਊਨ ਸਾਂਗ ਨੇ ਦਿੱਤੀ ਆ ਸਤਲੁਜ ਮੁਲਕ ਦੀ ਤੇ ਉਹਦੀ ਰਾਜਧਾਨੀ ਦੀ, ਉਹਦੇ ਵਿੱਚ ਸੰਘੋਲ ਆ ਜਿਹੜਾ ਉਹ ਉਸ ਤਫਸੀਲ ਦੇ ਵਿੱਚ ਉਹੀ ਫਿੱਟ ਬੈਠਦਾ, ਕਿਉਂਕਿ ਉਹ 10 ਬੋਧੀ ਸਤੂਪਾਂ ਦੀ ਗੱਲ ਕਰਦੇ ਨੇ, ਹਿਊਨ ਸਾਂਗ ਨੇ ਕੀਤੀ ਆ। ਤਾਂ ਉਹ ਸੰਘੋਲ ਦੇ ਵਿੱਚੋਂ ਜਿਹੜੇ ਬਹੁਤ ਵੱਡੇ ਬੋਧੀ ਸਤੂਪ ਮਿਲੇ ਨੇ, ਤੇ ਜੇ ਤੁਸੀਂ ਉਹਦਾ ਪਨਾ ਦੇਖੋ ਸ਼ਹਿਰ ਦਾ, ਤਾਂ ਉਹ ਬਹੁਤ ਦੂਰ ਤੱਕ ਫੈਲਿਆ ਹੋਇਆ ਹੁਣ ਵੀ, ਮਤਲਬ ਤੁਹਾਨੂੰ ਕੰਧਾਂ ਨੇ ਜਿਹੜੀਆਂ ਉਹ ਮਿਲ ਜਾਂਦੀਆਂ ਨੇ, ਜਾਂ ਉੱਥੇ ਦੀ ਨਿਸ਼ਾਨੀਆਂ ਮਿਲਦੀਆਂ ਨੇ। ਸੋ ਸੰਘੋਲ ਇੱਕ ਬਹੁਤ ਵੱਡਾ ਸੈਂਟਰ ਸੀ, ਉਹਦੇ ਕਿਨਾਰੇ ਸੀ। ਸੋ ਜਿਹੜੀ ਇਹ ਧਾਰਾ ਆਪਾਂ ਕਹਿੰਦੇ ਆ ਕਿ ਰੋਪੜ, ਚਮਕੌਰ ਸਾਹਿਬ, ਸੰਘੋਲ ਤੋਂ ਅੱਗੇ ਇਹ ਖੰਨੇ ਵੱਲ ਵੀ ਧਾਰਾ ਜਾਂਦੀ ਸੀ ਜਾਂ ਪਟਿਆਲੇ ਵੱਲ ਵੀ ਜਾਂਦੀ ਸੀ। ਸੋ ਇਹਨਾਂ ਦੇ ਮਤਲਬ ਇਹਨਾਂ ਕਿਨਾਰਿਆਂ ਦੇ ਉੱਤੇ ਚਾਹੇ ਉਹ ਸਤਲੁਜ, ਉੱਥੇ ਦਰਿਆ ਉਸ ਵੇਲੇ ਹੈ ਨਹੀਂ ਸੀ, ਪਰ ਉਹਦੀ ਕੋਈ ਧਾਰਾ ਸੀ। ਉਹ ਜੇ ਤੁਸੀਂ ਮਤਲਬ ਸਤਲੁਜ ਦੀਆਂ ਧਾਰਾਵਾਂ ਦੇ, ਜਿਵੇਂ ਮੈਂ ਇੱਕ ਗੱਲ ਮਤਲਬ ਤੁਸੀਂ ਕੋਈ ਵੀ ਮਾਲਵੇ ਦੇ ਵਿੱਚ ਤੁਹਾਨੂੰ ਬੰਦਾ ਮਿਲੇਗਾ, ਕੋਈ ਵੀ ਪਿੰਡ ਸ਼ਹਿਰ ਦਾ, ਤੁਹਾਨੂੰ ਉਹ ਕਹੇਗਾ ਕਿ ਮੇਰੇ ਪਿੰਡ ਦੇ ਵਿੱਚ ਹੀ ਜਾਂ ਮੇਰੇ ਸ਼ਹਿਰ ਦੇ ਵਿੱਚ ਹੀ ਸਤਲੁਜ ਲੰਘਦਾ ਸੀ, ਪਰ ਉਹ ਸਤਲੁਜ ਨਹੀਂ ਸੀ, ਸ਼ਾਇਦ ਉਹਦੀ ਕੋਈ ਧਾਰਾ ਸੀ ਜਿਹੜੀ ਸਤਲੁਜ ਦੇ ਵਿੱਚੋਂ ਨਿਕਲਦੀ ਸੀ। ਸੋ ਇਸ ਹਵਾਲੇ ਦੇ ਨਾਲ ਪੰਜਾਬ ਦੀਆਂ ਜਿੰਨੀਆਂ ਮਤਲਬ ਜਿਹੜੀਆਂ ਪੁਰਾਣੀਆਂ ਥੀਹਾਂ ਨੇ, ਜਿਹਨੂੰ ਆਰਕੀਓਲੋਜੀਕਲ ਸਾਈਟਸ ਨੇ, ਜਿਹੜੀਆਂ ਏਸ਼ੀਅੰਟ ਸਾਈਟਸ ਨੇ, ਉਹ ਤੁਹਾਨੂੰ ਉਹਨਾਂ ਧਾਰਾਵਾਂ ਦੇ ਆਲੇ ਦੁਆਲੇ ਮਿਲਦੀਆਂ ਨੇ। ਕਨਿੰਗਮ ਨੇ ਸਭ ਤੋਂ ਪਹਿਲਾਂ ਜਦੋਂ 1870 ਦੇ ਵਿੱਚ ਟੂਰ ਕੀਤਾ ਇਹਨਾਂ ਸਾਈਟਸ ਨੂੰ, ਉਹਨੇ ਖੋਜਣਾ ਸ਼ੁਰੂ ਕੀਤਾ, ਤਾਂ ਉਹਨੇ ਜਿਹੜੀ ਸਾਈਟ ਸੀ ਜਨੇਰ, ਇੱਕ ਮੋਗੇ ਦੇ ਕੋਲ ਸਾਈਟ ਸੀ, ਉਹ ਉੱਥੇ ਜੀ ਵੀ ਪਹਿਲਾਂ ਸਤਲੁਜ ਵਗਦਾ ਸੀ, ਹੁਣ ਵੀ ਉਹ ਮਤਲਬ ਸਾਈਡ ਹੈਗਾ ਸਤਲੁਜ, ਤੇ ਉਹਦਾ ਜ਼ਿਕਰ ਕੀਤਾ ਹੈ। ਫਿਰ ਉਸ ਤੋਂ ਬਾਅਦ ਸੁਨੇਤ, ਇੱਕ ਲੁਧਿਆਣੇ ਦੇ ਵਿੱਚ ਬਹੁਤ ਵੱਡਾ
ਸੈਂਟਰ ਸੀ, ਏਂਸ਼ੀਅੰਟ ਸਾਈਟ ਆ, ਉੱਥੇ ਬਹੁਤ ਸਿੱਕੇ ਮਿਲੇ ਨੇ ਉੱਥੋਂ। ਤੇ ਉਹ ਕਨਿੰਗਮ ਦੇ ਵੇਲੇ ਤੋਂ ਹੀ ਉਹ ਸਟਾਰਟ, ਮਤਲਬ ਉਹਦੀ ਜਿਹੜੀ ਖੋਜ ਸੀ ਉਹ ਸਟਾਰਟ ਹੋ ਗਈ ਸੀ। ਉਹ ਤੋਂ ਬਾਅਦ ਜੇ ਅਸੀਂ ਜਨੇਰ, ਸਨੇਤ, ਸੰਘੋਲ ਤੇ ਚਮਕੌਰ ਸਾਹਿਬ, ਇਹ ਸਾਰੇ ਜਿਹੜੇ ਮਤਲਬ ਜਿਨ੍ਹਾਂ ਨੂੰ ਸਤਲੁਜ ਦੀਆਂ ਧਰਾਵਾਂ ਦੇ ਕੰਢੇ ਵਸੇ ਹੋਏ ਸ਼ਹਿਰ ਸੀ ਇਹ, ਕਿਉਂਕਿ ਸਤਲੁਜ, ਸੰਘੋਲ ਬਾਰੇ ਤਾਂ ਕਿਹਾ ਜਾਂਦਾ ਵੀ ਉਹ ਪਤਾ ਨਹੀਂ ਕਿੰਨੀ ਵਾਰ ਦੇ ਦਰਿਆ ਨੇ ਉਜਾੜਿਆ। ਇਹ ਸਾਰੇ ਜਿਹੜੇ ਸ਼ਹਿਰ ਨੇ ਇੱਥੋਂ ਜਿਹੜੀ ਹੁਣ ਮੈਂ ਕੋਟ ਕਰ ਰਿਹਾ ਕਿ ਰਾਜੀਵ ਸਿਨਹਾ ਨੇ, ਜਿਹੜੇ IIT ਕਾਨਪੁਰ ਦੇ ਖੋਜੀ ਨੇ ਤੇ ਰਿਮੋਟ ਸੈਂਸਿੰਗ ਕੇਂਦਰ ਲੁਧਿਆਣੇ ਦੇ, ਉਹਨਾਂ ਨੇ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚੋਂ ਮੈਂ ਹਵਾਲਾ ਲੈ ਰਿਹਾ। ਉਹ ਕਹਿੰਦੇ ਨੇ ਕਿ ਜਿਹੜੀ ਚਮਕੌਰ ਸਾਹਿਬ ਹੈ, ਸੰਘੋਲ ਹੈ ਤੇ ਜਨੇਰ ਹੈ ਜਾਂ ਫਿਰ ਸਨੇਤ ਆ, ਇਹ ਸਾਰਿਆਂ ਦੇ ਵਿੱਚ ਕੁਦਰਤੀ ਕੰਧਾਂ ਮਿਲੀਆਂ ਨੇ ਹੜ੍ਹ ਰੋਕਣ। ਤੇ ਨਾਲ ਹੀ ਜੇ ਤੁਸੀਂ ਸੰਘੋਲ ਦੇ ਵਿੱਚ ਜਦੋਂ ਕੋਈ ਖੁਦਾਈ ਹੁੰਦੀ ਆ ਜਾਂ ਕੁਝ ਖੂਹ ਪੱਟਿਆ ਜਾਂਦਾ ਤਾਂ ਉੱਥੇ ਅਕਸਰ ਕਿਸ਼ਤੀਆਂ ਮਿਲਦੀਆਂ ਸੀ। ਉਹ ਤੋਂ ਸਬੂਤ ਮਿਲਦਾ ਕਿ ਇੱਥੋਂ ਜਿਹੜਾ ਸਤਲੁਜ ਸੀ, ਹੁਣ ਮਤਲਬ ਉਹ ਕਿਸੇ ਸਮੇਂ ਸਤਲੁਜ ਜਾਂ ਉਹਦੀ ਕੋਈ ਧਾਰਾ ਸੀ ਜਿਹੜੀ ਉਹ ਲੰਘਦੀ ਹੁੰਦੀ ਸੀ। ਆਪਾਂ ਇਸ, ਮੈਨੂੰ ਲੱਗਦਾ ਕਿ ਚਰਚਾ ਦੇ ਵਿੱਚ ਮੈਂ 4 ਨੁਕਤੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਚਾਹੂੰਗਾ ਜੀ। ਪਹਿਲਾ ਇਹ ਹੈ ਕਿ ਜਿਹੜੀਆਂ ਲੋਕ ਰਵਾਇਤਾਂ ਨੇ ਉਹਨਾਂ ਦੇ ਵਿੱਚ ਸਤਲੁਜ ਕਿਵੇਂ ਆਉਂਦਾ ਹੈ, ਖਾਸ ਕਰਕੇ ਮਾਲਵੇ ਦੀਆਂ ਜਿਹੜੀਆਂ ਲੋਕ ਰਵਾਇਤਾਂ ਨੇ ਉਹਦੇ ਵਿੱਚ ਸਤਲੁਜ ਦੇ ਵਹਿਣਾ ਬਾਰੇ, ਕਿੱਥੋਂ ਵਗਦਾ ਸੀ, ਇਹਦੇ ਬਾਰੇ ਕੀ ਕਿਹਾ ਜਾਂਦਾ ਹੈ, ਇਹ ਇੱਕ ਅਸੀਂ ਗੱਲ ਕਰਾਂਗੇ। ਦੂਜੀ, 19ਵੀਂ ਤੇ 20ਵੀਂ ਸਦੀ ਦੇ ਵਿੱਚ, ਜਦੋਂ ਖਾਸ ਕਰਕੇ 19ਵੀਂ ਸਦੀ ਦੇ ਵਿੱਚ ਜਦੋਂ ਗੋਰੇ ਬਸਤਾਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਏ ਤੇ ਉਹਨਾਂ ਨੇ ਇਸ ਧਰਤੀ ਉੱਤੇ ਰਾਜ ਕਰਨਾ ਸੀ, ਸੋ ਇਸ ਕਰਕੇ ਉਹਨਾਂ ਨੇ ਇਸ ਧਰਤੀ ਨੂੰ ਜਾਣਨਾ ਸੀ ਬਿਹਤਰ, ਤੇ ਇਸ ਕਰਕੇ ਉਹਨਾਂ ਨੇ ਜੋ ਵੀ ਗਸਟੀਅਰ ਲਿਖੇ, ਖੋਜਾਂ ਕੀਤੀਆਂ, ਕਿਤਾਬਾਂ ਲਿਖੀਆਂ, ਉਹਨਾਂ ਦੇ ਵਿੱਚ ਜਿਹੜਾ ਸਤਲੁਜ ਦੇ ਬਾਰੇ, ਉਹਦੇ ਵਹਿਣਾ ਬਾਰੇ ਉਹਨਾਂ ਨੇ ਕੀ ਦਰਜ ਕੀਤਾ ਤੇ ਉਹਨਾਂ ਦੇ ਕੀ ਅੰਦਾਜ਼ੇ ਸੀ। ਦੂਜੀ ਗੱਲ ਇਹ ਆਪਾਂ ਇਸ ਨੁਕਤੇ ਤੇ ਕਰਾਂਗੇ। ਤੇ ਤੀਸਰੀ ਜਿਹੜੀ ਇਹ ਹੈ ਕਿ ਮੁਲਕ ਦੀ ਤਕਸੀਮ ਤੋਂ ਬਾਅਦ 1947 ਤੋਂ ਬਾਅਦ ਜਿਹੜੀ ਆਰਕੀਓਲੋਜੀ ਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਬਦਲਾਅ ਹੈ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੀ ਆਰਕੀਓਲੋਜੀ ਦੇ ਵਿੱਚ ਉਹ ਕਿਸ ਪਾਸੇ ਜਾਂਦੀ ਆ, ਇਹਦੇ ਬਾਰੇ ਅਸੀਂ ਇੱਕ ਨੁਕਤਾ ਇਹ ਹੈ। ਤੇ ਉਹਦੇ ਨਾਲ ਜਦੋਂ ਉਹ ਮਤਲਬ ਉਹਨਾਂ ਦਾ ਜਿਹੜਾ ਵਿਚਾਰਧਾਰਕ ਇੱਕ ਬਦਲਾਅ ਹੋ ਰਿਹਾ ਹੈ ਤੇ ਉਹਦੇ ਵਿੱਚ ਵਹਿਣਾ ਦੀ, ਸਤਲੁਜ ਦੀ, ਇਹਨਾਂ ਦਾ ਇਹ ਕਿਵੇਂ ਜੁੜੇ ਹੋਏ ਨੇ, ਉਹਦੇ ਤੇ ਆਪਾਂ ਗੱਲ ਕਰਾਂਗੇ। ਚੌਥੀ ਜਿਹੜੀ ਹੈਗੀ ਆ ਉਹ ਸਰਸਵਤੀ ਜਿਹੜੀ ਤੇ ਬਨਾਮ ਜਿਹੜੀ ਸਤਲੁਜ ਇੱਕ ਬਹਿਸ ਹੈ, ਉਹ ਬਹਿਸ ਮਤਲਬ ਉਸ ਬਹਿਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕੀ ਉਹਦਾ ਕੀ ਉਹ ਸਾਰੇ ਕੀ ਹਵਾਲੇ ਨੇ ਤੇ ਸਾਨੂੰ ਕੀ ਦੱਸਦੇ ਨੇ। ਸਭ ਤੋਂ ਪਹਿਲਾਂ ਮੈਂ ਲੋਕ ਰਵਾਇਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਤਲੁਜ ਜਿਹੜਾ ਇਹ ਪੰਜਾਬ ਦਾ ਸਭ ਤੋਂ ਵੱਧ ਵਹਿਣ ਬਦਲਣੇ ਵਾਲਾ ਦਰਿਆ, ਹੋਰ ਵੀ ਪੰਜਾਬ ਦੇ ਦਰਿਆ ਵਹਿਣ ਬਦਲਦੇ ਨੇ ਪਰ ਸਤਲੁਜ ਦਾ ਖਾਸ ਕਰਕੇ ਜਿਹੜਾ ਵਹਿਣ ਆ ਉਹ ਬਹੁਤ ਮਤਲਬ ਉਹਨੇ ਵਹਿਣ ਬਦਲਿਆ। ਉਹਨੇ ਮੁਹੰਮਦ ਲਤੀਫ ਨੇ 1889 ਦੇ ਵਿੱਚ, 1899 ਦੇ ਵਿੱਚ ਜਿਹੜੀ ਕਿਤਾਬ ਲਿਖੀ ਆ ਪੰਜਾਬ ਦਾ ਇਤਿਹਾਸ, ਉਹਦੇ ਵਿੱਚ ਉਹ ਦੱਸਦੇ ਨੇ ਕਿ 50 ਸਾਲਾਂ ਦੇ ਵਿੱਚ ਉਹ ਕਹਿੰਦੇ ਵੀ ਲੁਧਿਆਣੇ ਤੋਂ ਲਗਭਗ 4-5 ਮੀਲ ਉਹ ਸਤਲੁਜ ਨੇ ਆਪਣੀ ਦੂਰੀ ਬਣਾ ਲਈ ਆ। ਇਸ ਤਰ੍ਹਾਂ ਉਹ ਰਾਵੀ ਬਾਰੇ ਵੀ ਦੱਸਦੇ ਨੇ ਕਿ ਰਾਵੀ ਨੇ ਲਾਹੌਰ ਤੋਂ 7 ਮੀਲ ਦੀ ਦੂਰੀ ਪਿਛਲੇ 50 ਸਾਲ 'ਚ ਬਣਾ ਲਈ ਆ। ਜਿਹੜੀਆਂ ਸਤਲੁਜ ਦੇ ਵਿੱਚ ਵੱਡੀਆਂ ਮਤਲਬ ਤਬਦੀਲੀਆਂ ਹੋਈਆਂ ਉਹਦੇ ਵਹਿਣ ਦੇ ਵਿੱਚ, ਇੱਕ ਤਾਂ ਅਸੀਂ ਕਹਿੰਦੇ ਹਾਂ ਕਿ 8000 ਸਾਲ ਪਹਿਲਾਂ ਉਹ ਘੱਗਰ ਹਾਕੜਾ ਵਹਿਣ ਸੀ ਜਿਹੜਾ ਉਹ ਛੱਡ ਚੁੱਕਿਆ ਸੀ। ਉਸ ਤੋਂ ਦੂਜਾ ਜਿਹੜਾ ਅਸੀਂ ਦੂਜੀ ਤਬਦੀਲੀ ਮਤਲਬ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਆ, ਉਹ 11ਵੀਂ ਤੋਂ 13ਵੀਂ ਸਦੀ ਦੇ ਵਿੱਚ ਮੰਨਿਆ ਜਾਂਦਾ ਕਿ ਇੰਡਸ ਪੂਰਾ ਜਿਹੜਾ ਸਿੰਧੂ ਮਤਲਬ ਦਰਿਆਈ ਪਰਿਵਾਰ ਆ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਤੇ ਮਤਲਬ ਸਤਲੁਜ ਵੀ ਆਈਆਂ, ਉਹਨਾਂ ਦੇ ਵਹਿਣਾਂ ਦੇ ਵਿੱਚ ਆਈਆਂ ਨੇ। ਤੇ ਜਿਹੜੀ ਤੀਜੀ ਵੱਡਾ ਬਦਲਾਅ ਮੰਨਿਆ ਜਾਂਦਾ ਉਹ 1758 ਦੇ ਆਸ-ਪਾਸ, ਜਾਂ ਤਾਂ ਕੋਈ ਹੜ੍ਹ ਸੀ ਬੜੇ ਤੇ ਉਹਦੀ ਵਜ੍ਹਾ ਦੇ ਨਾਲ ਸਤਲੁਜ ਆ ਜਿਹੜਾ ਉਹਨੇ, ਇਸੇ ਕਰਕੇ ਜਦੋਂ ਮੁਹੰਮਦ ਲਤੀਫ 1889 ਦੇ ਵਿੱਚ ਕਹਿ ਰਿਹਾ ਕਿ ਅੱਜ ਤੋਂ 100 ਸਾਲ ਪਹਿਲਾਂ ਨਹੀਂ, ਇਹ ਗਸਟੀਅਰ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਲੁਧਿਆਣੇ ਦੀ ਸਮਰਾਲਾ ਤਹਿਸੀਲ ਆ ਜਿੱਥੋਂ ਸਤਲੁਜ ਲੰਘਦਾ ਉਹ ਪੂਰੀ ਦੇ ਨਾਲ ਸਤਲੁਜ ਦੇ ਨਾਲ ਜੁੜੀ ਹੋਈ ਆ। ਉਸ ਤਹਿਸੀਲ ਦੇ ਵਿੱਚ ਸਤਲੁਜ ਨੇ ਉਹ ਉੱਥੇ ਦੇ ਜਿਹੜੇ ਲੋਕ ਨੇ, ਮਤਲਬ ਜਿਹੜੇ ਗੋਰਾ ਜਿਸਨੇ ਵੀ ਉਹ ਰਿਪੋਰਟ ਲਿਖੀ ਹੋਊਗੀ,
ਉਹ ਦੱਸਦਾ ਵੀ ਮੈਨੂੰ ਜਿਹੜੇ ਬੰਦੇ ਮਿਲੇ ਉਹਨਾਂ ਨੇ ਕਿਹਾ ਵੀ ਪਿਛਲੇ 100 ਸਾਲ ਦੇ ਵਿੱਚ ਜਿਹੜਾ ਰਿੱਜ ਹੈ, ਇਹ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਸਤਲੁਜ ਦੇ ਨਾਲ ਦੇ ਏਰੀਏ ਨੂੰ ਅਸੀਂ ਬੇਟ ਕਹਿੰਦੇ ਹਾਂ ਤੇ ਜਾਂ ਲੋਲੈਂਡ ਕਿਹਾ ਜਾਂਦਾ ਹੈ। ਸਤਲੁਜ ਜਿਹੜਾ ਬੇਟ ਦੇ ਬਿਲਕੁਲ ਨਾਲ ਦੀ ਉੱਚੀ ਧਰਤੀ ਹੈ, ਅਪਲੈਂਡ ਜਿਹਨੂੰ ਕਹਿੰਦੇ ਆ ਜਾਂ ਢਾਹਾ ਕਹਿੰਦੇ ਆ, ਉਹ ਹੁਣ ਪਹਿਲਾਂ ਮਤਲਬ ਢਾਹਾ ਹੋਏਗਾ, ਫਿਰ ਬੇਟ ਹੋਏਗਾ, ਫਿਰ ਦਰਿਆ ਵਗਦਾ ਹੋਏਗਾ। ਉਹ ਕਹਿੰਦੇ ਵੀ 100 ਸਾਲ ਪਹਿਲਾਂ ਜਿਹੜਾ ਜਿੱਥੇ ਹੁਣ ਢਾਹੇ ਦੀ ਤੇ ਬੇਟ ਦੀ ਹੱਦ ਹੈ, ਦਰਿਆ ਉੱਥੇ ਵਗਦਾ ਹੁੰਦਾ ਸੀ। ਇਸੇ ਕਰਕੇ ਜਿਹੜਾ ਮਾਛੀਵਾੜਾ, ਬਲੋਲਪੁਰ, ਕੂਮ ਕਲਾਂ, ਈਵਨ ਲੁਧਿਆਣਾ, ਇਹ ਸਾਰੇ ਜਿਹੜੇ ਸ਼ਹਿਰ ਨੇ ਦਰਿਆ ਦੇ ਕੰਢੇ ਵਸੇ ਹੋਏ ਨੇ, ਪਰ ਹੁਣ ਦਰਿਆ ਇਹਨਾਂ ਤੋਂ ਪਰੇ ਚਲਾ ਗਿਆ। ਸੋ ਇਹ ਮਤਲਬ ਇਹਦਾ ਜਿਹੜਾ ਦਰਿਆ ਦਾ ਸਤਲੁਜ ਦਾ ਜਿਹੜਾ ਲਗਾਤਾਰ ਬਹਿਣ ਬਦਲਣ ਦਾ ਸੁਭਾਅ ਹੈ, ਉਹ ਸਾਡੀਆਂ ਲੋਕ ਰਵਾਇਤਾਂ ਦੇ ਵਿੱਚ, ਜਿਵੇਂ ਅਸੀਂ ਜੇ ਗੱਲ ਕਰੀਏ ਤਾਂ ਇਹਦੀ ਸਭ ਤੋਂ ਜਿਹੜੀ ਮਿਸਾਲੀ ਮਤਲਬ ਲਿਖਤ ਜੇ ਮੈਂ ਕਹਿਣੀ ਹੋਵੇ, ਉਂਝ ਤਾਂ ਸਾਰੇ ਪੰਜਾਬ ਦੇ ਵਿੱਚ, ਸਾਰੇ ਮਾਲਵੇ ਦੇ ਵਿੱਚ ਤੁਸੀਂ ਹਰ ਬੰਦਾ ਤੁਹਾਨੂੰ ਮਤਲਬ ਹਰ ਪਿੰਡ ਸ਼ਹਿਰ ਤੋਂ ਲੋਕ ਕਹਿ ਸਕਦੇ ਨੇ ਕਿ ਸਾਡੇ ਕੋਲ ਜੀ ਵਗਦਾ ਸੀ ਸਤਲੁਜ। ਪਰ ਸੰਤ ਵਿਸਾਖਾ ਸਿੰਘ ਨੇ, ਜਿਨ੍ਹਾਂ ਨੇ ਮਾਲਵੇ ਦਾ ਇਤਿਹਾਸ ਲਿਖੀ ਕਿਤਾਬ 1856-54 ਦੇ ਆਸ-ਪਾਸ, ਤੇ ਉਹਨਾਂ ਨੇ ਮਤਲਬ ਮੈਨੂੰ ਇਹ ਲੱਗਦਾ ਵੀ ਲੋਕ ਰਵਾਇਤਾਂ ਦੀ ਨੁਮਾਇੰਦਗੀ ਕਰਦੀ ਜਿਹੜੀ ਕੋਈ ਲਿਖਤ ਮੈਂ ਜੇ ਇੱਕ ਤੁਹਾਡੇ ਸਾਹਮਣੇ ਪੇਸ਼ ਕਰਨੀ ਹੋਵੇ ਤਾਂ ਉਹ ਸੰਤ ਵਿਸਾਖਾ ਸਿੰਘ ਦੀ ਹੈ, ਜਿਹਦੇ ਵਿੱਚ ਜ਼ਿਆਦਾਤਰ ਬੇਸ਼ੱਕ ਉਹਦੇ ਵਿੱਚ ਕਈ ਮਿੱਥਾਂ ਦੀ ਗੱਲ ਕੀਤੀ ਗਈ ਹੈ, ਪਰ ਕਿਉਂਕਿ ਉਸ ਵੇਲੇ ਤੱਕ ਦਰਿਆ ਦੇ ਜਿਹੜੇ ਸਤਲੁਜ ਦੇ ਵਹਿਣ ਸੀ ਉਹ ਅਜੇ ਬਚੇ ਹੋਏ ਹੋਣਗੇ, ਇਸ ਕਰਕੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿਵੇਂ ਉਹਨਾਂ ਨੇ ਇੱਕ ਮਤਲਬ ਉਹ ਕਹਿੰਦੇ ਨੇ ਵੀ ਜਿਹੜੀ ਸਤਲੁਜ ਸੀ ਕਦੇ ਉਹ ਨਾਭੇ ਦੇ ਉੱਪਰ ਜੀ ਤੇ ਬਠਿੰਡੇ ਵੱਲ ਨੂੰ ਵਗਦਾ ਸੀ, ਇਹ ਉਹਨਾਂ ਨੇ ਮਤਲਬ ਉਹਦੇ ਵਿੱਚ ਇੱਕ ਮੈਂਸ਼ਨ ਕੀਤਾ ਹੋਇਆ। ਤੇ ਹੁਣ ਅਸੀਂ ਜੇ ਉਹ ਲੋਕ ਰਵਾਇਤਾਂ ਦੇ ਵਿੱਚ ਜੋ ਆਉਂਦਾ ਹੈ ਕਿ ਇੱਥੋਂ ਵਹਿਣ ਸੀ, ਇੱਥੋਂ ਵਹਿਣ ਸੀ, ਜਿਹੜੇ 19ਵੀਂ 20ਵੀਂ ਸਦੀ ਦੇ ਜਿਹੜੇ ਖੋਜੀ ਨੇ, ਜਿਹੜੇ ਗੋਰੇ ਬਸਤਾਨ ਜਾਂ ਜੋ ਲੇਖਕ ਜਦੋਂ ਆਏ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਤਸਦੀਕ ਕੀਤੀ, ਕਿਉਂਕਿ ਉਹਨਾਂ ਨੇ ਨਹਿਰਾਂ ਕੱਢਣੀਆਂ ਸੀ। ਜਿਵੇਂ ਤਿਹਾੜਾ ਇੱਕ ਨਹਿਰ ਸੀ, ਜਿਹੜੀ ਤਿਹਾੜਾ ਇੱਕ ਇਲਾਕਾ ਜਗਰਾਓਂ ਪਖਵਾਲ ਜਿਹੜੇ ਤਹਿਸੀਲਾਂ ਸੀ, ਬ੍ਰਿਟਿਸ਼ ਤਹਿਸੀਲਾਂ, ਉਹ ਸਾਰੀਆਂ ਤਿਹਾੜਾ ਇਲਾਕੇ 'ਚ ਆਉਂਦੀਆਂ ਨੇ। ਸਤਲੁਜ ਨੇੜੇ ਪੈਂਦਾ ਤਾਂ ਉੱਥੋਂ ਉਹਨਾਂ ਨੇ ਇੱਕ ਤਿਹਾੜਾ ਨਹਿਰ ਕੱਢਣੀ ਸੀ। ਉਹ ਤੋਂ ਬਿਨਾਂ ਹੋਰ ਵੀ ਜਿਹੜੀਆਂ ਮਤਲਬ ਨਹਿਰਾਂ ਦੇ ਜੋ ਵੀ ਉਹ ਸਰਵੇ ਕਰ ਰਹੇ ਸੀ, ਉਹਦੇ ਵਿੱਚ ਉਹਨਾਂ ਨੇ ਕਈ ਮਤਲਬ ਧਰਾਵਾਂ ਦੀ ਜਿਹੜੀ ਗੱਲ ਕੀਤੀ ਆ, ਜਿਹਦੇ ਵਿੱਚੋਂ ਇੱਕ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਨਾਈਵਾਲਸ ਕਿਹਾ ਗਿਆ। ਜਦੋਂ ਹੀ ਸਤਲੁਜ ਮੈਦਾਨ 'ਚ ਦਾਖਲ ਹੁੰਦਾ ਹੈ, ਰੋਪੜ ਉਹ ਪਹੁੰਚਦਾ ਹੈ ਤੇ ਰੋਪੜ ਤੋਂ ਇੱਕਦਮ ਉਹ ਪੱਛਮ ਵੱਲ ਨੂੰ ਵਗਣਾ ਸ਼ੁਰੂ ਕਰਦਾ ਹੈ, ਤਾਂ ਉਹ ਰੋਪੜ ਦੇ ਉਹਦੇ ਨੇੜੇ ਤੇੜੋਂ ਕਈ ਧਰਾਵਾਂ ਉਹਦੇ ਵਿੱਚੋਂ ਨਿਕਲਦੀਆਂ ਸੀ। ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ 3 ਨਾਈਵਾਲ ਜਿਹੜੀਆਂ ACM ਓਲਡਮ ਆਪਣੀ ਕਿਤਾਬ ਦੇ ਵਿੱਚ, ਆਪਣੇ ਲੇਖ ਦੇ ਵਿੱਚ ਇਹ ਕਹਿੰਦੇ ਨੇ, ਤੇ ਨਾਲੇ ਜਿਹੜੀ ਲੁਧਿਆਣੇ ਦੀ ਸੈਟਲਮੈਂਟ ਰਿਪੋਰਟ ਆ ਜਾਂ ਜਿਹੜੀ ਲੁਧਿਆਣੇ ਦਾ ਗੈਸਟੀਅਰ ਆ ਉਹਦੇ ਵਿੱਚ ਵੀ ਇਹ ਦਰਜ ਆ। ਉੱਥੋਂ ਉਹਨਾਂ ਨੇ ਉਹ ਕਹਿੰਦੇ ਵੀ 3 ਨਾਈਵਾਲ ਨੇ ਜਿਹੜੀਆਂ ਆ ਰਹੀਆਂ ਨੇ। ਇੱਕ ਮਾਛੀਵਾੜੇ ਤੋਂ ਦੱਖਣ ਵੱਲ ਹੁੰਦੀ ਹੋਈ ਧਾਰਾ, ਜਿਹਨੂੰ ਉਹ ਕੇਂਦਰੀ ਧਾਰਾ ਕਹਿੰਦੇ ਨੇ, ਤੇ ਉਹ ਬਠਿੰਡੇ ਪਹੁੰਚਦੀ ਆ। ਹੁਣ ਉਹ ਬਠਿੰਡੇ ਤੋਂ ਕਹਿੰਦੇ ਨੇ ਕਿ ਤੁਸੀਂ ਲਸਾੜਾ ਤੇ ਚਮਕੌਰ ਸਾਹਿਬ, ਇਹ ਪੂਰਾ ਜਿਹੜਾ ਉਹਦਾ ਰੂਟ ਆ ਦਰਿਆ ਦਾ, ਮਤਲਬ ਉਸ ਧਾਰਾ ਦਾ ਜਿਹੜੀ ਸਤਲੁਜ ਚੋਂ ਨਿਕਲ ਕੇ ਬਠਿੰਡੇ ਤੱਕ ਪਹੁੰਚ ਰਹੀ ਆ, ਉਹਦਾ ਰੂਟ ਤੁਸੀਂ ਪਛਾਣ ਸਕਦੇ ਹੋ। ਉਹ ਲਸਾੜਾ ਚਮਕੌਰ ਸਾਹਿਬ ਵੀ, ਲਸਾੜੇ ਤੋਂ ਚਮਕੌਰ ਸਾਹਿਬ ਵੱਲ ਨੂੰ ਜੇ ਤੁਸੀਂ ਉੱਪਰ ਨੂੰ ਜਾਓ, ਚਮਕੌਰ ਸਾਹਿਬ ਬਾਰੇ ਮੈਂ ਦੱਸ ਦਵਾਂ, ਜਿਹੜੇ ਮਤਲਬ ਪੰਜਾਬ ਬਾਰੇ ਜਗਰਾਫੀ ਬਾਰੇ ਘੱਟ ਜਾਣਦੇ ਨੇ, ਕਿ ਜਿੱਥੋਂ ਸਤਲੁਜ ਮੁੜਦਾ ਹੈ ਪੱਛਮ ਵੱਲ ਨੂੰ ਰੋਪੜ ਹੈ, ਰੋਪੜ ਤੋਂ 10 ਕਿਲੋਮੀਟਰ ਹੇਠਾਂ ਚਮਕੌਰ ਸਾਹਿਬ, ਜਿਹੜਾ ਸਿੱਖੀ ਦਾ ਵੀ ਵੱਡਾ ਸਥਾਨ ਹੈ ਤੇ ਇਤਿਹਾਸਕ ਸਥਾਨ ਹੈ ਪੰਜਾਬ ਦਾ। ਉੱਥੋਂ ਕਹਿੰਦੇ ਵੀ ਬਠਿੰਡੇ ਤੋਂ ਲਸਾੜਾ ਤੇ ਉਹ ਚਮਕੌਰ ਸਾਹਿਬ ਤੱਕ ਇਹ ਜਿਹੜੀ ਵਹਿਣ ਆਏ, ਤੁਸੀਂ ਇਹਨੂੰ ਪਛਾਣ ਸਕਦੇ। ਹੁਣ ਜਿਹੜਾ ਲਸਾੜਾ ਹੈਗਾ, ਉਹ ਲਸਾੜਾ ਚੋ, ਮਤਲਬ ਅੱਜ ਕੱਲ੍ਹ ਉਹਨੂੰ ਲਸਾੜਾ ਚੋ ਕਿਹਾ ਜਾਂਦਾ। ਜੇ ਤੁਸੀਂ ਉਹ ਲਸਾੜਾ ਚੋ ਮਤਲਬ ਉਹਦਾ ਅੱਜ ਦੇ ਦਿਨ ਵੀ ਤੁਸੀਂ ਉਹਨੂੰ ਫੋਲੋ ਕਰੋ ਤਾਂ ਉਹ ਖੰਨੇ ਦੇ ਕੋਲ ਜਰਗੜੀ ਤੋਂ ਮਲੇਰਕੋਟਲਾ, ਮਲੇਰਕੋਟਲੇ ਤੋਂ ਪੰਜਗਰਾਈਆਂ ਤੋਂ ਇਹ ਠੀਕਰੀ ਵਾਲਾ, ਇਹ ਬਰਨਾਲੇ ਦੇ ਕੋਲ, ਮਤਲਬ ਬੇਸਿਕਲੀ ਇਹ ਲੁਧਿਆਣਾ ਜ਼ਿਲ੍ਹੇ ਦੇ ਖੰਨਾ
ਤੇ ਅੱਗੇ ਮਲੇਰਕੋਟਲਾ ਸੰਗਰੂਰ ਦੇ ਵਿੱਚ ਹੈ, ਤੇ ਅੱਗੇ ਇਹ ਠੀਕਰੀ ਵਾਲਾ ਤੋਂ ਮੰਡੀ ਕਲਾਂ, ਤਪਾ ਤੋਂ ਮੰਡੀ ਕਲਾਂ, ਤੇ ਮੰਡੀ ਕਲਾਂ ਤੋਂ ਇਹ ਬਠਿੰਡੇ ਵੱਲ ਜਾਂਦਾ ਹੋਇਆ ਅੱਗੇ ਇਹ ਡੱਬ ਵਾਲੀ ਨਿਕਲਦਾ। ਇਹ ਧਾਰਾ ਜਿਹੜੀ ਹੈਗੀ ਹੈ ਤੁਸੀਂ ਅੱਜ ਵੀ ਮਤਲਬ ਪਛਾਣ ਸਕਦੇ ਹੋ, ਖੰਨੇ ਤੋਂ ਮਤਲਬ ਖੰਨੇ ਵਾਲੀ ਜਿਹੜੀ ਜਾਗੜੀ ਵਾਲੀ ਨਹਿਰ ਆ ਉਹ ਤੋਂ ਹੇਠਾਂ ਪਛਾਣ ਸਕਦੇ ਹੋ। ਹੁਣ ਜਦੋਂ ਇਹ ਮਤਲਬ ਜਿਹੜੀ ਬਿਲਕੁਲ ਉਹਨਾਂ ਦੀ ਨਿਸ਼ਾਨਦੇਹੀ ਉਹਨਾਂ ਨੇ ਕੀਤੀ ਹੈ, ਗੋਰਿਆਂ ਨੇ ਵੀ ਆਪਣੇ ਰਜਿਸਟਰਾਂ 'ਚ ਕੀਤੀ ਆ, ਤੇ ਅੱਜ ਉਹ ਮੌਜੂਦ ਹੈ। ਤੇ ਜਦੋਂ ਤੁਹਾਨੂੰ ਕੋਈ ਬਠਿੰਡੇ ਦਾ ਬੰਦਾ ਇਹ ਕਹਿੰਦਾ ਵੀ ਸਤਲੁਜ ਸਾਡੇ ਕੋਲ ਦੀ ਲੰਘਦਾ ਜਾਂ ਮੰਡੀ ਕਲਾਂ ਦਾ ਕਹਿੰਦਾ, ਤਾਂ ਉਹ ਮਤਲਬ ਉਹ ਲੋਕ ਰਵਾਇਤਾਂ ਦੀ ਤਸਦੀਕ ਕਰ ਰਹੇ ਨੇ, ਉਹ ਜਿਹੜੀਆਂ ਖੋਜਾਂ ਹੁਣ ਆ ਰਹੀਆਂ ਨੇ। ਤੇ ਜਿਹੜੀਆਂ ਮੈਂ ਧਾਰਾਵਾਂ ਦੀ ਗੱਲ ਕਰ ਰਿਹਾ, ਇਹ 1853 ਦੇ ਨਕਸ਼ੇ ਦੇ ਵਿੱਚ ਵੀ ਹੈਗੀ ਆ, 1873 ਦੇ ਵਿੱਚ ਵੀ ਦੇ ਨਕਸ਼ੇ 'ਚ ਵੀ ਇਹ ਆਉਂਦੀ ਆ। ਤੇ ਇੱਕ ਨਾਈਵਾਲ ਆ ਜਿਹੜੀ ਮੈਂ ਜਿਵੇਂ ਹੁਣੇ ਦੱਸਿਆ, ਤੇ ਕੇਂਦਰੀ ਨਾਈਵਾਲ ਜਿਹੜੀ ਮੈਂ ਮਤਲਬ ਗੱਲ ਕੀਤੀ ਆ। ਪਰ ਮੈਂ ਇੱਕ ਗੱਲ ਦੱਸਣੀ ਚਾਹਾਂ ਕਿ ਜਿਵੇਂ ਵਿਸਾਖਾ ਸਿੰਘ ਕੁਛ ਮਾਲਵੇ ਦੀਆਂ ਨਦੀਆਂ ਦੀ ਗੱਲ ਕਰਦੇ ਨੇ, ਜਿਨ੍ਹਾਂ ਵਿੱਚੋਂ ਕਿਉਂਕਿ ਇਹ ਅਸੀਂ ਫਿਲਹਾਲ ਗੱਲ ਕਰ ਰਹੇ ਹਾਂ ਲਸਾੜੇ ਵਾਲੇ ਚੋਅ ਦੀ, ਜਾਂ ਜਿਹੜਾ ਇਹ ਕੇਂਦਰੀ ਜਿਹੜਾ ਇਹ ਚਮਕੌਰ ਸਾਹਿਬ ਤੋਂ ਬਠਿੰਡੇ ਨੂੰ ਜਾਂਦਾ, ਡੱਬ ਵਾਲੀ ਨੂੰ ਜਾਂਦਾ ਵੈਨ, ਉਹਦੀ ਗੱਲ ਕਰ ਰਹੇ ਹਾਂ, ਤੇ ਨਾਲ ਜੁੜੀ ਹੋਈ ਗੱਲ ਆ। ਤਾਂ ਮੈਂ ਉਹ ਦੱਸਦਾ ਕਿ ਮਾਲਵੇ ਦਾ ਇਤਿਹਾਸ ਜਿਹੜੀ ਉਹਨਾਂ ਦੀ ਕਿਤਾਬ ਆ ਸੰਤ ਵਿਸਾਖਾ ਸਿੰਘ ਦੀ, ਉਹ 3 ਹਿੱਸਿਆਂ 'ਚ ਛਪੀ ਹੋਈ ਆ। ਉਹਦੇ ਵਿੱਚ ਉਹ ਦੋ ਦਰਿਆਵਾਂ ਦਾ ਜ਼ਿਕਰ ਕਰਦੇ ਨੇ, ਇੱਕ ਕਣਕ ਵਾਹਿਨੀ ਆ ਤੇ ਇੱਕ ਭੱਡਲੀ ਆ। ਕਣਕ ਵਾਹਿਨੀ ਬਾਰੇ ਉਹ ਕਹਿੰਦੇ ਨੇ ਵੀ ਇਹ ਰਵਾਲਸਰ ਦੇ ਪਹਾੜਾਂ 'ਚੋਂ ਨਿਕਲਦਾ, ਤੇ ਇਹ ਅੱਗੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਕੋਲ ਭੱਡਲੀ ਦਰਿਆ ਦੇ ਨਾਲ ਮਿਲ ਜਾਂਦਾ, ਤੇ ਇਹ ਤੋਂ ਅੱਗੇ ਇਹ ਹੁੰਦਾ ਹੋਇਆ ਅੱਗੇ ਇਹ ਸਰਹੰਦ ਤੋਂ ਨਾਭਾ, ਨਹੀਂ ਉਹ ਕਹਿੰਦੇ ਨੇ ਕਿ ਸਰਹੰਦ ਤੋਂ ਅੱਗੇ ਇਹ ਦਮਦਮਾ ਸਾਹਿਬ ਤੇ ਪਥਰਾਲਾ, ਮਤਲਬ ਬਿਲਕੁਲ ਜਿੱਥੇ ਰਾਜਸਥਾਨ ਜਾਂ ਹਰਿਆਣਾ ਤੱਕ ਅੱਗੇ ਉਹ ਦੱਖਣ ਤੱਕ ਉਹ ਜਾਂਦਾ। ਕਣਕ ਵਾਹਿਨੀ ਜਿਹੜਾ ਦਰਿਆ, ਹੁਣ ਅੱਜ ਕੱਲ੍ਹ ਉਹ ਕੋਈ ਨਾਮ ਵਰਤਦਾ ਨਹੀਂ ਹੈਗਾ। ਕਣਕ ਵਾਹਿਨੀ ਮਤਲਬ ਕਿਸੇ ਨੂੰ ਪਤਾ ਨਹੀਂ ਹੋਣਾ ਹੈਗਾ ਕਿ ਇਸ ਤਰ੍ਹਾਂ ਦਾ ਵੀ ਕੋਈ ਹੁੰਦਾ ਸੀ, ਤੇ ਭੱਡਲੀ ਤੇ ਕਣਕ ਵਾਹਿਨੀ। ਪਰ ਤੁਸੀਂ ਅੱਜ ਵੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਸਰਹੰਦ ਦੇ ਵਿੱਚ, ਤੁਸੀਂ ਹੁਣ ਉਹ ਸਰਹੰਦ ਚੋਅ ਦੇ ਨਾਂ ਨਾਲ ਮਸ਼ਹੂਰ ਹੈ। ਸਰਹੰਦ ਦਾ ਜਿਹੜਾ ਚੋਅ ਦੇ ਪਿੱਛੇ ਉਹਨੂੰ ਪਛਾਣਨਾ ਉਸ ਵਹਿਣ ਨੂੰ ਬਹੁਤ ਔਖਾ ਹੈ, ਪਛਾਣਿਆ ਨਹੀਂ ਜਾ ਸਕਦਾ, ਪਰ ਉਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਆ ਕੇ ਜ਼ਰੂਰ ਤੁਸੀਂ ਉਹਨੂੰ ਪਛਾਣਦੇ ਹੋ। ਤੇ ਉਹਨਾਂ ਦੇ ਉਸ ਦਰਿਆ ਦੇ ਉੱਤੇ, ਜਾਂ ਹੁਣ ਤਾਂ ਉਹ ਚੋਈ ਹੈ ਇੱਕ ਛੋਟਾ ਹੀ ਆ, ਉਹਦੇ ਉੱਤੇ ਇੱਕ ਮੁਗਲ ਇਰਾ ਦਾ ਮੈਨੂੰ ਲੱਗਦਾ ਜਹਾਂਗੀਰ ਦੇ ਟਾਈਮ ਦਾ ਪੁਲ ਬਣਿਆ ਹੋਇਆ, ਜੋ ਅੱਜ ਵੀ ਮੌਜੂਦ ਆ, ਮਤਲਬ ਆਵਾਜਾਈ ਉਹਦੇ ਤੋਂ ਹੀ ਹੁੰਦੀ ਆ। ਸੋ ਉਹ ਇੱਕ ਸਬੂਤ ਦੇ ਤੌਰ ਤੇ ਵੀ ਮੌਜੂਦ ਹੈ। ਤੇ ਉਸ ਨਦੀ ਨੂੰ ਜਿਵੇਂ ਹੁਣ ਇੱਕ ਸੰਤ ਵਿਸਾਖਾ ਹੁਣ ਸਿੰਘ ਉਹਨਾਂ ਨੇ ਕਣਕ ਵਾਹਿਨੀ ਕਿਹਾ ਜਾਂ ਭੱਡਲੀ ਕਿਹਾ, ਹੁਣ ਅੱਜ ਮਾਡਰਨ ਟਾਈਮਸ ਦੇ ਵਿੱਚ ਸਾਡੇ ਸਮਿਆਂ ਦੇ ਵਿੱਚ ਉਹਨੂੰ ਸਰਹੰਦ ਚੋਅ ਕਿਹਾ ਜਾਂਦਾ। ਤੇ ਜਿਹੜਾ ਮੁਗਲਾਂ ਦੇ ਸਮੇਂ ਦੇ ਵਿੱਚ ਜਿਹੜੀ ਲਿਖਤ ਮਿਲਦੀ ਆ, ਉਹਦੇ ਵਿੱਚ ਉਹਨੂੰ ਹੰਸਲਾ ਨਦੀ ਕਿਹਾ ਗਿਆ। ਸੋ ਹੰਸਲਾ ਨਦੀ ਆ, ਜਿਵੇਂ ਉਹਦੇ ਆਲੇ ਦੁਆਲੇ ਪਿੰਡ ਵੀ ਨੇ, ਹੰਸਾਲੀ, ਹੰਸਾਲਾ, ਇਹ ਸਾਰੇ ਪਿੰਡ ਵੀ ਨੇ, ਤਾਂ ਉਹ ਹੰਸਲਾ ਨਦੀ ਦਾ ਹੀ ਨਾਮ ਆ ਜਿਹੜਾ ਉਹ ਮਤਲਬ ਬਾਅਦ 'ਚ ਬਦਲਦੇ ਹੋਏ ਹੁਣ ਉਹ, ਕਿਉਂਕਿ ਨਦੀਆਂ ਨੇ ਜਿਹੜੀਆਂ ਉਹ ਆਮ ਤੌਰ ਦੇ ਉੱਤੇ ਨਹੀਂ ਰਹੀਆਂ ਉੱਥੇ, ਮਤਲਬ ਚੋਆਂ ਦੇ ਰੂਪ ਦੇ ਵਿੱਚ ਹੀ ਨੇ, ਪਰ ਅਸੀਂ ਜੇ ਉਹਨਾਂ ਦਾ ਵਹਿਣ ਪਛਾਣਨਾ ਹੋਵੇ ਤਾਂ ਅਸੀਂ ਮਤਲਬ ਅਸੀਂ ਉਹਨਾਂ ਨੂੰ ਪਛਾਣ ਸਕਦੇ। ਜਿਹੜੇ ਇਹ ਵਹਿਣ ਬਦਲੇ ਨੇ, ਇੱਕ ਮੈਂ ਗੱਲ ਐਡ ਕਰਨੀ ਚਾਹੁੰਦਾ ਵੀ ਜਿਹੜੇ ਜਿਵੇਂ ਸਾਡੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਰੌਂ ਆਉਣ ਵਾਲੀ ਆ। ਰੌਂ ਦਾ ਮਤਲਬ ਤੁਸੀਂ ਸੁਣਿਆ ਹੋਵੇਗਾ ਕਿ ਬੰਦਾ ਬਹੁਤ ਰੌਂਜ ਆ, ਤਾਂ ਉਹ ਰੌਂ ਸ਼ਬਦ ਸ਼ਾਇਦ ਇੱਥੋਂ ਹੀ ਆਇਆ ਹੋਇਆ ਕਿ ਰੌਂ ਆਉਣੀ ਆ, ਮਤਲਬ ਕਿ ਦਰਿਆ ਦਾ ਪਾਣੀ ਆਉਣਾ, ਜਾਂ ਬਰਸਾਤ ਦੇ ਵਿੱਚ ਜਦੋਂ ਬਰਸਾਤ, ਤਾਂ ਇੱਕ ਰੌਂ ਆਉਣੀ ਆ। ਤੇ ਉਹਦੇ ਪੂਰੇ ਬਕਾਇਦਾ ਮਤਲਬ ਪਿੰਡ ਦੇ ਲੋਕਾਂ ਨੂੰ, ਜਿਹੜੇ ਉਹ ਸਿਆਣੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਰੌਂ ਕਿੱਥੋਂ ਹੋ ਕੇ ਕਿੱਥੇ ਜਾਣੀ ਆ, ਤੇ ਉਹ ਪਹਿਲਾਂ ਹੀ ਉਹਦੇ ਜਿਹੜੇ ਮਤਲਬ ਕੁੜੀਆਂ ਨੇ ਉਹ ਖੋਲਣ ਨੂੰ ਤਿਆਰ ਹੁੰਦੇ ਸੀ ਵੀ ਤਾਂ ਕਿ ਉਹਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ, ਤੇ ਜੋ ਵਹਿਣ ਆਵੇ ਉਹ ਬੇਸਿਕਲੀ ਉਹ ਰੌਆਂ ਨੇ ਜਿਹੜੀਆਂ ਉਹ ਪੁਰਾਣੇ ਵਹਿਣ ਹੀ ਨੇ, ਤੇ ਉਹ ਪਾਣੀ ਅੱਗੇ ਨਿਕਲ ਜਾਵੇ। ਪਰ ਜਦੋਂ ਜਿਵੇਂ ਸਾਡੇ ਕਿਹਾ ਜਾਂਦਾ ਹੈ ਕਿ ਕਿਸਾਨ ਨੂੰ ਇਹ ਪਤਾ ਹੁੰਦਾ ਸੀ ਕਿ ਮੇਰੀ ਆਹ 2 ਕਿੱਲੇ ਨੇ ਜ਼ਮੀਨ ਦੇ, ਤੇ ਇਹ ਮੇਰੇ ਮਤਲਬ ਖਰਾਬ ਹੋ ਸਕਦੇ ਨੇ ਕਿਉਂਕਿ ਰੌਂ ਨੇ ਇੱਥੋਂ ਲੰਘਣਾ, ਤਾਂ ਉਹ ਮੰਨ ਕੇ ਚੱਲਦਾ ਸੀ ਕਿ ਮੇਰੇ ਇੰਨੀ ਜ਼ਮੀਨ ਮੇਰੀ ਫਸਲ ਖਰਾਬ ਹੋ ਸਕਦੀ ਹੈ। ਪਰ ਜਦੋਂ ਰੇਲਵੇ ਲਾਈਨਾਂ ਬਣੀਆਂ, ਜਦੋਂ GT ਰੋਡ ਉੱਚੀ ਹੋਈ, ਨਹਿਰਾਂ ਬਣੀਆਂ ਤੇ ਸੂਏ ਉਹ ਹੋਏ, ਤਾਂ ਉਹ ਜਿਹੜੇ ਰੌਂ ਸੀ, ਜਿਵੇਂ ਰੇਲਵੇ ਲਾਈਨ ਦੇ ਹੇਠਾਂ ਅੱਜ ਵੀ ਮਤਲਬ ਪੁਲੀਆਂ ਬਣੀਆਂ ਹੋਣਗੀਆਂ, ਸਾਡੇ ਇਲਾਕੇ 'ਚ ਉਹਨੂੰ ਗੈਪ ਦੀ ਪੁਲੀ ਕਿਹਾ ਜਾਂਦਾ,
ਤੇ ਉਹ ਪੁਲੀਆਂ ਦੇ ਹੇਠਾਂ ਜੀ ਮਤਲਬ ਰਸਤਾ ਹੁੰਦਾ ਸੀ ਕਿ ਰੌ ਨੇ ਇੱਥੋਂ ਜੀ ਆਉਣਾ ਤੇ ਅੱਗੇ ਲੰਘ ਜਾਣਾ। ਪਰ ਉਹ ਹੁਣ ਮਤਲਬ ਸੜਕਾਂ ਉੱਚੀਆਂ ਹੋ ਗਈਆਂ ਜਾਂ ਸੂਏ ਆ ਗਏ, ਨਹਿਰਾਂ ਆ ਗਈਆਂ, ਕੱਸੀਆਂ ਨੇ ਤੇ ਰੇਲਵੇ ਲਾਈਨਾਂ ਨੇ। ਹੁਣ ਉਹ ਜਿਹੜੀ ਰੌ ਜੇ ਆਊਗੀ ਵੀ ਤਾਂ ਉਹ ਰੇਲਵੇ ਲਾਈਨ ਦੇ ਨਾਲ ਨਾਲ ਜਿਹੜੇ ਖਤਾਨ ਬਣੇ ਹੋਣਗੇ ਡੂੰਘੀ ਧਰਤੀ ਉੱਤੇ ਜੀ ਉਹ ਵਗਣਾ ਸਟਾਰਟ ਕਰ ਦਿੰਦੀ ਆ। ਸੋ ਉਹ ਜਿਹੜੇ ਹੁਣ ਉਹ ਰੌ ਨੇ ਜਾਂ ਜਿਹੜੇ ਵਹਿਣ ਨੇ ਉਹ ਪਛਾਣਨੇ ਔਖੇ ਹੋ ਗਏ ਨੇ। ਪਰ ਜਿਹੜੇ ਬਚੇ ਹੋਏ ਨੇ ਅਸੀਂ ਮਤਲਬ ਜਿਹੜੇ ਲੋਕ ਰਵਾਇਤਾਂ ਦੇ ਵਿੱਚ ਵੀ ਹੈਗੇ ਨੇ ਤੇ ਨਾਲ ਦੀ ਨਾਲ ਉਹ ਅੱਜ ਮੌਜੂਦ ਨੇ ਤੇ ਖੋਜਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਜਾਂ ਜਿਹੜੇ ਖੋਜ ਪੱਤਰ ਨੇ ਉਹਨਾਂ ਦੇ ਵਿੱਚ ਹੈਗੇ ਨੇ, ਉਹਨਾਂ ਦੇ ਬਾਰੇ ਅਸੀਂ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਇੱਕ ਜਿਹੜਾ ਹੁਣ ਇੱਕ ਮੈਂ ਵਹਿਣ ਦੀ ਤੁਹਾਨੂੰ ਦੱਸੀ ਗੱਲ ਹੈ, ਜਿਹੜਾ ਮਤਲਬ ਉਹ ਕਹਿੰਦੇ ਨੇ ਕਿ ਮਾਛੀਵਾੜੇ ਤੋਂ ਆ ਰਿਹਾ ਤੇ ਬਠਿੰਡੇ ਵੱਲ ਜਾ ਰਿਹਾ ਤੇ ਕੇਂਦਰੀ ਨਾਈਵਾਲ ਜਿਹਨੂੰ ਕਿਹਾ, ਨਾਲ ਉਹਨਾਂ ਦੇ ਦੋ ਪੂਰਬੀ ਨਾਈਵਾਲ ਤੇ ਪੱਛਮੀ ਨਾਈਵਾਲ ਧਾਰਾ ਨੇ, ਉਹ ਵੀ ਉਹਨਾਂ ਨੇ ਮਤਲਬ ਪਤਾ ਲੱਗਦੀਆਂ ਨੇ ਕਿ ਕਿਵੇਂ ਉਹ ਮਾਛੀਵਾੜੇ ਤੋਂ ਦੱਖਣ ਤੋਂ ਹੋ ਕੇ ਉਹ ਅਖਾੜਾ ਪਿੰਡ ਆ ਜਿਹੜਾ ਲੁਧਿਆਣੇ ਤੋਂ 20-22 ਮੀਲ ਹੇਠਾਂ ਨੂੰ ਆ, ਉੱਥੋਂ ਫਿਰ ਉਹ ਤਲਵੰਡੀ ਰਾਏ ਹੋ ਕੇ ਤੇ ਫਿਰ ਅੱਗੇ ਇਸ ਤੋਂ ਬਿਨਾਂ ਦੋ ਧਰਾਵਾਂ ਦੇ ਹੋਰ ਜ਼ਿਕਰ ਕਰਦੇ ਨੇ ਕਿ ਨਾਈਵਾਲ ਦੇ ਨਾਲ ਦਿਖਦੀਆਂ ਨੇ ਤੇ ਉਹ ਅੱਗੇ ਜਾ ਕੇ ਫਰੀਦਕੋਟ ਸਾਰੀਆਂ ਧਰਾਵਾਂ ਮਿਲਦੀਆਂ ਨੇ ਤੇ ਫਰੀਦਕੋਟ ਮੁਕਤਸਰ ਹੋ ਕੇ ਉਹ ਮਤਲਬ ਅੱਗੇ ਨਿਕਲਦੀਆਂ ਨੇ ਤੇ ਅੱਗੇ ਜਾ ਕੇ ਉਹ ਘੱਗਰ ਜਿਹੜਾ ਦਾ ਹਾਕੜਾ ਵਹਿਣ ਸੀ ਉਹਦੇ ਵਿੱਚ ਜਾ ਕੇ ਉਹ ਪੈਂਦੀਆਂ ਸੀ, ਕਿਉਂਕਿ ਉਹ ਘੱਗਰ ਹਾਕੜਾ ਸਤਲੁਜ ਦਾ ਹੀ ਵਹਿਣ ਸੀ, ਇਸ ਕਰਕੇ ਉਹ ਉੱਥੇ ਹੀ ਜਾ ਕੇ ਗਿਰਦੀਆਂ ਸੀ। ਤੇ ਇੱਕ 1853 ਦਾ ਨਕਸ਼ਾ ਤੇ 1873 ਵਾਲਾ, ਉਹਦੇ ਵਿੱਚ ਤੁਸੀਂ ਚਮਕੌਰ ਸਾਹਿਬ ਤੋਂ ਲੈ ਕੇ ਪਟਨੇਰ ਤੱਕ, ਪਟਨੇਰ ਜਿਹਨੂੰ ਹੁਣ ਅਸੀਂ ਹਨੂਮਾਨਗੜ੍ਹ ਕਹਿੰਦੇ ਹਾਂ, ਉੱਥੇ ਤੱਕ ਬਕਾਇਦਾ ਮਤਲਬ ਇੱਕ ਤੁਸੀਂ ਉਹ ਸਾਰੇ ਵਹਿਣ ਦੇਖਦੇ ਹੋ। ਤੇ ਇਸ ਤੋਂ ਬਿਨਾਂ ਨਾ ਕਈ ਵਹਿਣ ਨੇ ਜਿਨ੍ਹਾਂ ਦਾ ਮੈਂ ਮਤਲਬ ਤੁਹਾਨੂੰ ਦੱਸਦਾ ਕਿ ਕਿਹੜੇ ਉਹ ਵਹਿਣ ਨੇ, ਕਿਉਂਕਿ ਕਾਫੀ ਨੇ ਇਸ ਕਰਕੇ ਥੋੜਾ ਜਿਹਾ ਪੜ੍ਹ ਲੈਣ ਦਿਓ। ਜਿਵੇਂ ਮੈਂ ਨਾਈਵਾਲ ਦੀ ਗੱਲ ਕੀਤੀ ਆ ਤੇ ਨਾਈਵਾਲ ਤੋਂ ਬਿਨਾਂ ਤੇ ਨਾਈਵਾਲ ਜਿਹੜਾ ਆਪਾਂ ਜ਼ਿਕਰ ਕਰਦੇ ਹਾਂ ਉਸ ਤੋਂ ਬਿਨਾਂ ਸਰਹੰਦ ਤੋਂ ਬੋਹਰ ਦੇ ਵਿੱਚ ਮਤਲਬ ਬਹੁਤ ਸਾਰੀਆਂ ਧਰਾਵਾਂ ਸੀ। ਜਿਹੜੀ ਈਸਟਰਨ ਮੋਸਟ ਜਿਹੜੀ ਮਤਲਬ ਧੁਰ ਪੂਰਬ ਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਹੈਗੀ ਆ ਧਾਰਾ, ਉਹ ਜਿਹੜੀ ਚਮਕੌਰ ਸਾਹਿਬ ਤੋਂ ਹੋ ਕੇ ਲਠੇੜੀ ਸਰਹੰਦ ਤੋਂ ਅੱਗੇ ਉਹ ਪਟਿਆਲੇ ਨੂੰ ਨਿਕਲਦੀ ਸੀ। ਉਹਨੂੰ ਮਤਲਬ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਉਹ ਪਟਿਆਲੇ ਵਾਲੀ ਨਦੀ ਵੀ ਕਿਹਾ ਜਾਂਦਾ ਤੇ ਪਰ ਉਹ ਜਿਹੜਾ ਉਹਦਾ ਕੇਂਦਰੀ ਹਿੱਸਾ ਹੈ ਜਾਂ ਹੇਠਲਾ ਹਿੱਸਾ ਹੈ ਜਿਹੜਾ, ਕਿਉਂਕਿ ਉੱਪਰ ਤਾਂ ਉਹ ਪਛਾਣਨਾ ਕਿ ਉਹ ਕਿਸ ਪਾਸਿਓਂ ਆ ਰਹੀ ਸੀ ਥੋੜਾ ਜਿਹਾ ਹੁਣ ਔਖਾ ਹੋ ਗਿਆ, ਪਰ ਉਹ ਤੁਸੀਂ ਪਛਾਣ ਸਕਦੇ ਹੋ ਜਿਹੜੀ ਪਟਿਆਲੇ ਤੋਂ ਹੋ ਕੇ ਫਿਰ ਸ਼ਤਰਾਣਾ ਸਾਗਰ ਅੱਗੇ ਜਾ ਕੇ ਉਹ ਘੱਗਰ ਦੇ ਵਿੱਚ ਮਿਲਦੀ ਆ। ਤੇ ਇਹੀ ਉਹ ਜਗ੍ਹਾ ਸੀ ਜਿੱਥੇ ਜੀ ਮਤਲਬ ਸਤਲੁਜ ਦਾ ਜਿਹੜਾ ਜਿਹਨੂੰ ਅਸੀਂ ਪੈਲੀਓ ਚੈਨਲ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਪੈਲੀਓ ਚੈਨਲ ਉਹ ਹੁੰਦਾ ਹੈ ਕਿ ਜਿਹੜੀ ਕਿਸੇ ਸਰਗਰਮ ਜਿਹੜਾ ਦਰਿਆ ਸੀ ਜਿਹੜਾ ਉੱਥੋਂ ਵਹਿਣ ਬਦਲ ਗਿਆ, ਉਹਦੀ ਕੋਈ ਬਚੀ ਖੁਚੀ ਧਾਰਾ ਹੋਵੇ ਜਾਂ ਉਹ ਕੋਈ ਧਾਰਾ ਜਾਂ ਕੁਛ ਗਾਦ ਦੇ ਰੂਪ ਦੇ ਵਿੱਚ ਮੌਜੂਦ ਹੋਵੇ, ਗਾਰੇ ਦੇ ਰੂਪ 'ਚ, ਜਾਂ ਫਿਰ ਉੱਥੋਂ ਉਹ ਬਿਲਕੁਲ ਸੁੱਕ ਚੁੱਕੀ ਹੋਵੇ ਪਰ ਤੁਸੀਂ ਉਹਨੂੰ ਪਛਾਣ ਸਕਦੇ ਹੋ ਕਿ ਇੱਥੇ ਕੋਈ ਕੁਛ ਹੈ, ਉਹਨੂੰ ਅਸੀਂ ਪੈਲੀਓ ਚੈਨਲ ਕਹਿੰਦੇ ਹਾਂ। ਇਹ ਸਾਰੇ ਪੈਲੀਓ ਚੈਨਲ ਨੇ ਜਿਹੜੇ ਇਹ ਕਿਉਂਕਿ ਰਿਮੋਟ ਸੈਂਸਿੰਗ ਜਿਹੜੇ ਸੈਂਟਰ ਨੇ ਉਹਨਾਂ ਤੋਂ ਜਾਂ ਮਤਲਬ ਜਿਹੜੀ ਸੈਟੇਲਾਈਟ ਇਮੇਜਰੀ ਆ ਉਹਨਾਂ ਦੇ ਰਾਹੀਂ ਇਹ ਪਛਾਣੇ ਗਏ ਨੇ। ਸੋ ਜਿਹੜੀ ਉਹ ਸਰਹੰਦ ਪਟਿਆਲਾ ਤੇ ਅੱਗੇ ਸ਼ੁਕਰਾਣੇ ਤੱਕ ਜਾਂਦੀ ਆ, ਜਿਹਨੂੰ ਅੱਜ ਕੱਲ੍ਹ ਅਸੀਂ ਪਟਿਆਲੇ ਵਾਲੀ ਨਦੀ ਕਹਿੰਦੇ ਹਾਂ, ਤੇ ਇਹ ਸਤਲੁਜ ਦਾ ਵਹਿਣ ਸੀ ਜਦੋਂ ਉਹ ਮਤਲਬ 8000 ਸਾਲ ਪਹਿਲਾਂ ਜਦੋਂ ਇਸ ਵਹਿਣ ਤੋਂ ਵਹਿੰਦਾ ਹੋਊਗਾ ਤਾਂ ਇਹਨੂੰ ਉਹਨਾਂ ਨੇ ਖੋਜੀਆਂ ਨੇ ਇਹ ਪਟਿਆਲੇ ਵਾਲੀ ਨਦੀ ਨੂੰ ਦੇ ਕੇਂਦਰੀ ਤੇ ਹੇਠਲੇ ਹਿੱਸੇ ਨੂੰ ਪਛਾਣਿਆ। ਇਸ ਤੋਂ ਬਿਨਾਂ ਸਤਲੁਜ ਦਾ ਇੱਕ ਹੋਰ ਵਹਿਣ ਸੀ ਜਿਹੜਾ ਚਮਕੌਰ ਸਾਹਿਬ, ਖੰਨਾ ਤੇ ਬਰਨਾਲੇ, ਜਿਹੜਾ ਇਹ ਮੈਨੂੰ ਲੱਗਦਾ ਕਿ ਇਹ ਦੋ ਧਾਰਾਵਾਂ ਨੇ। ਇੱਕ ਤਾਂ ਮੈਂ ਤੁਹਾਨੂੰ ਦੱਸਤਾ ਕਿ ਜਿਹਨੂੰ ਲਸਾੜਾ ਚੋ ਕਿਹਾ ਜਾਂਦਾ ਅੱਜ ਕੱਲ੍ਹ, ਇੱਕ ਧਾਰਾ ਹੋਰ ਜਿਵੇਂ ਸਾਡੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਕਿ ਚਮਕੌਰ ਸਾਹਿਬ ਸੰਘੋਲ ਤੋਂ ਉੱਚਾ ਪਿੰਡ ਖੇੜੀ ਤੋਂ ਖੰਨੇ ਤੋਂ ਉਹ ਡੈੜੂ ਜੀਡੀ ਰੋਡ ਦੇ ਕੋਲ ਜੀ ਹੁੰਦੀ ਹੋਈ ਪੈਲ ਦੇ ਹੇਠੋਂ ਉਹ ਰੋਹੀੜਾ ਤੇ ਗਹਿਦੂਰ ਤੱਕ ਵੀ ਜਾਂਦੀ ਸੀ। ਇੱਕ ਉਹ ਧਾਰਾ। ਦੂਜੀ ਧਾਰਾ ਜਿਹੜੀ ਮੰਨੀ ਜਾਂਦੀ ਆ ਉਹ ਚਮਕੌਰ ਸਾਹਿਬ, ਖੰਨਾ, ਬਰਨਾਲਾ ਤੇ ਡੱਬ ਵਾਲੀ ਆ, ਮੈਨੂੰ ਲੱਗਦਾ ਜਿਹੜੀ ਇਹ ਲਸਾੜੇ ਵਾਲਾ ਚੋਗਾ। ਤੇ ਉਸ ਤੋਂ ਬਿਨਾਂ ਬਰਨਾਲੇ ਤੋਂ ਹੀ ਇੱਕ ਧਾਰਾ ਹੋਰ ਵੱਖਰੀ ਹੁੰਦੀ ਸੀ ਸਤਲੁਜ ਦੀ, ਜਿਹੜੀ ਬਰਨਾਲੇ ਤੋਂ ਬਠਿੰਡੇ, ਗੰਗਾਨਗਰ ਤੇ ਪਦਮਪੁਰ ਤੱਕ ਜਾਂਦੀ ਸੀ।
ਤੇ ਉਹ ਵੀ ਘੱਗਰ ਜਾਂ ਸਤਲੁਜ ਦੇ ਜਿਹੜੀ ਘੱਗਰ ਹਾਕੜਾ ਦੇ ਵਿੱਚ ਹੀ ਡਿੱਗਦੀ ਹੋਊਗੀ। ਤੇ ਇਸ ਤੋਂ ਬਿਨਾਂ ਜਿਹੜੇ ਹੋਰ ਕੁਝ ਵਹਿਣ ਨੇ ਜਿਹੜੇ ਪਛਾਣੇ ਗਏ ਨੇ, ਉਹਨਾਂ ਦੇ ਵਿੱਚ ਹਾਂਜੀ, ਹੋਰ ਜਿਹੜੇ ਵਹਿਣਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਪਛਾਣੇ ਗਏ ਨੇ ਉਹ ਰਾਏਕੋਟ, ਕਿਸ਼ਨਗੜ੍ਹ ਤੇ ਅਬੋਹਰ ਤੱਕ। ਜਿਹੜਾ ਅਬੋਹਰ ਦਾ ਕਿਲ੍ਹਾ ਹੁੰਦਾ ਸੀ, ਹੁਣ ਤਾਂ ਮਤਲਬ ਹੁਣ ਤਾਂ ਉੱਥੇ ਦੀ ਕੋਈ ਧਾਰਾ ਲੰਘਦੀ ਨਹੀਂ ਹੈਗੀ, ਪਰ ਇਹ ਰਾਏਕੋਟ, ਕਿਸ਼ਨਗੜ੍ਹ ਹੋ ਕੇ ਤੇ ਅਬੋਹਰ ਤੱਕ ਇਹ ਪਹੁੰਚਦੀ ਸੀ। ਤੇ ਉਹ ਤੋਂ ਬਿਨਾਂ ਲੁਧਿਆਣਾ, ਜਗਰਾਓਂ, ਮੋਗਾ, ਮੁਕਤਸਰ ਇਹ ਵਹਿਣ ਇੱਕ ਰਿਹਾ। ਤੇ ਅਮਲਕਾਰ ਜਿਨ੍ਹਾਂ ਨੇ 1970-80 ਦੇ ਵਿੱਚ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੈਟੇਲਾਈਟ ਇਮੇਜਰੀ ਰਾਹੀਂ ਉਹ ਕੀਤੀਆਂ ਨੇ, ਮਤਲਬ ਉਹਨਾਂ ਦੇ ਵਹਿਣਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ ਨੇ, ਅਮਲਕਾਰ, ਵਿਮਲ ਘੋਸ਼, ਇਹ ਸਾਰੇ ਬੰਦਿਆਂ ਨੇ। ਉਹਨਾਂ ਨੇ ਇਹ ਲਿਖਿਆ ਹੈ ਕਿ ਜਦੋਂ ਸਤਲੁਜ ਅਚਾਨਕ ਉੱਥੋਂ ਰੋਪੜ ਤੋਂ ਪੱਛਮ ਵੱਲ ਨੂੰ ਵਗਣ ਲੱਗਿਆ ਤਾਂ ਇੱਕ ਨਵੀਂ ਧਾਰਾ ਖੁੱਲ੍ਹ ਗਈ ਜਿਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ। ਤੇ ਹੁਣ ਵੀ ਬੁੱਢਾ ਦਰਿਆ ਹੈਗਾ, ਪਰ ਜਿੱਥੇ ਹੁਣ ਬੁੱਢਾ ਦਰਿਆ ਉੱਥੇ ਕਦੇ ਸਤਲੁਜ ਹੁੰਦਾ ਸੀ। ਤਾਂ ਉਹ ਇੱਕ ਧਾਰਾ ਨਵੀਂ ਖੁੱਲ੍ਹ ਗਈ ਤੇ ਉਹ ਧਾਰਾ ਜਿਹੜੀ ਸੀ ਉਹੀ ਚਮਕੌਰ ਸਾਹਿਬ ਤੋਂ ਜਿਹੜਾ ਬਰਨਾਲੇ ਵਾਲੇ ਦੀ ਉਹ ਗੱਲ ਕਰਦੇ ਨੇ। ਪਰ ਨਾਲ ਦੀ ਨਾਲ ਜਦੋਂ ਮਤਲਬ ਕਿਉਂਕਿ ਸਤਲੁਜ ਲਗਾਤਾਰ ਵਹਿਣ ਬਦਲਦਾ ਸੀ ਤਾਂ ਇਹ ਜਿਹੜਾ ਇਹ ਧਰਮਕੋਟ, ਮੁਦਕੀ, ਫਰੀਦਕੋਟ, ਭਾਂਗੇ ਵਾਲਾ ਉਹਦਾ ਇੱਕ ਵਹਿਣ ਰਿਹਾ। ਦੂਜਾ ਵਹਿਣ ਜੀਰਾ, ਗੋਲੇ ਵਾਲਾ, ਰੱਤੇ ਵਾਲਾ ਇਹ ਇੱਕ ਵਹਿਣ ਸੀ। ਤੇ ਇੱਕ ਫਾਜ਼ਿਲਕਾ ਤੋਂ ਫਿਰ ਬਹਾਵਲਪੁਰ ਹੁੰਦੇ ਹੋਏ ਜਦੋਂ ਇੱਕ ਵਹਿਣ ਉਹਦਾ ਉਹ ਸੀ। ਪਰ ਹੌਲੀ ਹੌਲੀ ਫਿਰ ਉਹਨੇ ਉਹ ਵਹਿਣ ਵੀ ਛੱਡ ਤੇ ਹੌਲੀ ਹੌਲੀ ਉਹ ਬੁੱਢਾ ਦਰਿਆ ਦਾ ਵਾਲਾ ਵੀ ਵਹਿਣ ਛੱਡ ਗਿਆ ਤੇ ਮਤਲਬ ਜਿੱਥੇ ਹੁਣ ਉਹ ਵਹਿ ਰਿਹਾ ਉੱਥੇ ਪਹੁੰਚ ਚੁੱਕਿਆ ਸਤਲੁਜ। ਤੇ ਇੱਕ ਜੇ ਤੁਸੀਂ ਨਕਸ਼ੇ ਦੇਖੋ ਤਾਂ ਤੁਹਾਨੂੰ ਜਿਹੜੀਆਂ ਇਹ ਧਾਰਾਵਾਂ ਨੇ ਸਤਲੁਜ ਦਾ ਮੇਨ ਕੋਰਸ ਦੇ ਨਾਲ ਨਾਲ ਤੁਹਾਡੇ ਉੱਪਰ ਜੀ ਕੋਈ ਧਾਰਾ ਜਾਂਦੀ ਹੋਈ ਵੀ ਸਤਲੁਜ ਦੇ ਦਿਖਾਈ ਉਹ ਨਕਸ਼ਿਆਂ 'ਚ ਦਿਖਾਈ ਦਿੰਦੀ ਆ, ਜਿਨ੍ਹਾਂ 'ਚੋਂ ਇੱਕ ਕਿਹਾ ਜਾਂਦਾ ਹੈ ਕਿ ਜਦੋਂ ਸ਼ਿਵਾਲਿਕ ਦੇ ਨੇੜੇ ਵਗਦਾ ਸੀ ਸਤਲੁਜ ਤਾਂ ਉਹ ਨਵਾਂ ਸ਼ਹਿਰ ਦੇ ਨੇੜਿਓਂ ਤੇ ਆਪਣੇ ਫਗਵਾੜਾ, ਨਕੋਦਰ ਤੇ ਗਿੱਦੜ ਪਿੰਡ ਅੱਗੇ ਜਾ ਕੇ ਉੱਥੇ ਵੀ ਧਾਰਾ ਸੀ ਜਿਹੜੀ ਚਿੱਟੀ ਵੇਈ, ਦੋ ਵੇਈਆਂ ਨੇ ਪੰਜਾਬ ਦੀਆਂ, ਕਾਲੀ ਵੇਈ ਤੇ ਚਿੱਟੀ ਵੇਈ। ਸੋ ਚਿੱਟੀ ਵੇਈ ਦੀ ਜਿਹੜੀ ਧਾਰਾ ਹੈਗੀ ਆ ਉਹਦੇ ਨਾਲ ਉਹ ਸਤਲੁਜ ਦੀ ਧਾਰਾ ਸੀ ਜਿਹੜੀ ਗਿੱਦੜ ਪਿੰਡੀ ਤੱਕ ਜਾਂਦੀ ਸੀ। ਪਿੱਛੇ ਜੇ 2015 ਜਦੋਂ ਹੜ੍ਹ ਆਏ ਨੇ ਤਾਂ ਇੱਕ ਮੈਂ ਵੀਡੀਓ ਦੇਖਿਆ ਸੀ ਕਿ ਸੰਤ ਸੀਚੇਵਾਲ ਉਹ ਵੀਡੀਓ ਦੇ ਵਿੱਚ ਬੋਲ ਰਹੇ ਸੀ। ਉਹਨਾਂ ਨੇ ਕਿਹਾ ਕਿ ਗਿੱਦੜ ਪਿੰਡੀ ਦੇ ਵਿੱਚ ਪਾਣੀ ਉਸ ਜਿੱਥੋਂ ਸਤਲੁਜ ਪਹਿਲਾਂ ਕਦੇ ਵਗਦਾ ਹੁੰਦਾ ਸੀ ਹੁਣ ਉੱਥੇ ਵਗਣ ਲੱਗ ਗਿਆ। ਮਤਲਬ ਸਤਲੁਜ ਉਹ ਵਹਿਣ ਆ ਜਿਹੜਾ ਉਹ ਅੱਗੇ ਪਿੱਛੇ ਆਪਣਾ ਕਰਦਾ ਰਹਿੰਦਾ ਹੈ। ਤੇ ਇਸ ਤੋਂ ਬਿਨਾਂ ਜਿਹੜੀ ਕਿਉਂਕਿ ਪਹਿਲਾਂ ਇਹਨਾਂ ਸਾਰੀਆਂ ਧਾਰਾਵਾਂ ਦੇ ਰਾਹੀਂ ਘੱਗੜ ਹਾਕੜਾ ਜਿਹੜਾ ਵਹਿਣ ਸੀ ਉਹਨੂੰ ਮੈਂ ਇਹ ਸਾਰਾ ਕੁਝ ਤਾਂ ਕਰਕੇ ਦੱਸ ਰਿਹਾ ਕਿਉਂਕਿ ਇਹ ਜਿਹੜਾ ਮਤਲਬ ਜਦੋਂ ਅਸੀਂ ਆਰਕੀਓਲੋਜੀ ਦੀ ਗੱਲ ਕਰਨੀ ਹੈ ਇਸ ਖਿੱਤੇ ਦੀ ਤਾਂ ਇਹ ਅਹਿਮ ਜਿਹੜੇ ਰੈਫਰੈਂਸ ਨੇ ਉਹਦੇ ਲਈ। ਸੋ ਜਦੋਂ ਸਤਲੁਜ ਦੇ ਬਹੁਤ ਸਾਰੀਆਂ ਜਿਹੜੀਆਂ ਧਾਰਾਵਾਂ ਸੀ ਉਹ ਘੱਗਰ ਹਾਕੜਾ ਦੇ ਵਿੱਚ ਪੈਂਦੀਆਂ ਸੀ ਕਿਉਂਕਿ ਉਹ ਘੱਗਰ ਹਾਕੜਾ ਸਤਲੁਜ ਦਾ ਹੀ ਵਹਿਣ ਸੀ। ਤੇ ਉਹ ਤੋਂ ਬਾਅਦ ਫਿਰ ਜੇ ਉਹਦੇ ਵਿੱਚ ਹੜ੍ਹ ਆ ਗਿਆ ਸਤਲੁਜ ਦਾ ਤਾਂ ਉਹਨੂੰ ਪਾਣੀ ਮਤਲਬ ਉਸ ਧਾਰਾ ਨੂੰ ਮਿਲਦਾ ਸੀ ਤੇ ਇਹ ਸਿੰਧ ਤੱਕ ਜਿਵੇਂ ਸ਼ਹਿਰ ਨੇ ਦੀਨਾਗੜ੍ਹ, ਦੇਰਾਵੜ ਤੇ ਗਨਵੇਰੀ ਵਾਲਾ ਇੱਥੋਂ ਤੱਕ ਮਤਲਬ ਉਹਨੂੰ ਪਾਣੀ ਸੀ ਜਿਹੜਾ ਹੜ੍ਹ ਦਾ ਪਾਣੀ ਜੇ ਸਤਲੁਜ ਚ ਆਉਂਦਾ ਸੀ ਤਾਂ ਧਾਰਾ ਦੇ ਵਿੱਚ ਉੱਥੇ ਜਾਂਦਾ ਸੀ। ਤੇ ਹੋਰ ਜਦੋਂ ਦੱਖਣ ਦੇ ਵਿੱਚ ਜਿਹੜੀ ਧਾਰਾ ਸੀ ਘੱਗਰ ਹਾਕੜਾ, ਨਾਰਾ ਅੱਗੇ ਜਾ ਕੇ ਸਿੰਧ ਦੇ ਵਿੱਚ ਹੋ ਜਾਂਦਾ। ਉੱਥੋਂ ਮਤਲਬ ਜਦੋਂ ਪੰਜੇ ਪੰਜਾਬ ਦੇ ਦਰਿਆ ਮਿਲ ਜਾਂਦੇ ਨੇ, ਪੰਚਨਦ ਰਿਵਰ ਜਿਹੜਾ ਬਣਦਾ ਉਹਦੇ ਵਿੱਚੋਂ ਸਪੈਲ ਜਿਹੜਾ ਹੁੰਦਾ ਸੀ ਪਾਣੀ ਉਹ ਉਸ ਧਾਰਾ ਨੂੰ ਮਤਲਬ ਉੱਥੇ ਤੱਕ ਉਹਨੂੰ ਸਿੰਜਦਾ ਸੀ। ਇਹ ਜਿਹੜਾ ਮਤਲਬ ਇਹ ਸਾਰੀਆਂ ਧਾਰਾਵਾਂ ਦੀ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਲੋਕ ਰਵਾਇਤਾਂ ਦੇ ਵਿੱਚ ਅਸੀਂ ਇਹ ਸਾਰੀਆਂ ਧਾਰਾਵਾਂ ਦੇਖਦੇ ਸੀ, ਪਰ ਨਵੀਆਂ ਖੋਜਾਂ ਨੇ ਜਾਂ ਮਤਲਬ ਜਿਹੜੇ ਸਾਡੇ ਵਿਗਿਆਨੀ ਨੇ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਧਾਰਾਵਾਂ ਨੇ ਉਹ ਬਿਲਕੁਲ ਉਹਨਾਂ ਦੀ ਤਸਦੀਕ ਕੀਤੀ ਆ। ਜਿਹੜੀਆਂ ਮਤਲਬ ਅਸੀਂ ਲੋਕ ਰਵਾਇਤਾਂ ਨੂੰ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਹੋ ਸਕਦਾ ਉਹਨਾਂ 'ਚ ਕੋਈ ਝੂਠ ਹੋਵੇ। ਤੀਜੀ ਜਿਹੜੀ ਅਸੀਂ ਦੋ ਗੱਲਾਂ ਕੀਤੀਆਂ ਨੇ ਜਿਹੜੀਆਂ ਲੋਕ ਰਵਾਇਤਾਂ ਦੇ ਵਿੱਚ ਦਰਿਆ ਨੇ ਉਹ ਕਿਸ ਤਰ੍ਹਾਂ ਨੇ, 19ਵੀਂ ਸਦੀ ਤੇ 20ਵੀਂ ਸਦੀ ਦੇ ਜਿਹੜੇ ਖੋਜੀਆਂ ਨੇ ਜਿਹੜੇ ਅੰਦਾਜ਼ੇ ਲਾਏ ਨੇ ਜਾਂ ਜਿਹੜੇ ਨਕਸ਼ੇ ਨੇ ਜਾਂ
ਜਿਹੜੇ ਵੀ ਵਹਿਣਾਂ ਦੀ ਤਸਦੀਕ ਹੋਈ ਹੈ ਉਹਦੇ ਬਾਰੇ ਅਸੀਂ ਗੱਲ ਕੀਤੀ। 150 ਸਾਲ ਪਹਿਲਾਂ ਮਤਲਬ ਕੋਈ ਹਾਕੜਾ ਜਾਂ ਸਰਸਵਤੀ ਇਹਦਾ ਕੋਈ ਨਾਮ ਨਹੀਂ ਸੀ ਲੈਂਦਾ ਹੁੰਦਾ, ਕੋਈ ਹੈ ਨਹੀਂ ਸੀ। ਪਰ ਜਦੋਂ ਗੋਰੇ ਇੱਥੇ ਆਏ ਨੇ ਤੇ ਉਹਨਾਂ ਦਾ ਇੰਟਰਸਟ ਸੀ, ਜਿਹੜੀ ਦਿਲਚਸਪੀ ਸੀ, ਉਹ ਜਦੋਂ ਉਹਨਾਂ ਨੂੰ ਰਿਗਵੇਦ ਮਿਲਿਆ, ਜਦੋਂ ਉਹਨਾਂ ਨੂੰ ਹੋਰ ਆਰੀਆ ਗ੍ਰੰਥ ਮਿਲੇ, ਤਾਂ ਉਹਨਾਂ ਨੇ ਮਤਲਬ ਜਿੰਨਾ ਉਹਨਾਂ ਨੇ ਅਬਸੈਸ਼ਨ ਦਿਖਾਇਆ ਉਸ ਚੀਜ਼ ਦੇ ਲਈ, ਤੇ ਉਹਨਾਂ ਨੇ ਮਤਲਬ ਉਹਨਾਂ ਥਾਵਾਂ ਨੂੰ ਵੀ ਖੋਜਣਾ ਸ਼ੁਰੂ ਕੀਤਾ, ਜਿਨ੍ਹਾਂ ਚੋਂ ਇੱਕ ਸਰਸਵਤੀ ਸੀ ਦਰਿਆ, ਜਿਹੜਾ ਰਿਗਵੇਦ ਦੇ ਵਿੱਚ ਉਹਦਾ ਜ਼ਿਕਰ ਆਉਂਦਾ। ਉਹ ਫਿਰ ਉਹਨਾਂ ਨੇ ਨਾ ਆਰਟੀਕਲ ਜਾਂ ਆਪਣੇ ਲਿਖਤਾਂ ਲਿਖੀਆਂ ਨੇ ਇਹ ਸਿੱਧ ਕਰਨ ਲਈ ਕਿ ਸਰਸਵਤੀ ਨਾਂ ਦਾ ਕੋਈ ਦਰਿਆ ਸੀ ਜਿਹੜਾ ਘੱਗਰ ਹਾਕਰਾ ਧਾਰਾ ਦੇ ਰਾਹੀਂ ਜਾਂਦਾ ਸੀ। ਉਹਨਾਂ ਦੀ ਆਖਰੀ ਮਤਲਬ ਉਹਨਾਂ ਨੇ ਇਹ ਸਿੱਧ ਕਰਨ ਲਈ ਕਾਫੀ ਜ਼ੋਰ ਲਾਇਆ। ਪਰ ਉਹ ਤੋਂ ਪਹਿਲਾਂ ਉਹ ਆਉਣ ਤੋਂ ਪਹਿਲਾਂ ਮੈਂ ਜਿਹੜੀ ਤੀਜਾ ਜਿਹੜਾ ਨੁਕਤਾ ਮੈਂ ਕਿਹਾ ਸੀ ਉਹ ਇਹ ਹੈ ਕਿ ਜਦੋਂ ਮੁਲਕ ਦੀ ਤਕਸੀਮ ਹੁੰਦੀ ਹੈ, ਮੁਲਕ ਦੀ ਤਕਸੀਮ ਹੋਣ ਤੋਂ ਬਾਅਦ ਜਦੋਂ ਜਿਹੜੇ ਸਿੰਧੂ ਤਹਿਜ਼ੀਬ ਦੇ ਜਾਂ ਹੜੱਪਾ ਤਹਿਜ਼ੀਬ ਦੇ ਵੱਡੇ ਕੇਂਦਰ ਨੇ, ਮੋਹਨਜੋਦੜੋ, ਹੜੱਪਾ, ਇਹ ਸਾਰੇ ਸਾਡੇ ਉਸ ਹੱਦ ਤੋਂ ਉਸ ਪਾਰ ਰਹਿ ਗਏ ਨੇ। ਤੇ ਹੁਣ ਇੱਥੇ ਨਵੀਂ ਮਤਲਬ ਮੁਲਕ ਸੀ ਤੇ ਉਹਨਾਂ ਨੇ ਆਪਣੀ ਖੋਜ ਨਵੇਂ ਆਪਣੇ ਵੀ ਉਹਨਾਂ ਨੇ ਇੱਕ ਦੇਖਣਾ ਸੀ ਵੀ ਇੱਥੇ ਕਿਹੜੇ ਹੋਰ ਸ਼ਹਿਰ ਮਿਲਦੇ ਨੇ। ਤਾਂ ਜਿਹੜੀ ਆਰਕੀਓਲੋਜੀ ਮਤਲਬ ਜਿਵੇਂ ਖੁਦਾਈ ਸ਼ੁਰੂ ਹੋਈ, ਇੱਥੇ ਖੋਜਾਂ ਸ਼ੁਰੂ ਹੋਈਆਂ। ਜਿਵੇਂ ਆਰਕੀਓਲੋਜੀ ਦੇ ਬਾਰੇ ਮਤਲਬ ਆਰਕੀਓਲੋਜੀ ਆ ਜਿਹੜੀ, ਜਾਂ ਤੁਸੀਂ ਠੀਕ ਹੋ ਜਾਓ, ਇੱਕ ਤਰ੍ਹਾਂ ਦੀ ਲਗਜ਼ਰੀ ਆ। ਉਹ ਤੁਸੀਂ ਜਿਹੜੀ ਇਤਿਹਾਸ ਆ, ਕਵਿਤਾ ਹੈ, ਜਾਂ ਕੋਈ ਵੀ ਹੋਰ ਪੱਤਰਕਾਰੀ ਆ, ਉਹ ਤੁਸੀਂ ਅਵਾਮੀ ਨੁਕਤੇ ਤੋਂ ਜਾਂ ਅਵਾਮੀ ਖੋਜੀ ਸਾਡੇ ਕੋਲ ਹੋ ਸਕਦੇ ਨੇ, ਉਹਦੇ ਲਈ ਉਹ ਲਿਖ ਸਕਦੇ ਨੇ। ਪਰ ਆਰਕੀਓਲੋਜੀ ਆ ਜਿਹੜੀ, ਉਹ ਮਹਿੰਗਾ ਕੰਮ ਹੈ, ਲੰਬੇ ਸਮੇਂ ਦਾ ਕੰਮ ਹੈ, ਤੇ ਉਹ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਹੋ ਸਕਦਾ ਹੈਗਾ। ਇਸ ਕਰਕੇ ਜਦੋਂ ਤੁਸੀਂ ਸਰਕਾਰੀ ਸਰਪ੍ਰਸਤੀ ਦੇ ਨਾਲ ਉਹ ਕੰਮ ਕਰੋਗੇ ਤਾਂ ਸਰਕਾਰ ਤੁਹਾਡੇ ਉੱਤੇ ਕੁਝ ਦਬਾਅ ਵੀ ਪਾ ਸਕਦੀ ਆ, ਕਿਉਂਕਿ ਉਹ ਤੁਸੀਂ ਇੰਡੀਵਿਜੂਅਲ ਜਾਂ ਨਿੱਜੀ ਤੌਰ ਤੇ ਬੰਦਾ ਉਹ ਕੰਮ ਨਹੀਂ ਕਰ ਸਕਦਾ ਹੈਗਾ। ਤੇ ਜਦੋਂ ਇਹ ਜਿਉਂ ਮਤਲਬ 70s ਆਉਂਦੇ ਹੋਏ, 80s ਆਉਂਦੇ ਹੋਏ, ਜਿਹੜੀ 70ਵਿਆਂ ਦੇ ਵਿੱਚ, 80ਵਿਆਂ ਦੇ ਵਿੱਚ ਜਿਹੜੀ ਠੇਕ ਖੋਜ ਆ, ਜਿਹੜੀ ਆਰਕੀਓਲੋਜੀ ਆ, ਉਹ ਧਾਰਮਿਕ ਗ੍ਰੰਥਾਂ ਦੀਆਂ ਜਿਹੜੀਆਂ ਉਹਨਾਂ ਥਾਵਾਂ ਦਰਜ ਨੇ, ਜਿਵੇਂ ਮਹਾਭਾਰਤ ਜਾਂ ਰਾਮਾਇਣ ਦੇ ਵਿੱਚ ਜਾਂ ਹੋਰ ਗ੍ਰੰਥਾਂ ਦੇ ਵਿੱਚ, ਉਹ ਜਿਹੜੀਆਂ ਥਾਵਾਂ ਖੋਜਣ ਦੇ ਵਿੱਚ ਜ਼ਿਆਦਾ ਹੋ ਵੀ ਆ ਹਸਤਨਾਪੁਰ ਕਿਵੇਂ ਸੀ, ਉਹ ਖੋਜਣ ਲੱਗ ਗਏ। ਤੇ ਨਾਲ ਹੀ ਤੁਸੀਂ ਇਹ ਦੇਖੋ ਕਿ 80s ਤੋਂ ਬਾਅਦ ਫਿਰ ਇੱਕ ਜਿਹੜਾ ਫਿਰਕਾ ਪ੍ਰਸਤ ਜਿਹੜਾ ਰੁਝਾਨ ਹੈ, ਤੇ ਇੱਕ ਬਿਲਕੁਲ ਇੱਕ ਮਤਲਬ ਜਿਹੜੀ ਬੀਜੇਪੀ ਆ ਉਹ ਵੀ ਰਾਈਜ਼ ਕਰ ਰਹੀ ਆ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਮਤਲਬ ਔਨਵਰਡ 80 ਤੋਂ ਬਾਅਦ। ਤੇ ਜਦੋਂ ਉਹ ਇਹ ਸਾਰੀਆਂ ਖੋਜਾਂ ਹੋਣ ਲੱਗੀਆਂ, ਜਿਨ੍ਹਾਂ ਦੇ ਵਿੱਚ ਜਿਹੜੇ ਗ੍ਰੰਥਾਂ ਦੇ ਵਿੱਚ, ਇਤਿਹਾਸਕ ਗ੍ਰੰਥਾਂ ਦੇ ਵਿੱਚ ਥਾਵਾਂ ਸੀ, ਉਹਨਾਂ ਨੂੰ ਲੱਭਣ ਦੀ ਖੋਜ ਜਿਹੜੀ ਉਹ ਸ਼ੁਰੂ ਹੋਈ ਆ। ਤੇ ਉਸ ਪ੍ਰੋਜੈਕਟ ਦੇ ਵਿੱਚ ਸਰਸਵਤੀ ਵੀ ਇੱਕ ਪ੍ਰੋਜੈਕਟ ਸੀ, ਜਿਹਦੇ ਵਿੱਚ ਮਤਲਬ ਉਹਨਾਂ ਨੇ ਕਿਹਾ ਕਿ ਇਹਨੂੰ ਅਸੀਂ ਰਿਵਾਈਵ ਕਰਾਂਗੇ, ਜਾਂ ਅਸੀਂ ਇਹ ਸਿੱਧ ਕਰਾਂਗੇ ਕਿ ਜਿਹੜਾ ਇਹ ਸਰਸਵਤੀ ਰਿਵਰ ਸੀ ਉਹ ਇੱਥੋਂ ਵਗਦਾ ਹੁੰਦਾ ਸੀ। ਹੁਣ ਗੱਲ ਇਹ ਹੈ ਕਿ ਜਿਹੜੀ ਸਰਸਵਤੀ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਉਸ ਦਰਿਆ ਦਾ ਜ਼ਿਕਰ ਆਉਂਦਾ ਹੈ ਰਿਗਵੇਦ ਦੇ ਵਿੱਚ, ਜਿਹੜਾ ਕਹਿੰਦਾ ਵੀ ਇਟਸ ਅ ਮਾਈਟੀ ਰਿਵਰ, ਮਤਲਬ ਇਹ ਬਹੁਤ ਵੱਡਾ ਦਰਿਆ ਹੈ ਜਿਹੜਾ ਬਰਫਾਨੀ ਗਲੇਸ਼ੀਅਰ ਚੋਂ ਆ ਰਿਹਾ ਹਿਮਾਲਿਆ ਦੇ, ਤੇ ਉਹ ਸਮੁੰਦਰ ਤੱਕ ਪਹੁੰਚਦਾ। ਪਰ ਜਿਹੜਾ ਸਰਸਵਤੀ ਅਸੀਂ ਦੇਖਦੇ ਹਾਂ ਉਹ ਮਤਲਬ ਇੱਕ ਛੋਟਾ ਜਿਹਾ ਨਾਲਾ ਹੈ ਕੁਰੂਕਸ਼ੇਤਰ ਦੇ ਕੋਲ, ਤੇ ਉਹ ਫਿਰ ਬਾਅਦ ਵਿੱਚ ਖੈਰ ਉਹਨਾਂ ਨੇ ਘੱਗਰ ਹਾਕੜਾ ਨਾਰਾ ਇਸ ਚੈਨਲ ਨੂੰ ਉਹਨਾਂ ਨੇ ਸਰਸਵਤੀ ਕਹਿਣਾ ਸ਼ੁਰੂ ਕਰਤਾ। ਤੇ ਉਹ ਵੇਦਾਂ ਦੇ ਵਿੱਚ ਇਸ ਤਰ੍ਹਾਂ ਆਉਂਦਾ ਕਿ ਉਹ ਮਤਲਬ ਬਹੁਤ ਵੱਡਾ ਰਿਵਰ ਆ ਜਿਹੜਾ ਹਿਮਾਲਿਆ ਦੇ ਗਲੇਸ਼ੀਅਰਾਂ ਚੋਂ ਨਿਕਲਦਾ ਤੇ ਥੱਲੇ ਥੱਲੇ ਸਮੁੰਦਰ ਤੱਕ ਜਾਂਦਾ। ਰਜੇਸ਼ ਕੋਸ਼ਣ ਨੇ ਇੱਕ ਇਤਿਹਾਸਕਾਰ ਨੇ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਉਹ ਸਰਸਵਤੀ ਦਾ ਰਿਗਵੇਦ ਦੇ ਵਿੱਚ ਜ਼ਿਕਰ ਹੈ ਉਹ ਇਹ ਨਹੀਂ ਹੈਗਾ ਜਿਹੜਾ ਬਹੁਤ ਹੀ ਬਰਸਾਤੀ ਨਦੀ ਆ, ਉਹ ਜਿਹੜਾ ਦਰਿਆ ਉਹ ਅਫਗਾਨਿਸਤਾਨ ਦੇ ਵਿੱਚ ਹੈਲਮੰਡ ਰਿਵਰ ਆ ਜਿਹੜਾ। ਤੇ ਰਜੇਸ਼ ਕੋਸ਼ਣ ਤੋਂ ਪਹਿਲਾਂ ਹਾਲਾਂਕਿ ਗ੍ਰੇਸਨ ਤੇ ਹਰਨੌਲ ਜਿਹੜੇ 1880 ਦੇ ਵਿੱਚ ਉਹਨਾਂ ਨੇ ਪੇਸ਼ ਕਰਤਾ ਸੀ ਆਪਣਾ ਇਹ ਮਤ ਕਿ ਅਸਲ ਰਿਗਵੇਦ ਦੇ ਵਿੱਚ ਜਿਹੜੀ
ਸਰਸਵਤੀ ਦਾ ਜ਼ਿਕਰ ਹੈ ਉਹ ਕਿਸ ਦਰਿਆ ਲਈ ਆ। ਉਹ ਕਹਿੰਦੇ ਨੇ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਹੈਲਮੰਡ ਰਿਵਰ ਆ ਜਿਹਦਾ ਜ਼ਿਕਰ ਪਾਰਸੀ ਗ੍ਰੰਥ ਜ਼ੈਨ ਅਵਸਥਾ ਦੇ ਵਿੱਚ ਵੀ ਆਉਂਦਾ। ਉਹਦਾ ਨਾਮ ਹਰਹਾਵਤੀ ਆ। ਹੁਣ ਕਿਉਂਕਿ ਉਹ ਇਰਾਨੀ ਨੇ ਜਿਹੜੇ ਉਹ ਹਾਹੇ ਨੂੰ ਸੱਸਾ ਅਕਸਰ ਬੋਲਿਆ ਜਾਂਦਾ ਤਾਂ ਉਹ ਹਰਹਾਵਤੀ ਸਰਸਵਤੀ ਬਣਦੀ ਆ। ਤੇ ਨਾਲ ਵੇਦਾਂ ਦੇ ਵਿੱਚ ਸਰਸਵਤੀ ਦੇ ਨਾਲ ਦ੍ਰਿਸ਼ਾਦਵਤੀ ਦਰਿਆ ਦਾ ਜ਼ਿਕਰ ਆਉਂਦਾ। ਉਹਦੇ ਬਾਰੇ ਇਹ ਖੋਜੀ ਕਹਿੰਦੇ ਨੇ ਕਿ ਉਹ ਅਰੰਦਾਬ ਕੋਈ ਰਿਵਰ ਆ ਉਹਦੇ ਨੇੜੇ ਤੇ ਉਹ ਹੈਗਾ। ਤੇ ਪਰ ਇਹ ਦੋਵੇਂ ਨੇ ਜਿਹੜੇ ਇੱਕ ਝੀਲ 'ਚ ਡਿੱਗਦੇ ਨੇ, ਵੱਡੀ ਝੀਲ 'ਚ ਡਿੱਗਦੇ ਨੇ, ਸਮੁੰਦਰ 'ਚ ਨਹੀਂ ਡਿੱਗਦੇ। ਰਜੇਸ਼ ਕੋਛੜ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਉਸ ਵੇਲੇ ਆਰੀਆਂ ਕੋਲ ਸਮੁੰਦਰ ਦਾ ਕਨਸੈਪਟ ਨਹੀਂ ਸੀ, ਉਹਨਾਂ ਨੇ ਮਤਲਬ ਸਮੁੰਦਰ ਦੇਖਿਆ ਨਹੀਂ ਸੀ, ਜਾਂ ਮਤਲਬ ਉਹਨਾਂ ਕੋਲ ਜਿਹੜੀ ਵੱਡੀ ਵਾਟਰ ਬੋਡੀ ਆ, ਮਤਲਬ ਜਿਹੜਾ ਵੱਡੀ ਕੋਈ ਝੀਲ ਹੈ ਜਾਂ ਉਹੀ ਉਹਨਾਂ ਲਈ ਸਮੁੰਦਰ ਸੀ। ਇਸ ਕਰਕੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਅਫਗਾਨੀ ਜਿਹੜਾ ਬਰਫਾਨੀ ਦਰਿਆ ਜਿਹਨੂੰ ਤੁਸੀਂ ਰਿਗਵੇਦ ਸਰਸਵਤੀ ਕਹਿ ਰਹੇ ਹੋ, ਬੇਸਿਕਲੀ ਇਹ ਹੈਲਮੰਡ ਰਿਵਰ ਆ ਜਾਂ ਹਰਹਾਵਤੀ ਜਿਹੜਾ ਰਿਵਰ ਆ। ਉਹ ਤੋਂ ਬਾਅਦ ਜਦੋਂ ਮਹਾਭਾਰਤ ਲਿਖਿਆ ਜਾਂਦਾ ਉਹਦੇ ਵਿੱਚ ਜਿਹੜਾ ਉਹ ਸਤਲੁਜ ਜਿਹੜਾ ਦਰਿਆ ਸਰਸਵਤੀ ਦਰਿਆ ਉਹ ਫਿਰ ਬਿਲਕੁਲ ਮਤਲਬ ਬੀਕਾਨੇਰ ਦੇ ਸਿਰਸਾ ਦੇ ਟਿੱਬਿਆਂ ਕੋਲ ਰੇਤ ਸਮਾ ਜਾਂਦਾ, ਉਹਨਾਂ ਦਾ ਰੈਫਰੈਂਸ ਇਹੀ ਆ। ਤੇ ਇੱਕ ਹੋਰ ਸਰਸਵਤੀ ਆ ਜਿਹੜਾ ਕਿਹਾ ਜਾਂਦਾ ਕਿ ਉਹ ਧਰਤੀ ਦੇ ਹੇਠਾਂ ਜੀ ਵਗਦਾ ਹੋਇਆ ਗੰਗਾ ਜਮਨਾ ਨਾਲ ਇਲਾਹਾਬਾਦ ਜਾ ਕੇ ਮਿਲਦਾ। ਸੋ ਇਸ ਤਰ੍ਹਾਂ ਦੀਆਂ ਮਿੱਥਾਂ ਨੇ ਜਿਹੜੀ ਇਹ ਸਾਰੀ ਮਤਲਬ ਆਰਕੀਓਲੋਜੀ ਦੀ ਤੇ ਪਾਣੀਆਂ ਦੀ ਖੋਜ ਵਾਲੀ ਜਿਹੜੀ ਉਸ ਮਾਮਲੇ ਦੇ ਵਿੱਚ ਜਿਹੜੀ ਸਿਆਸਤ ਆ ਉਹ ਜਦੋਂ ਸ਼ੁਰੂ ਹੋਈ ਤਾਂ ਉਹਨਾਂ ਨੇ ਜਿਹੜੀ ਘੱਗਰ ਹੱਕੜਾ ਇਹ ਸਾਰਾ ਧਾਰਾ ਸੀ ਉਹਨੂੰ ਉਹਨਾਂ ਨੇ ਸਰਸਵਤੀ ਕਹਿਣਾ ਸ਼ੁਰੂ ਕਰਤਾ। ਹੁਣ ਜਿਹੜਾ ਇੰਪੀਰੀਅਲ ਕਾਲਜ ਆਫ ਲੰਡਨ ਤੇ IIT ਕਾਨਪੁਰ ਤੇ ਇਹ ਆਪਣੇ ਸਟੇਟ ਯੂਨੀਵਰਸਿਟੀ ਆਫ ਟੈਕਨੀਕਲ ਯੂਨੀਵਰਸਿਟੀ ਆਫ ਡੈਨਮਾਰਕ, ਇਹਨਾਂ ਦੇ ਖੋਜੀਆਂ ਨੇ ਉੱਥੇ ਜਿਹੜਾ ਸਤਲੁਜ ਦਾ ਪੈਲੀਓ ਚੈਨਲ ਆ ਜਾਂ ਜਿਹੜੀ ਘੱਗਰ ਹੱਕੜਾ ਧਾਰਾ ਦੇ ਕੋਲ ਜਿਹੜੀਆਂ ਬਹੁਤ ਸਾਈਟਸ ਮਿਲੀਆਂ ਨੇ, ਮਤਲਬ ਜਿਹੜੀਆਂ ਸਿੰਧੂ ਤਹਿਜ਼ੀਬ ਦੀਆਂ ਜਿਹੜੀਆਂ ਸਾਈਟਸ ਨੇ, ਜਿਵੇਂ ਕਿਹਾ ਜਾਂਦਾ ਵੀ ਸਿੰਧ ਨਦੀ ਦੇ ਆਲੇ ਦੁਆਲੇ 50 ਮਿਲੀਆਂ ਨੇ, ਪਰ ਜਿਹੜੀ ਇਹ ਘੱਗਰ ਹੱਕੜਾ ਧਾਰਾ ਜਾਂ ਸਤਲੁਜ ਦਾ ਜਿਹੜੇ ਵਹਿਣ ਨੇ ਉਹਨਾਂ ਦੇ ਵਿੱਚ ਘੱਟੋ ਘੱਟ 1500 ਸਾਈਟ ਮਿਲੀ। ਹੁਣ ਜਦੋਂ ਤੁਸੀਂ ਮਤਲਬ ਜਿਵੇਂ ਇਹ ਜਿਹੜਾ ਮੈਂ ਸਰਹੰਦ ਚੋਅ ਦੀ ਗੱਲ ਕਰ ਰਿਹਾ ਸੀ, ਜਦੋਂ ਸਰਹੰਦ ਚੋਅ ਜਦੋਂ ਇਹ ਭਿੱਖੀ ਜਾਂ ਇਸ ਏਰੀਏ 'ਚੋਂ ਲੰਘਦਾ ਤਾਂ ਉੱਥੇ ਕਈ ਸਾਈਟਸ ਨੇ, ਜਿਵੇਂ ਧਲੇਵਾ ਦੇ ਉੱਤੇ ਕਿਤਾਬ ਵੀ ਆ, ਉੱਥੇ ਜੋ ਵੀ ਫਾਈਂਡਿੰਗ ਹੋਈਆਂ ਨੇ ਧਲੇਵਾ, ਬੀਰੋ ਕੇ, ਗੁਰਨੇ ਕਲਾਂ, ਇਹ ਸਾਰੇ ਪਿੰਡਾਂ ਦੇ ਵਿੱਚ ਉਹ ਸਾਈਟਸ ਨੇ। ਇਸ ਤੋਂ ਬਿਨਾਂ ਹਰਿਆਣੇ ਦੇ ਵਿੱਚ ਬਹੁਤ ਸਾਰੀਆਂ ਸਾਈਟਸ ਮਿਲੀਆਂ ਨੇ ਤੇ BJP ਨੇ ਬਹੁਤ ਪੈਸਾ ਖਰਚਿਆ ਹਰਿਆਣੇ ਦੇ ਵਿੱਚ ਖੁਦਾਈ ਕਰਨ ਲਈ, ਰਾਜਸਥਾਨ ਦੇ ਵਿੱਚ ਖੁਦਾਈ ਕਰਨ ਲਈ, ਗੁਜਰਾਤ ਦੇ ਵਿੱਚ ਖੁਦਾਈ ਕਰਨ ਲਈ, ਤਾਂ ਕਿ ਉੱਥੇ ਵੱਧ ਤੋਂ ਵੱਧ ਸਾਈਟਸ ਲੱਭੀਆਂ ਜਾਣ। ਤੇ ਉਹ ਸਾਈਟਸ ਨੇ ਜਿਹੜੀਆਂ ਹੜੱਪਾ ਤਹਿਜ਼ੀਬ ਦੀਆਂ ਸਾਈਟਸ ਨੇ ਉਹਨਾਂ ਨੂੰ ਸਰਸਵਤੀ ਦੇ ਨਾਮ ਹੇਠ ਕੀਤਾ ਜਾਵੇ। ਉਹ ਕਿਵੇਂ? ਤਕਸੀਮ ਮੁਲਕ ਦੀ ਸਿਰਫ ਇਹ ਨਹੀਂ ਹੋਈ ਕਿ ਦੇਸ਼ ਵੰਡਿਆ ਗਿਆ, ਮੁਲਕ ਵੰਡਿਆ ਗਿਆ, ਕਈ ਵਾਰੀ ਤੁਸੀਂ ਮਤਲਬ ਹਰ ਚੀਜ਼ ਦੀ ਤਕਸੀਮ ਕਰਨਾ ਚਾਹੁੰਦੇ ਹੁੰਦੇ। ਜਿਵੇਂ ਜਿਹੜੀ ਸਿੰਧ, ਅਸੀਂ ਜਿਹੜੀ ਤਹਿਜ਼ੀਬ ਇੰਡਸ ਵੈਲੀ ਆਫ ਸਿਵਲਾਈਜੇਸ਼ਨ ਜਿਹਨੂੰ ਕਹਿੰਦੇ ਆ, ਸਿੰਧੂ ਤਹਿਜ਼ੀਬ ਜਾਂ ਹੜੱਪਾ ਤਹਿਜ਼ੀਬ ਕਹਿੰਦੇ ਆ, ਹੁਣ ਇਹ ਸਾਰਾ ਜਿਹੜਾ ਚੱਲ ਰਿਹਾ ਇਹਨੂੰ ਉਹ ਇਹ ਕਹਿ ਰਹੇ ਨੇ ਕਿ ਇਹਨੂੰ ਸਰਸਵਤੀ ਤਹਿਜ਼ੀਬ ਦਾ ਨਾਮ ਦਿੱਤਾ ਜਾਵੇ ਕਿਉਂਕਿ ਜਿਹੜੀ ਘੱਗਰ ਹੱਕੜਾ ਧਾਰਾ ਇਹ ਸਰਸਵਤੀ ਧਾਰਾ ਤੇ ਇਹਦੇ ਆਲੇ ਦੁਆਲੇ ਇੰਨੀਆਂ ਸਾਈਟਸ ਮਿਲੀਆਂ ਨੇ ਹੜੱਪਾ ਤਹਿਜ਼ੀਬ ਦੀਆਂ, ਤਾਂ ਸਿੰਧੂ ਤਹਿਜ਼ੀਬ ਨਾ ਕਿਹਾ ਜਾਵੇ, ਇਹਨੂੰ ਸਰਸਵਤੀ ਤਹਿਜ਼ੀਬ ਦੀ। ਮਤਲਬ ਸਿੰਧੂ ਤਹਿਜ਼ੀਬ ਨੂੰ ਤੁਸੀਂ ਗੈਰ ਮੁਲਕੀ ਕਰਾਰ ਵੀ ਕਦੇ ਸ਼ਾਇਦ ਦੇ ਦੋਗੇ ਤੇ ਉਹ ਜਿਹੜੀ ਤਕਸੀਮ ਆ ਲਗਾਤਾਰ ਤੁਸੀਂ ਕਰਦੇ ਹੋ ਉਹਦੀ ਕੰਟੀਨਿਊਟੀ ਦੇ ਵਿੱਚ, ਉਹਦੀ ਲਗਾਤਾਰਤਾ ਦੇ ਵਿੱਚ ਸਰਸਵਤੀ ਨੂੰ ਮਤਲਬ ਪੇਸ਼ ਕੀਤਾ ਜਾ ਰਿਹਾ। ਪਰ ਜਿਹੜੇ ਮੈਂ ਤਿੰਨੇ ਇੰਸਟੀਟਿਊਸ਼ਨਸ ਦੇ ਨਾਮ ਲਏ ਨੇ, ਬਹੁਤ ਹੀ ਰਿਪਿਊਟਡ ਇੰਸਟੀਟਿਊਸ਼ਨ ਨੇ ਤੇ ਇਹਨਾਂ ਦੇ ਵਿਗਿਆਨੀਆਂ ਨੇ, ਜਿਵੇਂ IIT ਕਾਨਪੁਰ ਤੋਂ ਰਾਜੀਵ ਸਿਨਹਾ ਨੇ ਤੇ ਇੱਥੋਂ ਹੈਡ ਕੀਤਾ ਇੰਪੀਰੀਅਲ ਕਾਲਜ ਲੰਡਨ ਤੋਂ ਸੰਜੀਵ ਗੁਪਤਾ ਹੋਣਾ ਨੇ ਉਸ ਖੋਜ ਨੂੰ ਹੈਡ ਕੀਤਾ। ਉਹਨਾਂ ਨੇ ਜਿਹੜੀ ਇਹ ਧਾਰਾ ਸੀ ਜਿਹਨੂੰ ਇਹ ਸਰਸਵਤੀ ਕਹਿੰਦੇ ਨੇ, ਪਰ ਘੱਗਰ ਹੱਕੜਾ ਧਾਰਾ, ਪਰ ਅਸੀਂ ਉਹਨੂੰ ਮਤਲਬ ਖੋਜ ਨੇ ਕੀ ਦੱਸਿਆ, ਉਹਨਾਂ ਉੱਥੇ ਡਰਿਲਿੰਗ ਕੀਤੀ ਤੇ ਡਰਿਲਿੰਗ ਕਰਨ ਤੋਂ ਬਾਅਦ ਜਿਹੜੇ ਕਣ ਸੀ, ਜਿਹੜੇ ਰੇਤ ਦੇ ਕਣ ਹੁੰਦੇ ਨੇ, ਸੈਡੀਮੈਂਟਸ ਜਿਹਨਾਂ ਨੂੰ ਆਪਾਂ ਕਹਿੰਦੇ ਆ, ਜ਼ਿਰਕਾਨ ਹੁੰਦੇ ਨੇ, ਮੀਕਾ ਕਣ ਹੁੰਦੇ ਨੇ, ਉਹ ਕਣਾਂ ਤੋਂ ਤੁਹਾਨੂੰ ਪਤਾ ਲੱਗਦਾ ਕਿ ਜਿਹੜਾ ਇਹ ਕਣ ਹੈ ਇਹਦੀ ਕਿੰਨੀ ਉਮਰ ਆ।
ਇਹ ਕਿਸ ਦਰਿਆ ਚੋਂ ਆਇਆ ਹੋਊਗਾ। ਤਾਂ ਉਹਨਾਂ ਦੀ ਖੋਜ, ਮਤਲਬ ਮੈਂ ਇਹਦੀ ਚਲੋ ਡਿਟੇਲ 'ਚ ਨਹੀਂ ਜਾਂਦਾ, ਜਿਹੜੀ ਉਹਨਾਂ ਦੀ ਖੋਜ ਕੀ ਕਹਿੰਦੀ ਆ, ਉਹਨਾਂ ਦੀ ਖੋਜ ਇਹ ਕਹਿੰਦੀ ਆ ਕਿ ਇਸ ਉਹਦੇ ਵਿੱਚੋਂ ਘੱਗਰ ਹਾਕੜਾ ਧਾਰਾ ਦੇ ਇਸ ਦਰਿਆ ਦੇ ਵਿੱਚੋਂ ਸਿਰਫ ਸਤਲੁਜ ਵਗ ਸਕਦਾ, ਕਿਉਂਕਿ ਸਤਲੁਜ ਦੇ ਕਣ ਹੀ ਨੇ ਜਿਹੜੇ ਉੱਥੇ ਪਾਏ ਗਏ। ਸੋ ਦੂਜੀ ਜਿਹੜੀ ਉਹਨਾਂ ਨੇ ਗੱਲ ਉਹ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ 8000 ਸਾਲ ਪਹਿਲਾਂ ਸਤਲੁਜ ਇੱਥੇ ਨਹੀਂ ਸੀ, ਇੱਥੇ ਕੋਈ ਬਰਫਾਨੀ ਹਿਮਾਲਯਨ ਦਰਿਆ ਨਹੀਂ ਸੀ, ਉਹ ਸ਼ਿਫਟ ਕਰ ਚੁੱਕਿਆ ਸੀ। ਹੁਣ ਜਿਹੜੇ ਸਰਸਵਤੀ ਪੱਖੀ ਬੰਦੇ ਨੇ, ਉਹਨਾਂ ਦੀ ਇਹ ਦਲੀਲ ਹੈ ਕਿ ਜਦੋਂ ਆਰੀਅਨ ਇੱਥੇ ਆਏ, ਮਤਲਬ ਕਿ ਉਹਨਾਂ ਦਾ, ਜੇ ਤੁਸੀਂ 1600 BC ਦੇ ਵਿੱਚ ਆਏ ਜਾਂ ਤੁਸੀਂ ਵੱਧ ਤੋਂ ਵੱਧ 1800 BC ਕਹਿ ਲਓ, ਹੁਣ 1800 BC ਦੇ ਵਿੱਚ ਤੁਸੀਂ ਇਹ ਕਹੋ ਕਿ ਇੱਥੇ ਜੀ ਇੱਕ ਬਰਫਾਨੀ ਦਰਿਆ ਘੱਗਰ ਹਾਕੜਾ ਧਾਰਾ ਦੇ ਵਿੱਚ ਹੀ ਲੰਘ ਰਿਹਾ ਸੀ, ਤਾਂ ਜਿਹੜਾ ਕੋਈ ਵੀ ਉੱਥੇ ਬਰਫਾਨੀ ਦਰਿਆ ਸੀ ਉਹ ਤਾਂ 8000 ਸਾਲ ਪਹਿਲਾਂ ਉੱਥੋਂ ਸ਼ਿਫਟ ਕਰ ਚੁੱਕਿਆ ਸੀ। ਖੋਜ ਇਹ ਕਹਿੰਦੀ ਆ ਕਿ ਉੱਥੇ ਕੋਈ ਵੀ ਬਰਫਾਨੀ ਦਰਿਆ ਨਹੀਂ ਸੀ। ਹੁਣ ਜੇ 8000 ਸਾਲ ਪਹਿਲਾਂ ਦਰਿਆ ਉੱਥੋਂ ਚਲਾ ਗਿਆ ਹੈ ਨਹੀਂ, ਤਾਂ ਮਤਲਬ 4000 ਸਾਲ ਪਹਿਲਾਂ ਜਦੋਂ ਆਰੀਆ ਆਏ ਤਾਂ ਉੱਥੇ ਦਰਿਆ ਕਿਵੇਂ ਹੋ ਸਕਦਾ? ਕੋਈ ਮਤਲਬ ਕੋਈ ਉਸ ਰਿਗਵੇਦ ਦੇ ਵਿੱਚ ਜਿਹੜਾ ਹਵਾਲਾ ਜਾਂ ਜੋ ਇਹਨਾਂ ਦੀ ਥਿਊਰੀ ਆ ਉਹਦੇ ਨਾਲ ਉਹ ਮੇਲ ਨਹੀਂ ਖਾਂਦੀ। ਦੂਸਰਾ ਇਹ ਹੈ ਕਿ ਜਿਹੜਾ ਮੈਂ ਦੁਬਾਰਾ ਇਸ ਉਹਦੇ ਤੇ ਆਉਣਾ, ਮੈਨੂੰ ਲੱਗਦਾ ਕਿ ਜਿਹੜਾ ਸਤਲੁਜ ਵਾਲਾ ਜਿਹੜਾ ਪੁਆਇੰਟ ਹੈ, ਇਹ ਮੈਨੂੰ ਲੱਗਦਾ ਮੈਂ ਕਲੀਅਰ ਕਰਤਾ। ਮਾਲਵੇ ਦਾ ਜਿਹੜਾ ਉਹਦੇ ਨਾਲ ਲੈਣਾ ਦੇਣਾ ਸਤਲੁਜ ਦੇ ਨਾਲ ਕੀ ਬਣਦਾ, ਕਿ ਜਦੋਂ ਸਤਲੁਜ ਉੱਥੋਂ ਸ਼ਿਫਟ ਕੀਤਾ ਤਾਂ ਉਹ ਪਿੱਛੇ ਜਿਹੜੀ ਰੇਤਾ ਵੀ ਛੱਡਦਾ ਗਿਆ, ਪਰ ਨਾਲ ਦੀ ਨਾਲ ਉਹ ਜ਼ਮੀਨਦੋਜ਼ ਉਹਨੇ ਪਾਣੀ ਦੇ ਭੰਡਾਰ ਉੱਥੇ ਭਰੇ, ਧਰਤੀ ਉਪਜਾਊ ਕਰਦਾ ਗਿਆ, ਤੇ ਨਾਲ ਦੀ ਨਾਲ ਜਿਹੜੇ ਆ ਉਹਦੀਆਂ ਧਰਾਵਾਂ ਸੀ ਉਹ ਉਸ ਖਿੱਤੇ ਨੂੰ ਸਿੰਜਦੀਆਂ ਰਹੀਆਂ। ਤੇ ਜਿਵੇਂ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਜਿਹੜੀਆਂ ਵੱਡੇ ਦਰਿਆ ਨੇ, ਜਿਹੜੀਆਂ ਵੱਡੀਆਂ ਸੱਭਿਅਤਾਵਾਂ ਨੇ, ਜਿਹੜੀਆਂ ਤਹਿਜ਼ੀਬ ਨੇ, ਵੱਡੀਆਂ ਤਹਿਜ਼ੀਬਾਂ ਨੇ, ਉਹ ਵੱਡੇ ਦਰਿਆਵਾਂ ਦੇ ਕੰਢੇ ਹੋਈਆਂ ਨੇ। ਜਿਵੇਂ ਮੈਸੋਪੋਟਾਮੀਆ 2 ਦਰਿਆਵਾਂ ਦੇ ਕੰਢੇ ਆ, ਨੀਲ ਨਦੀ ਦੀ ਸੱਭਿਅਤਾ, ਜਾਂ ਫਿਰ ਚਾਈਨਾ ਦੀ ਜਿਹੜੀ ਯੈਲੋ ਰਿਵਰ ਦੇ ਕਿਨਾਰੇ ਹੋਈ ਆ। ਪਰ ਜਿਹੜੀ ਮਤਲਬ ਇੱਕ ਤਾਂ ਸਿੰਧੂ ਘਾਟੀ ਦੇ, ਅਸੀਂ ਸਿੰਧੂ ਨਦੀ ਦੇ ਕੰਢੇ ਵਾਲੀ ਜਾਂ ਰਾਵੀ ਦੇ ਨਦੀ ਦੇ ਕੰਢੇ ਅਸੀਂ ਦੇਖਦੇ ਹਾਂ, ਪਰ ਜਿਹੜੀ ਇਸ ਏਰੀਏ ਦੇ ਵਿੱਚ ਆ, ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, ਜਿਹੜਾ ਰੈੱਡ ਮਤਲਬ ਜਿਹੜਾ ਡਰਾਈ ਏਰੀਆ ਸੀ ਇਹ ਸਾਰਾ, ਜਿੱਥੋਂ ਕੋਈ ਵੱਡਾ ਦਰਿਆ ਵਗਦਾ ਨਹੀਂ ਸੀ, ਤਾਂ ਉੱਥੇ ਲੋਕ ਕਿਵੇਂ ਸਰਵਾਈਵ ਕੀਤਾ ਤੇ ਇੰਨੀਆਂ ਸਾਈਟਸ ਉੱਥੇ ਇੰਡਸ ਸਾਈਟਸ ਜਿਹੜੀਆਂ ਮਿਲੀਆਂ ਨੇ ਉਹ ਕਿਵੇਂ ਮਿਲੀਆਂ ਨੇ। ਉਹਦੇ ਲਈ ਉਹਨਾਂ ਖੋਜੀਆਂ ਦਾ ਇਹ ਕਹਿਣਾ ਕਿ ਜਿਹੜਾ ਜਦੋਂ ਸਤਲੁਜ ਤੋਂ ਸ਼ਿਫਟ ਕੀਤਾ, ਪਰ ਪਿੱਛੇ ਦਰਿਆ ਜਿਹੜੇ ਬਰਸਾਤੀ ਦਰਿਆ ਸੀ ਜਾਂ ਫਿਰ ਹੋਰ ਜਿਹੜੀਆਂ ਧਰਾਵਾਂ ਸੀ ਉਹ ਵਗਦੀਆਂ ਰਹੀਆਂ, ਤੇ ਉਹਨਾਂ ਨੇ ਉਹ ਪਾਣੀ ਉਹਨਾਂ ਨੂੰ ਉਹ ਪਹੁੰਚਾਉਂਦੇ ਰਹੇ। ਮਤਲਬ ਉਹ ਜਿਹੜੀ ਸੱਭਿਅਤਾ ਉੱਥੇ, ਜਿਹੜੀ ਇੰਡਸ ਸੱਭਿਅਤਾ ਉਸ ਏਰੀਏ ਦੇ ਵਿੱਚ ਡਿਵੈਲਪ ਹੋਈ, ਉਹਨੂੰ ਉਹ ਪਾਣੀ ਮਿਲਦਾ ਰਿਹਾ। ਤੇ ਨਾਲ ਦੀ ਨਾਲ ਉਹ ਇੱਕ ਗੱਲ ਬੜੀ ਵਧੀਆ ਕਹਿੰਦੇ ਨੇ, ਉਹ ਕਹਿੰਦੇ ਨੇ ਕਿਸੇ ਦਰਿਆ ਦੀ ਆਮਦ ਨੇ ਸੱਭਿਅਤਾ ਨਹੀਂ ਇੱਥੇ ਬਣਾਈ, ਇੱਥੇ ਕਿਸੇ ਦਰਿਆ ਦੀ ਵਿਦਾਇਗੀ ਨੇ ਸੱਭਿਅਤਾ ਬਣਾਉਣ ਦੇ ਵਿੱਚ ਹਿੱਸਾ ਪਾਇਆ, ਸਤਲੁਜ ਨੇ। ਉਹ ਸਤਲੁਜ ਦੀ, ਕਿਉਂਕਿ ਉੱਥੋਂ ਵਿਦਾ ਹੋ ਗਿਆ, ਤੇ ਇਸ ਕਰਕੇ ਉਹਨੇ ਇੱਕ ਮਤਲਬ ਚੰਗਾ ਮਾਹੌਲ, ਚੰਗਾ ਉਹ ਇੱਕ ਮਤਲਬ এনवायरमेंट ਬਣਾਇਆ ਤਾਂ ਕਿ ਉੱਥੇ ਜਿਹੜੀ ਸੱਭਿਅਤਾ ਜਾਂ ਲੋਕ ਨੇ ਜਿਹੜੇ, ਉਹਨਾਂ ਲਈ ਪਾਣੀ ਵੀ ਹੋਵੇ। ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਬੜੇ ਜਿਹੜੇ ਦਰਿਆ ਦੇ ਨੇੜੇ ਬੜੇ ਹੜ੍ਹ ਆਉਂਦੇ ਨੇ, ਉਹਨਾਂ ਹੜ੍ਹਾਂ ਤੋਂ ਵੀ ਉਹ ਬਚੇ ਰਹੇ, ਕਿਉਂਕਿ ਸਤਲੁਜ ਵੱਡਾ ਦਰਿਆ ਤੇ ਉੱਥੇ ਹੜ੍ਹ ਵੱਡਾ ਆਊਗਾ, ਤੇ ਉਹ ਤੋਂ ਵੀ ਉਹ ਬਚੇ ਰਹੇ। ਸੋ ਇਹ ਸਾਰੀ ਜਿਹੜੀ ਮਤਲਬ ਸਤਲੁਜ ਦੇ ਨਾਲ ਜੁੜੀ ਹੋਈ ਜਿਹੜੀ ਮਤਲਬ ਰਵਾਇਤਾਂ ਨੇ, ਜਾਂ ਇਹਦੇ ਨਾਲ ਜਿਹੜੀ ਸਿਆਸਤ ਆ, ਉਹ ਮੈਨੂੰ ਲੱਗਦਾ ਕਿ ਵੀ ਜਦੋਂ ਅਸੀਂ ਜਦੋਂ ਅਸੀਂ ਵਹਿਣਾਂ ਦੀ ਗੱਲ ਕਰਦੇ ਹਾਂ, ਤਾਂ ਉਹ ਸਤਲੁਜ ਸਿਰਫ, ਜਾਂ ਉਹ ਜਿਹੜੀ ਸਿਆਸਤ ਆ ਜਾਂ ਕੁਛ ਵੀ ਹੋਵੇ, ਉਹ ਸਿਰਫ ਵਗਦੀ ਤੁਹਾਨੂੰ ਨਜ਼ਰ ਆਉਂਦੀ ਹੈ, ਇੱਕ ਪੂਰੀ ਲਗਾਤਾਰਤਾ ਦੇ ਵਿੱਚ ਉਹ ਵਗ ਰਹੀ ਹੈ। ਸੋ ਮੈਂ ਇੱਥੇ ਆਪਣਾ ਮਤਲਬ ਗੱਲ ਰੋਕਣੀ ਚਾਹੂੰਗਾ ਜੀ, ਤੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਪੁੱਛ ਸਕਦੇ। ਜੀ ਜਤਿੰਦਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਲੈਕਚਰ ਦੇ ਸਵਾਲ ਤੇ ਸ਼ੁਰੂ ਕਰਨੇ। ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਲੈਕਚਰ ਜਦੋਂ ਸੁਣ ਰਿਹਾ ਸੀ, ਤੇ ਦਰਿਆ ਦੀ ਤੁਸੀਂ ਵਹਿਣਾਂ ਤੇ ਗੱਲ ਕਰਦੇ ਸੋ, ਤੇ ਜਿਹੜੇ ਤੁਸੀਂ ਥਾਵਾਂ ਦੇ ਨਾਂ ਲੈ ਰਹੇ ਸੋ, ਪੰਜ ਗਰਾਈਆਂ, ਗਿੱਦੜ ਪਿੰਡੀ, ਇਹ ਸਾਰੇ ਪਿੰਡ ਜਿਹੜੇ ਨੇ ਇਹ ਸਾਡੇ ਲੈਲਪੁਰ ਦੇ ਆਲੇ ਦੁਆਲੇ ਵਸਦੇ ਨੇ, ਇਹਨਾਂ ਨਾਵਾਂ ਦੇ ਨਾਲ। ਹਾਂਜੀ, ਬਿਲਕੁਲ ਇਹਨਾਂ ਨਾਮਾਂ ਦੇ ਨਾਲ। ਹਾਂਜੀ, ਗੱਲ ਕਰ ਰਹੇ ਗਿੱਦੜ ਪਿੰਡੀ ਆ ਦੁਆਬੇ ਚ।
ਹਾਂਜੀ ਬਿਲਕੁਲ, ਇਹ ਸਾਡੇ ਲਾਗੇ ਗਿੱਦੜ ਪਿੰਡੀ, ਇੱਥੇ ਇੱਕ ਪਿੰਡ ਦਾ ਨਾਂ ਜਲੰਧਰ ਵੀ ਹੈ ਤੇ ਉਹ ਅੱਛਾ ਲੋਕ, ਹਾਂਜੀ ਇੱਧਰ ਵੀ ਲੈਲਪੁਰ ਇੱਕ ਬੱਸ ਜਲੰਧਰ ਨੂੰ ਵੀ ਜਾਂਦੀ ਹੈ, ਪਰ ਉਹ ਜਲੰਧਰ ਪਿੰਡ ਹੈ ਲਾਗੇ ਕਹਿੰਦੇ ਇੱਥੇ ਲੋਕਾਂ ਨੂੰ। ਹਾਂਜੀ, ਗੱਲਬਾਤ ਅਸੀਂ ਕੁਝ ਸਵਾਲਾਂ ਦੀ ਸ਼ੁਰੂ ਕਰਨੇ ਆ। ਇੱਕ ਤੇ ਸਵਾਲ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਆਇਆ ਕਿ ਇਹ ਜਿਹੜਾ ਛੱਲੇ ਦਾ ਲਫ਼ਜ਼ ਹੈ, ਇਹ ਕੋਈ ਇਹਦਾ ਕੋਈ ਸਤਲੁਜ ਨਾਲ ਸੰਬੰਧ ਜਾਂ ਇਹਦੇ ਤੋਂ ਕੋਈ ਐਸੋਸੀਏਟ ਹੁੰਦਾ ਹੈ ਕਿ ਕੋਈ ਨਾਲ, ਜਿੱਦਾਂ ਇੱਥੇ ਇਹਨਾਂ ਨੇ ਲਿਖਿਆ ਕਿ ਕੋਈ ਸਾਈਟ ਐਟ ਹਰੀਕਾ ਪੱਤਨ, ਹਾਂਜੀ ਤੇ ਇਹਦਾ ਕੀ ਇਹਦੇ ਨਾਲ ਸੰਬੰਧ ਹੈ, ਕੋਈ ਇਹਦੇ ਬਾਰੇ ਦੱਸੋ। ਸੋਲ ਸਾਹਿਬ ਨੇ ਉਹ ਲੋਕ ਗਾਥਾ ਸੁਣੀ ਹੋਈ ਆ, ਉਹੀ ਲੋਕ ਗਾਥਾ ਮੈਂ ਸੁਣੀ ਹੋਈ ਆ ਕਿ ਉਹ ਕੋਈ ਛੱਲਾ ਮਲਾਹ ਸੀ, ਉਹਦਾ ਮੁੰਡਾ ਸੀ, ਉਹ ਗੁੰਮ ਗਿਆ ਸੀ, ਤੇ ਉਹ ਮੈਨੂੰ ਲੱਗਦਾ ਕਿ ਉਹ ਮੈਂ ਉਹਨਾਂ ਕੀ ਜਾਣਦਾ ਜਿੰਨਾ ਸੋਲ ਸਾਹਿਬ ਜਾਣਦੇ ਨੇ। ਇਸ ਤੋਂ ਵੱਧ ਉਹ ਮਤਲਬ ਹਰੀਕੇ ਪੱਤਨ ਦੇ ਕੰਢੇ ਸੀ, ਤਾਂ ਇਹ ਮਤਲਬ ਸਤਲੁਜ ਨਾਲ ਜੁੜੀ ਹੋਈ ਕਹਾਣੀ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਮੈਨੂੰ ਉਨਾ ਕੀ ਪਤਾ ਜਿੰਨਾ ਸੋਲ ਸਾਹਿਬ ਨੂੰ ਇਸ ਗਾਥਾ ਬਾਰੇ ਪਤਾ। ਠੀਕ ਹੈ। ਇੱਥੇ ਮਹਿਮੂਦ ਅਵਾਨ ਸਾਹਿਬ ਸਾਡੇ ਦੋਸਤ ਨੇ ਆਇਰਲੈਂਡ ਤੋਂ, ਉਹਨਾਂ ਦਾ ਇੱਕ ਸਵਾਲ ਹੈ, ਉਹਨਾਂ ਨੇ ਇੱਕ ਗੱਲ ਵਿੱਚ ਐਡ ਕੀਤੀ ਹੈ, ਸਵਾਲ ਤੇ ਨਹੀਂ ਕਹਿ ਸਕਦੇ, ਕਿ ਲਾਲ ਸਿੰਘ ਦਿਲ ਦੀ ਜਿਹੜੀ ਪਹਿਲੀ ਕਿਤਾਬ ਸੀ ਉਹਦੇ ਵਿੱਚ ਇੱਕ ਨਜ਼ਮ ਜਿਹੜੀ ਹੈ ਨਾ, ਪੋਇਮ ਇੱਕ ਪਬਲਿਸ਼ ਹੋਈ ਸੀ, ਸਤਲੁਜ ਦੀ ਹਵਾ। ਉਹ ਇੱਕ ਹਾਂਜੀ, ਸਤਲੁਜ ਦੀ, ਮੈਂ ਉਹ ਗੱਲ ਕਹਿਣੀ ਸੀ, ਮੈਂ ਉਹ ਅਸਲ ਦੇ ਵਿੱਚ ਉਹ ਸਾਰਾ ਮਤਲਬ ਸਤਲੁਜ ਨਾਲ ਸਾਡਾ ਜੋ ਹੈਗਾ, ਉਹ ਤੋਂ ਬਿਨਾਂ ਬਲਦੇਵ ਸਿੰਘ ਉਹਨਾਂ ਦਾ ਨਾਵਲ ਆ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਦੇ ਉੱਤੇ ਆ, ਸਤਲੁਜ ਵਹਿੰਦਾ ਰਿਹਾ। ਜਦੋਂ ਸਤਲੁਜ ਤਾਂ ਫੋਕਲੋਰ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਉਹਦਾ ਮਤਲਬ ਜ਼ਿਕਰ ਆਉਂਦਾ ਰਹਿੰਦਾ ਜੀ, ਤੇ ਲਾਲ ਸਿੰਘ ਦਿਲ ਉਹਨਾਂ ਦੀ ਕਵਿਤਾ ਵੀ ਆ, ਸਤਲੁਜ ਦੀ ਹਵਾ। ਅੱਛਾ ਜੀ, ਇੱਥੇ ਸਾਡੇ ਪ੍ਰੋਫੈਸਰ ਇਲਿਆਸ ਚੱਠਾ ਸਾਹਿਬ ਨੇ ਲਮਸ ਤੋਂ ਸਾਡੇ ਨਾਲ ਨੇ, ਉਹਨਾਂ ਨੇ ਇਹਦੀ ਸਤਲੁਜ ਦੀ ਫੋਕਲੋਰ ਤੇ ਗੱਲ ਕੀਤੀ ਹੈ, ਪੁੱਛਿਆ ਕਿ ਜੀ ਇਹਨਾਂ ਦਾ ਕੀ ਕੋਈ ਟਾਈਮ ਪੀਰੀਅਡ ਦਾ ਪਤਾ ਲੱਗਦਾ ਹੈ, ਜਾਂ ਜਿਹੜੀ ਉੱਥੇ ਦੀ ਲੋਕਲ ਪੀਜ਼ੈਂਟਰੀ ਸੀ ਉਹਨਾਂ ਦੀ ਇਹਦੇ ਚ ਰਿਪਰੈਜ਼ੈਂਟੇਸ਼ਨ ਹੈ ਵੇ ਇਹਨਾਂ ਦੇ ਲਿਰਿਕਸ ਦੇ ਵਿੱਚ? ਸੌਰੀ, ਮਤਲਬ ਕਿ ਕੋਈ ਫੋਕਲੋਰ ਹੈ ਉਹਦੇ, ਕੋਈ ਅਗਰ ਕੋਈ ਗਾਣਾ ਵਾ ਜਾਂ ਕੋਈ ਕਹਾਵਤ ਹੈ ਜਾਂ ਕੋਈ ਗਾ ਕੇ ਕੁਝ ਸੁਣਾਇਆ ਜਾਂਦਾ ਤੇ ਉਹਦੇ ਲਿਰਿਕਸ ਦੇ ਵਿੱਚ ਕੋਈ ਉੱਥੇ ਦੀ ਲੋਕਲ ਜਿਹੜੀ ਪੀਜ਼ੈਂਟਰੀ ਹੈ ਉਹਨੂੰ ਵੀ ਰਿਪਰੈਜ਼ੈਂਟ ਕੀਤਾ ਜਾਂਦਾ, ਜਾਂ ਇਹਨਾਂ ਦਾ ਕੋਈ ਟਾਈਮ ਪੀਰੀਅਡ ਵੀ ਤੁਹਾਡੇ ਜ਼ਿਹਨ ਚ ਹੋਏ ਕਿ ਕਦੋਂ ਕੇ ਬਣੇ ਹੋਣਗੇ? ਕੀ ਜਿਹੜੇ ਵੈਨ ਨੇ, ਜਾਂ ਮੈਨੂੰ ਅਸਲ ਵਿੱਚ ਫੋਕਲੋਰ ਜਿਹੜੀਆਂ ਫੋਕਲੋਰਸ ਨੇ ਸਤਲੁਜ ਦੀ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਇਹ ਦੇਖੋ, ਇਹਦਾ ਕੋਈ ਟਾਈਮ ਪੀਰੀਅਡ ਤਾਂ ਹੈ ਨਹੀਂ ਜੀ। ਜਿਵੇਂ ਮਤਲਬ ਜੇ ਸਤਲੁਜ ਦੇ ਵਹਿਣ ਹੀ ਤੁਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1758 ਦੇ ਵਿੱਚ ਵੱਡੇ ਤਬਦੀਲੀਆਂ ਹੋਈਆਂ, ਜਿਵੇਂ ਤੁਸੀਂ ਜਿਵੇਂ ਮੁਹੰਮਦ ਲਤੀਫ ਦੀ ਉਹ ਜ਼ਿਕਰ ਕੀਤਾ ਸੀ, 50 ਸਾਲ ਪਹਿਲਾਂ ਜਿਹੜਾ ਬੁੱਢਾ ਦਰਿਆ ਸੀ, ਜਿਹੜਾ ਬੁੱਢਾ ਨਾਲਾ ਕਿਹਾ ਜਾਂਦਾ ਹੈ, ਉੱਥੇ ਸਤਲੁਜ ਵਗਦਾ ਹੁੰਦਾ ਸੀ। ਇੰਨੀ ਟਾਈਮ ਲਾਈਨ ਤਾਂ ਮਤਲਬ ਤੁਸੀਂ ਸਾਡੇ ਕੋਲ ਮੌਜੂਦ ਆ ਕਿ ਇੱਥੇ ਵਗਦਾ ਸੀ, ਪਰ ਇਹ ਕਦੋਂ ਇਹ ਧਾਰਾ ਸੀ ਜਿਹੜੀ ਉਹ ਮਤਲਬ ਬੋਹਰ ਨੂੰ ਜਾਂਦੀ ਸੀ, ਜਾਂ ਮਤਲਬ ਆਪਣੇ ਬਠਿੰਡੇ ਨੂੰ ਜਾਂਦੀ ਸੀ, ਉਹਦੀਆਂ ਤਾਂ ਹੁਣ ਨਿਸ਼ਾਨੀਆਂ ਨੇ। ਮਤਲਬ ਜਿਵੇਂ ਮੈਂ ਕਹਿਣਾ ਵੀ ਸਰਹੰਦ ਚੋ ਆ ਜਿਹੜਾ, ਉਹਦੀ ਤੁਸੀਂ ਉਹਨੂੰ ਕਰ ਸਕਦੇ ਹੋ, ਰੂਟ ਦੇਖ ਸਕਦੇ ਹੋ। ਇਹ ਤੋਂ ਬਿਨਾਂ ਸਰਹੰਦ ਵਾਲੀ ਜਿਹੜੀ ਪਟਿਆਲਾ ਨਦੀ ਆ ਜਾਂ ਲਸਾੜਾ ਚੋ ਆ, ਇਹ ਹੁਣ ਨਿਸ਼ਾਨੀਆਂ ਬਚੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਹਾਂ ਇਹ ਵਹਿਣ ਹੁੰਦੇ ਸੀ। ਤੇ ਪਰ ਫੋਕਲੋਰ ਦੇ ਵਿੱਚ ਮਤਲਬ ਜ਼ਰੂਰ ਦਰਿਆਵਾਂ ਦੇ ਵਰਤੇ ਗਏ ਨੇ ਨਾਮ ਸਤਲੁਜ ਦੇ, ਤੇ ਪਰ ਉਹ ਮੇਰੇ ਐਟ ਟਾਈਮ ਮੇਰੇ ਕੋਈ ਦਿਮਾਗ 'ਚ ਉਵੇਂ ਨਹੀਂ ਆ ਰਿਹਾ ਹੈਗਾ। ਪਰ ਗੀਤਾਂ ਦੇ ਵਿੱਚ, ਫੋਕਲੋਰ ਦੇ ਵਿੱਚ ਉਹਦੀ ਜਿਹੜੀ ਨੁਮਾਇੰਦਗੀ ਆ ਉਹ ਜ਼ਰੂਰ ਮੈਨੂੰ ਲੱਗਦਾ ਹੋਊਗੀ, ਹੈਗੀ ਆ। ਬਿਲਕੁਲ। ਇੱਥੇ ਸਾਡੇ ਨਾਲ ਪ੍ਰੋਫੈਸਰ ਚਰਨਜੀਤ ਕੌਰ ਮਾਨ ਨੇ, ਉਹਨਾਂ ਨੇ ਪੁੱਛਿਆ ਕਿ ਬੁੱਧਾ ਨਾਲ ਲੁਧਿਆਣੇ ਦਾ ਤੇ ਸਤਲੁਜ ਨਾਲ ਕੋਈ ਕਨੈਕਸ਼ਨ ਹੈ? ਕਿਹਦਾ ਜੀ? ਬੁੱਢਾ ਨਾਲਾ ਲੁਧਿਆਣੇ ਦਾ, ਤੇ ਲੁਧਿਆਣਾ ਤੇ ਸਤਲੁਜ ਨਾਲ ਕੋਈ ਕਨੈਕਸ਼ਨ? ਕਿਉਂਕਿ ਜਿਹੜਾ ਬੁੱਢਾ ਨਾਲਾ ਸੀ ਜੀ, ਉਹ ਜਿਹੜੀਆਂ ਧਰਾਵਾਂ ਮਤਲਬ ਰੋਪੜ ਤੋਂ ਨਿਕਲਦੀਆਂ ਸੀ, ਉਹਨਾਂ ਚੋਂ ਇੱਕ ਬੁੱਢਾ ਨਾਲਾ ਜਿਹੜਾ, ਉਹ ਦੇਖੋ ਤੁਸੀਂ, ਉਹਦਾ ਤੁਸੀਂ ਪਛਾਣ ਸਕਦੇ ਹੋ, ਇਹ ਚਮਕੌਰ ਸਾਹਿਬ ਤੋਂ ਦੇ ਕੋਲੋਂ, ਬੇਲੇ ਕੋਲੋਂ ਨਿਕਲਦਾ, ਬੇਲੇ ਤੋਂ ਅੱਗੇ ਜਾ ਕੇ ਮਤਲਬ ਹੁਣ ਤਾਂ ਉਹ ਤੁਸੀਂ ਗੂਗਲ ਅਰਥ ਦੇ ਉੱਤੇ ਤੁਸੀਂ ਦੇਖ ਲਓ, ਤੁਹਾਨੂੰ ਬਕਾਇਦਾ ਸਤਲੁਜ ਦੇ ਕੋਲ ਜੀ, ਸਤਲੁਜ ਦੇ ਵਿੱਚੋਂ ਨਿਕਲਦਾ ਦਿਖਾਈ ਦੇਊਗਾ। ਫਿਰ ਉਹ ਉੱਥੋਂ ਬੇਲਾ, ਚਮਕੌਰ ਸਾਹਿਬ ਤੋਂ ਮਾਛੀਵਾੜਾ, ਮਾਛੀਵਾੜੇ ਤੋਂ ਕੂਮ ਕਲਾਂ ਤੋਂ ਲੁਧਿਆਣੇ ਦੇ ਬਿਲਕੁਲ ਕੋਲ ਜੀ ਹੁੰਦਾ, ਜਿਹਨੂੰ
ਹੁਣ ਤਾਂ ਉਹ ਬੁੱਢਾ ਨਾਲਾ ਪਲੀਤ ਪਾਣੀਆਂ ਦੇ ਨਾਲੇ ਵਜੋਂ ਵੀ ਬਦਨਾਮ ਆ ਨਾ ਜੀ। ਪਰ ਕਿਸੇ ਟਾਈਮ ਮੇਰੇ ਮਾਮਾ ਜੀ ਹੋਣਾ ਦੀ ਜ਼ਮੀਨ ਸੀ 80 ਦੇ ਵਿੱਚ ਉੱਥੇ ਬਿਲਕੁਲ ਚੌਂਤਾ ਪਿੰਡਾਂ ਨਾਲ ਉੱਥੇ ਕੂਮ ਕਲਾਂ ਦੇ ਕੋਲ, ਉਹ ਉੱਥੇ ਜੀ ਵਗਦਾ ਸੀ ਬੁੱਢਾ ਨਾਲਾ, ਤੇ ਉਹ ਮੇਰੇ ਮਾਮਾ ਜੀ ਦੱਸਦੇ ਸੀ ਵੀ ਅਸੀਂ ਤਾਂ ਪਾਣੀ ਪੀਂਦੇ ਹੁੰਦੇ, ਉਹਦਾ ਪਾਣੀ ਇੰਨਾ ਸਾਫ਼ ਸੀ ਬੁੱਢੇ ਨਾਲੇ ਦਾ ਵੀ ਅਸੀਂ ਪੀਂਦੇ ਹੁੰਦੇ ਸੀ, ਪਰ ਉਹ ਸਿੰਜਾਈ ਲਈ ਨਹੀਂ ਸੀ ਵਰਤਿਆ ਜਾਂਦਾ, ਕਿਉਂਕਿ ਕਹਿੰਦੇ ਸੀ ਵੀ ਇਹਦੇ ਵਿੱਚ ਕੁਝ ਇਹੋ ਜਿਹੇ ਤੱਤ ਘੁਲੇ ਹੋਏ ਨੇ ਜਿਹੜੇ ਸਿੰਜਾਈ ਲਈ ਚੰਗੇ ਨਹੀਂ, ਮਤਲਬ ਇਹ ਉਂਝ ਹੀ ਇੱਕ ਮਿੱਥ ਸੀ। ਪਰ ਉਹਦੇ ਵਿੱਚੋਂ ਸ਼ਾਇਦ ਮਤਲਬ ਪਾਣੀ ਲਿਫਟ ਕਰਨਾ ਔਖਾ ਹੋਊਗਾ, ਇਸ ਕਰਕੇ ਨਹੀਂ ਸੀ। ਪਰ ਮਤਲਬ ਬੁੱਢੇ ਨਾਲੇ ਦਾ ਲੁਧਿਆਣੇ ਨਾਲ ਤਾਂ ਸੰਬੰਧ ਹੈ ਹੀ ਨਹੀਂ, ਲੁਧਿਆਣੇ ਦੇ ਕੋਲ ਹੀ ਲੰਘਦਾ ਤੇ ਸਤਲੁਜ ਚੋਂ ਨਿਕਲਦਾ ਸਤਲੁਜ ਹੀ ਪੈ ਜਾਂਦਾ। ਇਸ ਤਰ੍ਹਾਂ ਦੀ ਹਾਂਜੀ, ਸਾਡੇ ਇੱਥੇ ਇੱਕ ਜਿਹੜਾ ਅਖਾਣ ਹੈ ਦਰਿਆਵਾਂ ਦਾ ਬੜਾ ਵਰਤਿਆ ਜਾਂਦਾ ਹੈ ਕਿ ਰਾਵੀ ਰਾਸ਼ਕਾਂ ਤੇ ਚਨਾ ਆਸ਼ਕਾਂ। ਹਾਂਜੀ, ਤੇ ਇੱਥੇ ਪ੍ਰੋਫੈਸਰ ਜਸਬੀਰ ਸਿੰਘ ਹੋਰਾਂ ਨੇ ਵੀ ਪੁੱਛਿਆ ਕਿ ਚਨਾਹ ਨੂੰ ਜਿੱਦਾਂ ਆਸ਼ਕਾਂ ਦਾ ਦਰਿਆ ਕਿਹਾ ਜਾਂਦਾ ਹੈ, ਤੇ ਸਤਲੁਜ ਨਾਲ ਕੋਈ ਇਹੋ ਜਿਹੀ ਅਗਰ ਕੋਈ ਗੱਲ ਐਸੋਸੀਏਟ ਹੈ? ਦੇਖੋ ਸਤਲੁਜ ਨੂੰ ਤਾਂ ਮਾਲਵੇ, ਜਿਵੇਂ ਮਾਲਵੇ ਬਾਰੇ ਕਹਾ ਵੀ ਜਿੰਨਾ ਇਸ਼ਕ ਮਾਲਵੇ ਨੇ ਸਤਲੁਜ ਨੂੰ ਕੀਤਾ, ਮਤਲਬ ਮੈਂ ਦੁਆਬੇ ਕਹਾਣੀ ਮੈਨੂੰ ਪਤਾ ਹੈਗਾ ਕਿਉਂਕਿ ਮੈਂ ਤਾਂ ਆਪਣੇ ਇਲਾਕੇ ਦੇ ਜਾਵਾਂ ਬਾਰੇ ਬਈ ਉਹ ਜਿਹੜਾ ਮਤਲਬ ਕਿੰਨੇ ਸਾਲ ਸਦੀਆਂ ਪਹਿਲਾਂ ਸ਼ਾਇਦ ਉੱਥੇ ਲੰਘਦਾ ਹੋਊਗਾ ਜਾਂ ਉਹਦੀ ਧਾਰਾ ਪਈ ਹੋਊਗੀ, ਪਰ ਅੱਜ ਵੀ ਉਹ ਮਾਣ ਨਾਲ ਤੁਹਾਨੂੰ ਮੰਡੀ ਕਲਾਂ ਬਠਿੰਡਾ ਕਿਤੇ ਦਾ ਵੀ ਬੰਦਾ ਕਹਿੰਦਾ ਇਹ ਨਜ਼ਰ ਆ ਜੂ ਵੀ ਸਾਡੇ ਪਿੰਡ ਦੀ ਲੰਘਦਾ ਹੀ ਸਤਲੁਜ। ਮਤਲਬ ਮੁਹੱਬਤ ਹੀ, ਇਹ ਤਾਂ ਮੁਹੱਬਤ ਹੀ ਹੈ ਨਾ, ਜਾਂ ਮਤਲਬ ਮਾਣ ਹੀ ਹੈ ਨਾ ਉਸ ਦਰਿਆ ਦਾ ਕਿ ਸਾਡਾ ਵੀ ਕੋਈ ਰਿਸ਼ਤਾ ਸੀ, ਹੁਣ ਹੈ ਨਹੀਂ, ਮਤਲਬ ਹੁਣ ਥੋੜਾ ਦੂਰ ਚਲਾ ਗਿਆ ਉਹ। ਪਰ ਮਤਲਬ ਸਤਲੁਜ ਵੀ ਫਿਰ ਮੈਨੂੰ ਲੱਗਦਾ ਕਿ ਆਸ਼ਕਾਂ ਦਾ ਹੀ ਉਹ ਆ ਜਿਹੜੇ ਉਹਦੇ ਜਿਵੇਂ ਜੇ ਸਤਲੁਜ ਹੁੰਦਾ ਤਾਂ ਮੈਨੂੰ ਲੱਗਦਾ ਕਿ ਮਾਲਵੇ ਸਿੰਜਿਆ ਕਿਵੇਂ ਜਾਂਦਾ, ਉਹਨੇ ਸਿੰਜਿਆ ਸਾਨੂੰ, ਉਹਨੇ ਸਾਨੂੰ ਰੋਟੀ ਖਿਲਾਈ ਹੈ ਜੀ। ਠੀਕ ਹੈ, ਠੀਕ ਹੈ। ਉਹ ਮੇਰਾ ਖਿਆਲ ਹੈ ਕਿ ਜਸਬੀਰ ਹੋਣੀ ਜਿਹੜੀ ਗੱਲ ਕਰ ਰਹੇ ਨੇ ਉਹ ਤੇ ਉਸੇ ਜਿੱਦਾਂ ਕਹਾਣੀਆਂ ਜਿਹੜੀ ਹੈ ਸੋਹਣੀ ਚਨਾਹ ਚ ਡੁੱਬ ਮੋਈ ਤੇ ਰਾਂਝਾ ਚਨਾਹ ਦੇ ਨਾਲ ਨਾਲ ਟੁਰਿਆ ਜਿਹੜਾ ਤਖਤ ਧਾਰਾ ਛੱਡਿਆ, ਉਸ ਤਰ੍ਹਾਂ ਦੀ ਸ਼ਾਇਦ ਕੋਈ ਗੱਲ ਮੇਰਾ ਖਿਆਲ ਕਿ ਉਹ ਕਰ ਰਹੇ ਨੇ। ਦੇਖੋ ਸਾਡੇ ਜਿਹੜੇ ਕਹਿ ਲਓ ਵੀ ਇਲਾਕੇ ਦੇ ਨੇ, ਮਤਲਬ ਕਾਕਾ ਪ੍ਰਤਾਪੀ ਦਾ ਜਿਹੜਾ ਕਿੱਸਾ ਪੰਜਾਬ ਦੇ ਉਹਦੇ ਸਾਡੇ ਸਮਰਾਲੇ ਇਲਾਕੇ ਦਾ, ਤਾਂ ਉਹ ਉਸ ਤਰ੍ਹਾਂ ਦੇ ਜਿਹੜੇ ਲਵ ਲੈਜੈਂਡਸ ਹੋਏ ਨੇ ਉਹ ਮਤਲਬ ਉਹ ਤਾਂ ਹੈਗੇ ਨੇ, ਮਤਲਬ ਸਤਲੁਜ ਦੇ ਆਲੇ ਦੁਆਲੇ ਵੀ ਹੈਗੇ ਨੇ। ਜੀ ਜੀ, ਇਹ ਇੱਥੇ ਇੱਕ ਹੈਵੇ ਪ੍ਰੋਫੈਸਰ ਸਾਡੇ ਨਾਲ ਅਮਨਦੀਪ ਕੌਰ ਹੋਣਾ, ਉਹਨਾਂ ਨੇ ਪੁੱਛਿਆ ਤੁਹਾਡੀ ਇੱਕ ਫਿਲਮ ਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਰਸਾ ਸੀ ਨਾਮ ਰੱਖਿਆ ਕਿਸੇ ਫਿਲਮ ਦਾ ਤੁਹਾਡੀ ਦਾ, ਉਹਦੇ ਬਾਰੇ ਕਹਿੰਦੇ ਕੁਝ ਦੱਸੋ ਸਾਨੂੰ, ਇਹ ਨਾਂ ਜਿਹੜਾ ਤੁਸੀਂ ਰੱਖਿਆ। ਉਹ ਸਰਸਾ, ਦੇਖੋ ਸਰਸਾ ਤੁਸੀਂ ਚੰਗਾ ਹੋਇਆ ਇਹ ਵੀ ਮੈਂ ਜ਼ਿਕਰ ਕਰਨਾ ਸੀ ਸਰਸਾ ਦੇ ਬਾਰੇ। ਸਰਸਾ ਇੱਕ ਦਰਿਆ ਜਿਹੜਾ ਮਤਲਬ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਨਿਕਲਦਾ, ਤੇ ਉਹ ਕੀਰਤਪੁਰ ਸਾਹਿਬ ਜਾਂ ਅਨੰਦਪੁਰ ਸਾਹਿਬ ਤੇ ਰੋਪੜ ਦੇ ਵਿਚਕਾਰ ਇੱਕ ਜਗ੍ਹਾ ਪਰਿਵਾਰ ਵਿਛੋੜਾ ਸਾਹਿਬ, ਉੱਥੇ ਗੁਰਦੁਆਰਾ ਬਣਿਆ ਹੋਇਆ ਸਰਸਾ ਨੰਗਲ ਉਹ ਜਗ੍ਹਾ ਦਾ ਨਾਮ ਆ, ਤੇ ਦਰਿਆ ਦਾ ਨਾਮ ਸਰਸਾ। ਤੇ ਉਹ ਅੱਗੇ ਥੋੜੀ ਦੂਰ ਉੱਥੇ ਹੀ ਸਰਸਾ ਤੋਂ ਮਤਲਬ ਜਿਹੜਾ ਸਰਸਾ ਨੰਗਲ ਤੋਂ ਅੱਗੇ ਜਾ ਕੇ ਉਹ ਦਰਿਆ ਸਤਲੁਜ ਦੇ ਵਿੱਚ ਮਿਲ ਜਾਂਦਾ ਉਹਦੀ। ਤੇ ਉਹ ਜਿਹੜਾ ਦਰਿਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਸੀ ਜਿਹੜਾ, ਉਹ ਸਰਸਾ ਨਦੀ ਦੇ ਕੰਢੇ ਪਿਆ ਸੀ, ਸਾਰਿਆਂ ਨੂੰ ਹੀ ਪਤਾ। ਤੇ ਉਹ ਮਤਲਬ ਤੁਹਾਡੇ ਮਗਰ ਫੌਜ ਪਈ ਹੋਈ ਆ ਤੇ ਦਰਿਆ 'ਚ ਹੜ੍ਹ ਆਇਆ ਹੋਇਆ, ਤੁਸੀਂ ਅੱਗੇ ਵਧਣਾ, ਤੇ ਉਸ ਵੇਲੇ ਜਿਹੜੇ ਫੈਸਲੇ ਮਤਲਬ ਗੁਰੂ ਸਾਹਿਬ ਨੇ ਲਏ ਹੋਣਗੇ ਜਾਂ ਉਹਨਾਂ ਦੇ ਸਿੰਘਾਂ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਉਹਦੇ ਵਿੱਚ ਠੱਲਣ ਦੇ, ਉਸ ਦਰਿਆ ਨੂੰ ਪਾਰ ਕਰਨ ਦੀ ਹੌਸਲਾ ਦਿਖਾਇਆ ਹੋਊਗਾ, ਤਾਂ ਉਹ ਇੱਕ ਮੈਟਾਫਰ ਸੀ ਸਰਸਾ ਜਿਹੜਾ ਸੀ ਫਿਲਮ ਦੇ ਵਿੱਚ ਸੀ ਕਿ ਜਿਹੜੀ ਫੈਸਲਾ ਕੁਨ ਘੜੀ ਆ ਉਹ ਹਰ ਕਿਸੇ ਦੀ ਜ਼ਿੰਦਗੀ 'ਚ ਆਉਂਦੀ ਹੈ, ਤੇ ਮਤਲਬ ਸਰਸਾ ਪਾਰ ਕਰਨ ਜਿੰਨੀ ਹੋਈ ਔਖੀ ਹੁੰਦੀ ਹੈ। ਸੋ ਇੱਕ ਮੈਟਾਫਰ ਦੇ ਤੌਰ ਦੇ ਉੱਤੇ ਅਸੀਂ ਉਹ ਫਿਲਮ ਦਾ ਨਾਮ ਰੱਖਿਆ ਸੀ। ਇਤਿਹਾਸਕ ਘਟਨਾ ਇਹ। ਅੱਛਾ ਜੀ, ਸਾਡੇ ਨਾਲ ਇੱਥੇ ਸਾਡੇ ਬੜੇ ਪਿਆਰੇ ਦੋਸਤ ਨੇ ਇੱਕ ਸ਼ੇਖ ਅਨਵਰ ਨਈਮ ਸਾਹਿਬ, ਉਹਨਾਂ ਨੇ ਬੁੱਢਾ ਦਰਿਆ ਦਾ ਕਿਹਾ ਕਿ ਬੁੱਢੇ ਦਰਿਆ ਦਾ ਨਾਂ ਅੱਜ ਵੀ ਚੱਲਦਾ ਹੈ, ਗੰਡਾ ਸਿੰਘ ਤੋਂ ਲੈ ਕੇ ਤੇ ਹੈਡ ਸਲਮਾਨਕੀ ਤੱਕ ਪਾਕਿਸਤਾਨ ਵਿੱਚ ਜਿਹੜੀ ਪਾਰਟ 0 ਲਾਈਨ ਦੇ ਨਾਲ ਵਗਦੀ ਹੈ, ਅਸੀਂ ਅੱਜ ਵੀ ਇਸ ਨੂੰ ਬੁੱਢਾ ਦਰਿਆ ਹੀ ਕਹਿੰਦੇ ਹਾਂ। ਇਹ ਬਹੁਤ ਇੰਟਰਸਟਿੰਗ ਗੱਲ ਹੈ ਜੀ, ਬੁੱਢਾ ਜਿਹੜਾ ਮਤਲਬ ਸਾਡੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਵੀ ਚਮਕੌਰ ਸਾਹਿਬ ਤੋਂ ਸੰਘੋਲ ਤੋਂ ਫਿਰ ਖੰਨੇ ਨੂੰ ਜਿਹੜੀ ਧਾਰਾ ਜਾਂਦੀ ਸੀ ਅੱਗੇ, ਉਹ ਪੈਲ ਮਤਲਬ ਅੱਗੇ ਜਾਂਦੀ ਸੀ, ਤਾਂ ਉਹ ਜਿਹੜੀ ਧਾਰਾ ਨੂੰ ਵੀ ਬੁੱਢਾ ਦਰਿਆ ਹੀ ਕਿਹਾ ਜਾਂਦਾ ਸੀ। ਮਤਲਬ ਇਹ
ਹੋ ਸਕਦਾ ਉਹਨਾਂ ਚੋਂ ਕੋਈ ਧਾਰਾ ਜਿਹੜੀ ਉਹ ਬੋਰ ਤੱਕ ਪਹੁੰਚਦੀ ਹੋਵੇ ਜਾਂ ਅੱਗੇ ਪਹੁੰਚਦੀ ਹੋਵੇ, ਉਹਦਾ ਨਾਂ ਬੁੱਢਾ ਦਰਿਆ ਹੋਵੇ। ਪਰ ਜਿਹੜਾ ਬੁੱਢਾ ਦਰਿਆ ਉਹ ਬਿਲਕੁਲ ਲੁਧਿਆਣੇ ਦੇ ਕੋਲ ਜੀ ਵਗਦਾ। ਤੇ ਪਰ ਕਿਉਂਕਿ ਉਹ ਜਿਹੜਾ ਜਦੋਂ ਸਤਲੁਜ ਨੇ ਉਹ ਵਹਿਣ ਮੱਲਿਆ ਹੋਊਗਾ, ਜਿਹੜਾ ਬੁੱਢੇ ਦਰਿਆ ਜਿਹਨੂੰ ਅੱਜ ਅਸੀਂ ਬੁੱਢਾ ਦਰਿਆ ਕਹਿੰਦੇ ਹਾਂ, ਉਹ ਜਿਹੜਾ ਵਹਿਣ ਆ ਉਹਦਾ ਜਿਵੇਂ ਮੈਂ ਉਹਦੇ ਨਾਮ ਲਏ ਸੀ ਕਿ ਜਿਵੇਂ ਉਹ ਮਤਲਬ ਫਰੀਦਕੋਟ 'ਚ ਹੋ ਕੇ ਤੇ ਫਿਰ ਆਪਣੇ ਫਾਜ਼ਿਲਕਾ ਬਹਾਵਲ ਨਗਰ ਜਿਹੜਾ ਬਹਾਵਲਪੁਰ ਉਹ ਵੀ ਇੱਕ ਧਾਰਾ ਸੀ। ਤਾਂ ਹੋ ਸਕਦਾ ਫਿਰ ਉਹ ਸਾਰੇ ਪੰਜਾਬ ਤੋਂ ਬੁੱਢਾ ਦਰਿਆ ਦੇ ਨਾਲ ਹੀ ਉਹ ਧਾਰਾ ਜਾਣੀ ਜਾਂਦੀ ਹੈ। ਜੀ ਬਿਲਕੁਲ। ਇੱਥੇ ਅਸੀਂ ਇੱਕ ਗੱਲ ਕਰਨੀ ਪ੍ਰੋਫੈਸਰ, ਇੱਥੇ ਸਾਡੇ ਨਾਲ ਦੋਸਤ ਨੇ ਇਰਫਾਨ ਚੌਧਰੀ ਸਾਹਿਬ, ਤੇ ਹੋਰ ਵੀ ਅਸੀਂ ਇਸ ਤੋਂ ਪਹਿਲੇ ਵੀ ਇਰਫਾਨ ਨੇ ਵੀ ਇੱਥੇ ਇੱਕ ਲੈਕਚਰ ਕੀਤਾ ਸੀ ਜਿਹੜਾ ਪਾਣੀਆਂ ਤੇ ਹੀ ਸੀ, ਦਰਿਆਵਾਂ ਦਾ ਜਿਹੜਾ ਇੰਡਸ ਵਾਟਰ ਟ੍ਰੀਟੀ ਹੋਇਆ ਸੀ, ਜਿਹੜੀ ਦਰਿਆਵਾਂ ਦੀ ਵੰਡ ਵੀ ਕੀਤੀ ਗਈ ਸੀ। ਤੇ ਉਹਦੇ 'ਚ ਅਸੀਂ ਇਹ ਗੱਲ ਕਰਦੇ ਹੁੰਦੇ ਕਿ ਪੰਜਾਬ ਦੀ ਵੰਡ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਵੰਡੇ, ਕਲਚਰ ਵੀ ਵੰਡੇ ਤੇ ਨਾਲ ਹੀ ਦਰਿਆ ਵੀ ਵੰਡ ਦਿੱਤੇ। ਤੇ ਉਹ ਉਹਨਾਂ ਨੂੰ ਲਿਵਿੰਗ ਐਂਟੀਟੀ ਦੇ ਤੌਰ ਤੇ ਡੀਲ ਕਰਦੇ ਨੇ ਕਿ ਪੂਰੀ ਦੁਨੀਆ ਜਿਹੜੀ ਦਰਿਆ ਨੂੰ ਇੱਕ ਲਿਵਿੰਗ ਐਂਟੀਟੀ ਦੇ ਤੌਰ ਤੇ ਵੇਖਦੀ ਹੈ, ਤੇ ਉਹਦਾ ਰਾਈਟ ਨੇ ਕਿ ਉਹ ਕਿਸ ਤਰ੍ਹਾਂ ਉਹਨੂੰ ਕੋਈ ਡੱਕ ਨਹੀਂ ਸਕਦਾ, ਉਹਦੇ ਰਾਹ ਨੂੰ ਕੋਈ ਡੱਕ ਨਹੀਂ ਸਕਦਾ, ਉਹਦੇ ਅੰਦਰ ਜਿਹੜੀਆਂ ਛਾਵਾਂ ਨੇ ਉਹ ਸਾਰੀਆਂ ਦਾ ਹੱਕ ਹੈ। ਤੇ ਕੀ ਅਸੀਂ ਅੱਜ ਜਿੱਦਾਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਤੁਸੀਂ ਦੱਸਿਆ ਬਹੁਤ ਸਾਰੇ ਵਹਿਣ ਬੰਦ ਹੋ ਗਏ, ਉਹ ਰਾਹ ਹੀ ਭੁੱਲ ਗਏ ਜਾਂ ਲੋਕਾਂ ਨੇ ਉਹ ਪਾਣੀ ਗੰਦੇ ਕਰ ਦਿੱਤੇ, ਤੇ ਇਹਨੂੰ ਲੈ ਕੇ ਵੀ ਕੋਈ ਗੱਲਬਾਤ ਚੱਲਦੀ ਪਈ ਹੈ, ਕੋਈ ਗੱਲ ਹੋ ਰਹੀ ਹੈ ਕਿ ਇਹਨਾਂ ਨੂੰ ਵੀ ਬਚਾਇਆ ਜਾਣਾ, ਇਹਨਾਂ ਨੂੰ ਵੀ ਇੱਕ ਜ਼ਿੰਦਾ ਸ਼ਾਇਦ ਸਮਝਿਆ ਜਾਵੇ? ਦੇਖੋ ਇਹ ਤਾਂ ਜੀ ਹਰ ਸਮਾਜ ਦੇ, ਹਰ ਸੁਸਾਇਟੀ ਦੇ ਲਈ ਫਿਕਰ ਦਾ ਮਸਲਾ ਹੈ ਜੀ, ਉਹ ਆਪਣੇ ਦਰਿਆਵਾਂ ਨੂੰ ਪੋਲਿਊਟ ਕਰ ਰਿਹਾ। ਤੇ ਜਿਵੇਂ ਮਤਲਬ ਇੱਕ ਕੋਸ਼ਿਸ਼ ਜਿਵੇਂ ਸੰਤ ਸੀਚੇਵਾਲ ਵਾਲਿਆਂ ਨੇ ਕੀਤੀ, ਉਹਨਾਂ ਨੇ ਜਿਹੜੀ ਕਾਲੀ ਬੇਈ ਆ ਜਿੱਥੇ ਉਹਨਾਂ ਨੂੰ ਸਾਫ਼ ਕੀਤਾ, ਪੂਰਾ 200-250 ਕਿਲੋਮੀਟਰ ਲੰਬੀ ਉਹ ਸੀ ਬੇਈ ਨੂੰ ਸਾਫ਼ ਕਰਨ ਦਾ ਉਪਰਾਲਾ ਉਹਨਾਂ ਨੇ ਕੀਤਾ। ਉਹ ਬਹੁਤ ਹੀ ਮਤਲਬ ਇੱਕ ਪੰਜਾਬ ਦੇ ਇਤਿਹਾਸ ਵਿੱਚ ਇੱਕ ਵੱਡੀ ਗੱਲ ਗਿਣੀ ਜਾਊਗੀ। ਤੇ ਪਰ ਨਾਲ ਦੀ ਨਾਲ ਕਿ ਜਿਹੜਾ ਦਰਿਆ ਨੇ, ਜਿਵੇਂ ਹੁਣ ਮੈਂ ਇੱਕ ਆਪਣੇ ਕੱਲ ਇੱਕ ਦੋਸਤ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਮੰਡੀ ਕਲਾਂ ਕੋਲ ਜੀ ਵਹਿਣ ਹੁੰਦਾ ਸੀ, ਵੀ ਉਹ ਹੈ, ਉਹ ਕਿਸ ਤਰ੍ਹਾਂ? ਉਹ ਕਹਿੰਦੇ ਉਹ ਕੋਈ ਵਹਿਣ ਸੀ, ਉੱਥੇ ਤਾਂ ਮੱਝਾਂ ਇੰਨਾ ਕਾਲਾ ਪਾਣੀ ਆ ਤੇ ਉਹ ਪਲਸੇਠੇ ਮਾਰਦੀਆਂ ਫਿਰਦੀਆਂ ਨੇ, ਤੇ ਉਹ ਤਾਂ ਕਦੇ ਲੱਗਦਾ ਨਹੀਂ ਵੀ ਇੱਥੋਂ ਕਦੇ ਕੋਈ ਚੰਗੀ ਧਾਰਾ ਵਗਦੀ ਹੋਊਗੀ। ਸੋ ਪੋਲਿਊਟ ਤਾਂ ਅਸੀਂ ਕੀਤਾ ਹੀ ਆ, ਪਰ ਨਾਲ ਦੀ ਨਾਲ ਜੀ ਜਿਵੇਂ ਸਾਡੇ ਦੋਸਤ ਨੇ ਬਲਵਿੰਦਰ ਗਰੇਵਾਲ, ਪੰਜਾਬ ਦੇ ਬਹੁਤ ਮਤਲਬ ਮੇਰੇ ਤਾਂ ਵੱਡੇ ਭਰਾ ਨੇ, ਬਹੁਤ ਮਸ਼ਹੂਰ ਕਹਾਣੀਕਾਰ ਨੇ, ਲੇਖਕ ਨੇ, ਉਹ ਇੱਕ ਗੱਲ ਕਹਿੰਦੇ ਸੀ, ਕਹਿੰਦੇ ਵੀ ਪਾਣੀ ਅਜੇ ਵੀ ਸਾਡੇ ਕੋਲ ਕੋਈ ਘਾਟ ਨਹੀਂ ਹੈਗੀ ਪਾਣੀ ਦੀ, ਪਾਣੀ ਬਚਾਇਆ ਵੀ ਜਾ ਸਕਦਾ ਤੇ ਪਾਣੀ ਸਾਫ਼ ਵੀ ਰੱਖਿਆ ਜਾ ਸਕਦਾ। ਜਿਵੇਂ ਉਹਨਾਂ ਨੇ ਕਈ ਗੱਲਾਂ ਦੱਸੀਆਂ ਵੀ ਆਹ ਸੂਏ ਚਾਲੂ ਕਰਨੇ ਚਾਹੀਦੇ ਨੇ, ਖੂਹ ਪੱਟੇ ਜਾਣੇ ਚਾਹੀਦੇ ਨੇ, ਉਹਦੇ ਨਾਲ ਰੀਚਾਰਜ ਵੀ ਹੋਊਗਾ, ਨਾਲ ਦੀ ਨਾਲ ਪਾਣੀ ਵੀ, ਮਤਲਬ ਉਹ ਕਹਿੰਦੇ ਵੀ ਇਹ ਸਾਡੇ ਬਜ਼ੁਰਗਾਂ ਕੋਲ ਇਸ ਤਰ੍ਹਾਂ ਦੇ ਤਰੀਕੇ ਸੀ, ਹੜ੍ਹਾਂ ਤੋਂ ਬਚਣ ਦੇ ਵੀ ਸੀ, ਵਹਿਣਾਂ ਤੋਂ ਮਤਲਬ ਜਿਹੜਾ ਰੌਂ ਆਉਂਦੇ ਨੇ ਉਹਨਾਂ ਤੋਂ ਵੀ ਬਚਣ ਦੇ ਸੀ। ਪਰ ਮਤਲਬ ਇਹ ਸਾਰੀ ਮਤਲਬ ਸਾਡੇ ਕੋਲ ਹੈ, ਪਰ ਜਿਹੜਾ ਸਰਕਾਰ ਆ, ਕਿਉਂਕਿ ਦੋ ਹੀ, ਮੈਂ ਬਾਈ ਦਲਜੀਤ ਤਾਂ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਨੇ ਵੀ ਇਹ ਜਿਹੇ ਕੰਮ ਨੇ ਜਿਹੜੇ ਉਹ ਦੋ ਬੰਦਿਆਂ ਦੇ ਹੁੰਦੇ ਨੇ, ਜਾਂ ਤਾਂ ਤਿਆਗੀ ਬੰਦਾ ਕਰਦਾ ਹੁੰਦਾ ਜਿਹੜਾ ਤਿਆਗੀ ਆ, ਜਾਂ ਫਿਰ ਉਹ ਸਰਕਾਰ ਕਰਦੀ। ਸੋ ਮਤਲਬ ਦੋਵਾਂ ਦੀ ਵੀ ਲੋੜ ਆ, ਤਿਆਗੀਆਂ ਦੀ ਤੇ ਸਰਕਾਰ ਨੂੰ ਆਪਣੀ ਜਿਹੜੀ ਮਤਲਬ ਮੇਨ ਤਾਂ ਉਹਨੂੰ ਹੀ ਕਰਨਾ ਚਾਹੀਦਾ ਹੈ। ਪਰ ਸਾਨੂੰ ਬਤੌਰ ਮਤਲਬ ਨਿੱਜੀ ਵੀ ਇਹ ਸਾਡੇ ਦਰਿਆ ਨੇ, ਇਹਨਾਂ ਦਾ ਨਾਲ ਸਾਡਾ ਇੱਕ ਰਿਸ਼ਤਾ ਬਣਦਾ। ਤੇ ਜਦੋਂ ਅਸੀਂ ਮਤਲਬ ਜਿਵੇਂ ਮੈਂ ਸਾਰਾ ਕੋਈ ਖੋਜ ਦਾ ਮਤਲਬ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਖੋਜੀ ਨਹੀਂ ਮੰਨਦਾ ਹੈਗਾ, ਮੈਂ ਜਿਗਿਆਸਾ ਦੇ ਵਿੱਚੋਂ ਚੀਜ਼ ਉਹ ਦੇਖਦਾ। ਪਰ ਮੈਨੂੰ ਐ ਲੱਗਦਾ ਕਿ ਉਹ ਕਿਉਂਕਿ ਮੇਰਾ ਉਸ ਧਰਤੀ ਨਾਲ, ਉਸ ਦਰਿਆ ਨਾਲ, ਉਹਨਾਂ ਲੋਕਾਂ ਦੇ ਨਾਲ, ਚਾਹੇ ਉਹ ਅੱਜ ਤੋਂ 4000 ਸਾਲ ਪਹਿਲਾਂ ਸੀ ਜਾਂ 65000 ਸਾਲ ਪਹਿਲਾਂ ਸੀ, ਤੁਹਾਡਾ ਇੱਕ ਰਿਸ਼ਤਾ ਤਾਂ ਉਹਨਾਂ ਨਾਲ, ਮਤਲਬ ਤੁਸੀਂ ਉਹਨਾਂ ਨੂੰ ਆਪਣੇ ਪੁਰਖੇ ਸਮਝਦੇ ਹੋ, ਆਪਣੀਆਂ ਜਿਵੇਂ ਤੁਸੀਂ ਲਿਵਿੰਗ ਐਂਟੀਟੀਜ਼ ਕਿਹਾ, ਵੀ ਇੱਕ ਉਹ ਜ਼ਿੰਮੇਵਾਰੀ ਸਾਨੂੰ ਸਮਝਣੀ ਚਾਹੀਦੀ ਜੀ। ਮੈਂ ਗੱਲ ਇੱਥੇ ਆਪਣੇ ਵੱਲ ਦੀ ਕਰਾਂਗਾ ਕਿ ਇੱਥੇ ਇੱਕ ਜਿਹੜਾ ਪਹਿਲੇ ਦਰਿਆਵਾਂ 'ਚ ਜਿਹੜਾ ਆਉਂਦਾ ਹੁੰਦਾ ਸੀ ਹੜ੍ਹ, ਉਹ ਤੇ ਹੁਣ ਘਟ ਗਿਆ, ਤੇ ਹੁਣ ਇੱਥੇ ਇੱਕ ਹੜ੍ਹ ਜਿਹੜਾ ਨਾ ਉਹ ਕਲੋਨੀਆਂ ਬਣਾ ਕੇ ਤੇ ਰੀਅਲ ਸਟੇਟ ਦਾ ਇੱਕ ਹੜ੍ਹ ਆਇਆ ਹੋਇਆ, ਜਿਹੜਾ ਨਾ ਤੇ ਉਹ ਵਹਿੰਦਾ ਹੈ ਕਿ ਉੱਗਣ ਵਾਲੀ ਜ਼ਰਖੇਜ਼ ਜ਼ਮੀਨ ਹੈ, ਉਹ ਵੀ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ, ਔਰ ਦਰਿਆਵਾਂ ਦੇ ਆਲੇ ਦੁਆਲੇ ਵੀ, ਔਰ ਦਰਿਆਵਾਂ ਦੇ ਵਿੱਚ ਤੱਕ ਵੜ ਗਏ ਨੇ। ਤੇ ਮੈਨੂੰ ਯਾਦ ਹੈ ਕਿ ਇੱਥੇ ਕੁਛ ਚਿਰ ਪਹਿਲੇ ਲੈਲਪੁਰ ਦੇ ਬਿਲਕੁਲ ਨਾਲ ਚਨਿਓੜ ਦੇ ਕੋਲੋਂ ਦਰਿਆ ਚਨਾਹ ਲੰਘਦਾ, ਤੇ ਉਹਦੇ ਬਾਰੇ ਮਸ਼ਹੂਰ ਹੁੰਦਾ ਸੀ ਕਿ ਜਦੋਂ ਚੜ੍ਹਦਾ ਸੀ ਤੇ ਉਹਦੀ ਇੱਕ ਲਰ ਜਿਹੜੀ ਇਹ ਇੱਕ ਵਹਿਣ ਜਿਹੜਾ ਹੈ ਉਹ ਲੈਲਪੁਰ ਦੇ ਵਿੱਚੋਂ ਦੀ ਇੰਜ ਲੰਘਦਾ ਹੁੰਦਾ ਸੀ।
ਤੇ ਕੁਝ ਚਿਰ ਪਹਿਲੇ ਪਤਾ ਲੱਗਾ ਕਿ ਉਹ ਵੈਨ ਵੀ ਖਤਮ ਕਰਕੇ ਤੇ ਉੱਥੇ ਵੀ ਕਲੋਨੀ ਕੱਟ ਦਿੱਤੀ ਉਹਨਾਂ ਨੇ। ਤੇ ਉਹ ਇਸ ਤਰ੍ਹਾਂ ਦੀ ਗੱਲਬਾਤ ਇੱਧਰ ਸਤਲੁਜ ਨਾਲ ਕੀ ਬੀਤੀ, ਕਿਉਂਕਿ ਸਤਲੁਜ ਤੇ ਹੁਣ ਉੱਧਰ ਹੀ ਰਹਿ ਗਿਆ ਸਾਡੇ ਵੱਲ, ਤੇ ਹੁਣ ਉਹਦਾ ਨਾਂ ਹੀ ਆ ਬਾ ਪੁਲ ਹੀ ਆ। ਨਹੀਂ, ਸਤਲੁਜ ਤਾਂ ਆਪਣਾ ਮਤਲਬ ਠੀਕ ਹੈ, ਪਰ ਜਿਹੜੀਆਂ ਉਹਦੀਆਂ ਧਰਾਵਾਂ ਸੀ, ਮਤਲਬ ਸਿਰਫ ਮੇਨ ਕੋਰਸ ਦੀ ਖੂਬਸੂਰਤੀ ਨਹੀਂ ਨਾ, ਜਿਹੜੀ ਉਹਦੇ ਵਿੱਚੋਂ ਨਿਕਲ ਕੇ ਕਦੇ ਮਿਲ ਜਾਂਦੀ ਆ, ਪੂਰਾ ਜਿਨ੍ਹਾਂ ਨੇ ਜਾਲ ਵਿਛਾਇਆ ਪਿਆ ਇਲਾਕੇ ਦੇ ਖਿੱਤੇ ਦੇ ਵਿੱਚ। ਜਿਵੇਂ ਹੁਣ ਮੈਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀਆਂ ਧਰਾਵਾਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਇੱਕ ਆਹ ਤਾਂ ਟਰੈਕ ਕਰ ਲਈ ਹੈ ਤੋਂ ਅੱਗੇ, ਉਹ ਤੁਹਾਨੂੰ ਮਿਲਦੀਆਂ ਹੀ ਨਹੀਂ ਹੈਗੀਆਂ। ਉਹ ਸਾਰੀ ਮਤਲਬ ਉਹ ਮਤਲਬ ਖਤਮ ਹੋ ਗਈਆਂ ਨੇ, ਜਾਂ ਉੱਥੇ ਖੇਤੀ ਹੋ ਗਈ ਆ, ਜਾਂ ਉੱਥੇ ਬਿਲਡਿੰਗਸ ਬਣ ਗਈਆਂ ਨੇ। ਹੁਣ ਜਿਵੇਂ ਮੈਂ ਇੱਕ ਬਹੁਤ ਔਖਾ ਇੱਕ ਰੈਫਰੈਂਸ ਲੱਭਿਆ ਕਿ ਜਿਹੜੀ ਇਹ ਪਟਿਆਲੇ ਵਾਲੀ ਨਦੀ ਆ, ਇਹ ਪਿੱਛੋਂ ਕਿੱਥੋਂ ਆਉਂਦੀ ਆ, ਉਹਨਾਂ ਨੇ ਖਰੜ ਲਿਖਿਆ ਹੋਇਆ ਸੀ। ਹੁਣ ਉਹ ਖਰੜ ਦੇ ਵਿੱਚੋਂ ਤੁਹਾਨੂੰ ਉਹ ਪਟਿਆਲੇ ਵਾਲੀ ਨਦੀ ਲੱਭਣੀ ਔਖੀ ਹੋ ਜਾਂਦੀ ਆ, ਕਿਉਂਕਿ ਉਹਨਾਂ ਨੇ ਉਹ ਬਿਲਕੁਲ ਕਬਜ਼ਾ ਕਰ ਲਿਆ, ਜਾਂ ਮਤਲਬ ਸਾਰਾ ਉਹ ਹੁਣ ਤੁਹਾਨੂੰ ਉਹ ਜਿਹੜੇ ਵਹਿਣ ਨੇ, ਰੌ ਨੇ, ਜਾਂ ਜਿਹੜੀ ਵੀ ਆ ਧਾਰਾਵਾਂ ਨੇ, ਉਹ ਹੁਣ ਤੁਹਾਨੂੰ ਮਿਲਦੀਆਂ ਹੀ ਨਹੀਂ ਹੈਗੀਆਂ। ਸੋ ਇਹ ਮਤਲਬ ਇਹ ਤਾਂ ਹੈ ਹੀ ਸਾਰੇ ਪਾਸੇ ਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਇਸ ਜਿਹੜਾ ਹੈ ਲੈਕਚਰ ਵਾਸਤੇ। ਸਾਡੇ ਵੱਲ ਤੇ ਔਰ ਪੂਰੇ ਅਸੀਂ ਪੰਜਾਬ ਦੀ ਹੀ ਗੱਲ ਕਰਨੇ ਆ ਕਿ ਪੰਜਾਬ ਦੇ ਦਰਿਆਵਾਂ ਦੇ ਉੱਪਰ ਅਸੀਂ ਕਾਫੀ ਦਿਨਾਂ ਤੋਂ ਗੱਲ ਕਰ ਰਹੇ ਸਾਂ, ਔਰ ਬੜਾ ਹੀ ਚੰਗਾ ਲੱਗਾ ਜਦੋਂ ਤੁਹਾਡਾ ਜਿਹੜਾ ਇਹ ਲੈਕਚਰ ਵੀ ਸਾਡੇ ਸਾਹਮਣੇ ਆਇਆ। ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਹ ਗੱਲਬਾਤ ਕਰਦੇ ਰਵਾਂਗੇ ਦਰਿਆਵਾਂ ਦੇ ਹਵਾਲੇ ਨਾਲ, ਕਿਉਂਕਿ ਹੁਣ ਇਹ ਮਸਲਾ ਜਿਹੜਾ ਇਹ ਵੱਧਦਾ ਜਾਂਦਾ ਪਿਆ, ਔਰ ਇਹ ਵਧਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੇ ਮੁਖਤਲਿਫ ਜਿਹੜੇ ਜਿਹਨੂੰ ਅਸੀਂ ਕਿਤੇ ਵੱਖੋ ਵੱਖ ਜਿਹੜੀਆਂ ਮੁਸੀਬਤਾਂ ਆ ਰਹੀਆਂ, ਉਹਨਾਂ 'ਚ ਇੱਕ ਵੱਡੀ ਮੁਸੀਬਤ ਜਿਹੜੀ ਹੋਇਆ ਪਾਣੀ ਦੀ ਵੀ ਹੈ ਵੇ। ਤੇ ਤੁਹਾਡੇ ਅੱਜ ਦੇ ਇਸ ਲੈਕਚਰ ਵਾਸਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਹਾਂ ਕਿ ਤੁਸੀਂ ਅੱਜ ਆਏ, ਆਪਣੇ ਇੰਨੇ ਬਿਜ਼ੀ ਸ਼ੈਡਿਊਲ 'ਚੋਂ ਸਾਡੇ ਲਈ ਟਾਈਮ ਕੱਢਿਆ। ਬਹੁਤ ਬਹੁਤ ਸ਼ੁਕਰੀਆ। ਤੇ ਸਰ ਆਉਂਦੇ ਜਾਂਦੇ ਰਿਹਾ ਕਰੋ ਲੈਲਪੁਰ, ਹੁਣ ਆਨਲਾਈਨ ਤੇ ਤੁਸੀਂ ਆ ਹੀ ਸਕਦੇ। ਬਹੁਤ ਬਹੁਤ ਸ਼ੁਕਰੀਆ ਸਰ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤਾਂ ਦਾ ਅੱਜ ਸਾਡੇ ਨਾਲ, ਜਿਹੜੇ ਅੱਜ ਬੜਾ ਭਰਪੂਰ ਉਹਨਾਂ ਨੇ ਜਿਹੜਾ ਹੈ ਆਪਣਾ ਇਨਪੁਟ ਦਿੱਤਾ। ਨੋ ਡਾਊਟ ਲੈਕਚਰ ਵੀ ਬਹੁਤ ਹੀ ਕਮਾਲ ਸੀ, ਔਰ ਇਸ ਤਰ੍ਹਾਂ ਲੈਕਚਰ ਚੱਲਿਆ ਸਾਰਾ ਕਿ ਅਸੀਂ ਦਰਿਆ ਪੂਰੇ ਨੂੰ ਇੱਕ ਵਾਰੀ ਵੇਖਿਆ। ਜਿਹੜੀ ਸਾਡੀ ਉਹ ਨਸਲ ਜਿਹਨੇ ਦਰਿਆ ਨਹੀਂ ਵੇਖ ਸਕੇ, ਤੇ ਅਸੀਂ ਉਹ ਆਪਣੇ ਸਾਹਮਣੇ ਜਤਿੰਦਰ ਹੋਣਾ ਦੀਆਂ ਅੱਖਾਂ ਨਾਲ ਉਹ ਸਾਰਾ ਦਰਿਆ ਵੇਖਿਆ, ਔਰ ਉਹਦੀ ਖੂਬਸੂਰਤੀ ਨੂੰ ਮਹਿਸੂਸ ਕਰ ਸਕਦੇ ਸਾਂ। ਸਾਰੇ ਦੋਸਤਾਂ ਦਾ ਅੱਜ ਸਾਡੇ ਨਾਲ ਆਉਣ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਹੈ ਇਹ ਚੱਲਦੀ ਰਹੇਗੀ, ਔਰ ਇਹਨੂੰ ਅਸੀਂ ਚਲਾ ਕੇ ਰੱਖਾਂਗੇ। ਔਰ ਸਿਰ ਜਿਹੜੇ ਸਾਡੇ ਨਾਲ ਦੋਸਤ ਨੇ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਅਸੀਂ ਜਿਹੜਾ ਇੱਕ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਇੱਕ ਹਿਸਟਰੀ ਦੇ ਕਲਚਰ ਦੇ ਸਾਇੰਟੀਫਿਕ ਆਰਕਾਈਵ ਬਣਾਉਣ ਦਾ, ਉਹਦੀ ਆਪਣੀ ਬੋਲੀ ਦੇ ਵਿੱਚ, ਉਹ ਅਸੀਂ ਪੂਰਾ ਕਰ ਸਕੀਏ। ਇਹਦੇ ਨਾਲ ਹੀ ਬਾਕੀ ਸਾਰੇ ਦੋਸਤਾਂ ਤੋਂ ਜਿਹੜਾ ਮੈਂ ਇਜਾਜ਼ਤ ਚਾਹਾਂਗਾ। ਮਿਲਣੇ ਅਗਲੇ ਲੈਕਚਰ ਦੇ ਨਾਲ। ਰੱਬ ਰੱਖ।